ਹੁੰਦਿਆਂ ਗੁਰਬਿਨ ਘੋਰ ਅੰਧਾਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਸਾਚਾ ਗੁਰੂ ਲਾਧੋਰੇ ਦਿਵਸ 9 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਬੜੇ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਸੰਗਤਾਂ ਦੇ ਛਕਣ ਵਾਸਤੇ ਬੇਅੰਤ ਸਟਾਲ ਲਾਏ ਜਾਣਗੇ। ਸਮੂਹ ਸੰਗਤ ਦੀ ਸੇਵਾ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪੁਰਜ਼ੋਰ ਬੇਨਤੀ ਹੈ, ਪਰਿਵਾਰਾਂ ਸਹਿਤ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਪ ਵੀ ਆਓ, ਹੋਰਨਾਂ ਨੂੰ ਪ੍ਰੇਰਨਾ ਕਰਕੇ ਲੈ ਕੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नमस्कार, सत श्री अकाल, आदाब दोस्तों। मैं हाँ मनीष पियाला तो तुसी वेख रहे हो चढ़दे कला टाइम टीवी ते प्रोग्राम प्राइम टाइम चर्चा। अज चर्चा ਦਾ ਵਿੱਚ ਵਿਸ਼ਾ ਹੋਵੇਗਾ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ 104 ਲੋਕਾਂ ਦੇ ਬਾਰੇ। ਸਰਕਾਰਾਂ ਕੀ ਕਰ ਰਹੀਆਂ ਨੇ, ਵਿਰੋਧੀ ਧਿਰ ਕੀ ਕਰ ਰਹੇ ਨੇ ਤੇ ਆਮ ਲੋਕ ਜਿਹੜੇ ਨੇ ਉਹ ਕੀ ਮੰਗ ਕਰ ਰਹੇ ਨੇ। ਜਦੋਂ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਕੋਈ ਹਾਲਾਤ ਬਣਦੇ ਨੇ ਤਾਂ ਉਹਨੂੰ ਰਾਜਨੀਤਿਕ ਦੂਸ਼ਣਬਾਜ਼ੀ ਵਾਸਤੇ ਜਿਹੜਾ ਉਹ ਵਰਤਿਆ ਜਾਂਦਾ ਹੈ। ਹੱਲ ਕੀ ਕੱਢਣਾ ਹੈ ਉਹਦੇ ਬਾਰੇ ਜ਼ਿਆਦਾ ਜਿਹੜੀ ਉਹ ਗੱਲਬਾਤ ਨਹੀਂ ਹੁੰਦੀ। ਜਦੋਂ ਵਿਰੋਧੀ ਧਿਰਾਂ ਕੋਈ ਸਰਕਾਰ ਕੋਲ ਮੰਗ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉਹ ਕਹਿੰਦੀਆਂ ਨੇ ਕਿ ਤੁਸੀਂ ਕਾਰਵਾਈ ਕਰੋ ਜਾਂ ਤੁਸੀਂ ਗਲਤ ਹੋ, ਜਾਂ ਰੀਤੀ ਰਿਵਾਜ ਦੇ ਮੁਤਾਬਕ ਅਸਤੀਫਾ ਮੰਗਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸਰਕਾਰ ਜਿਹੜੀ ਹੈ ਉਹ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੰਦੀ ਹੈ ਕਿ ਤੁਹਾਡੇ ਸਮੇਂ 'ਚ ਨਹੀਂ ਸੀ ਹੋਇਆ, ਪਿਛਲੇ ਸਮੇਂ 'ਚ ਨਹੀਂ ਸੀ ਹੋਇਆ, ਤੁਸੀਂ ਜਿਹੜਾ ਹੈ ਲੋਕਾਂ ਨੂੰ ਭੜਕਾ ਰਹੇ ਹੋ, ਤੁਸੀਂ ਜਿਹੜਾ ਹੈ ਸਾਨੂੰ ਜਿਹੜਾ ਹੈ ਜਾਣਬੁੱਝ ਕੇ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਭੁਲੱਕੜ ਹੋ, ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰੋ ਤੇ ਸਾਡੇ ਉੱਤੇ ਕੋਈ ਗੱਲ ਨਾ ਕਰੋ। ਕਿ ਇਸ ਤਰੀਕੇ ਦੇ ਨਾਲ ਉਦਾਹਰਨਾਂ ਦੇ ਕੇ ਜਾਂ ਇਸ ਤਰੀਕੇ ਨਾਲ ਜਵਾਬ ਦੇ ਕੇ ਜਿਹੜਾ ਇਸ ਤਰੀਕੇ ਦੇ 104 ਲੋਕਾਂ ਦੀ ਮੌਤ ਤੋਂ ਅਸੀਂ ਮਿੱਟੀ ਪਾ ਸਕਦੇ ਹਾਂ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈਗਾ। ਪੰਜਾਬ ਤੇ ਮਾਲੀਏ ਨੂੰ ਜਿਹੜੀ ਸਪੋਰਟ ਸ਼ਰਾਬ ਦੀ ਵਿਕਰੀ ਤੋਂ ਹੁੰਦੀ ਹੈ, ਉਹਦੇ ਉੱਤੇ ਹਮੇਸ਼ਾ ਉਂਗਲੀਆਂ ਚੁੱਕੀਆਂ ਜਾਂਦੀਆਂ ਰਹੀਆਂ ਨੇ ਕਿ ਦੂਸਰੀਆਂ ਸਟੇਟਾਂ ਦੇ ਵਾਂਗੂ ਸਾਡੀ ਸ਼ਰਾਬ ਤਾਂ ਜ਼ਿਆਦਾ ਵਿਕ ਜਾਂਦੀ ਹੈ ਪਰ ਸਾਨੂੰ ਮਾਲੀਆ ਜਿਹੜਾ ਉਹ ਨਹੀਂ ਮਿਲਦਾ। ਲੋਕੀ ਕਹਿੰਦੇ ਨੇ ਕਿ ਸ਼ਰਾਬ ਤੁਸੀਂ ਹੱਦੋਂ ਜ਼ਿਆਦਾ ਮਹਿੰਗੀ ਕੀਤੀ ਹੋਈ ਹੈ। ਸਰਕਾਰ ਕਹਿੰਦੀ ਕਿ ਸਾਡੇ ਕੋਲ ਖਜ਼ਾਨੇ ਦੇ ਵਿੱਚ ਆਉਂਦੇ ਪੈਸੇ ਬਹੁਤ ਘੱਟ ਨੇ, ਅਸੀਂ ਵੱਧ ਪੈਸੇ ਕਮਾਉਣ ਵਾਸਤੇ ਜਿਹੜਾ ਸ਼ਰਾਬ ਮਹਿੰਗੀ ਕਰ ਰਹੇ ਹਾਂ, ਜਿਹਦੇ ਕਰਕੇ ਲੋਕ ਸਸਤੀਆਂ ਸ਼ਰਾਬਾਂ ਖਰੀਦਣ ਦੇ ਕਰਕੇ 40 ਰੁਪਏ ਦੀ, 30 ਰੁਪਏ ਦੀ, 50 ਰੁਪਏ ਦੀ ਸ਼ਰਾਬ ਪਿੰਡਾਂ ਦੀਆਂ ਰੂੜੀਆਂ ਤੱਕ ਚਲੇ ਜਾਂਦੇ ਨੇ ਕਿ ਸ਼ਾਇਦ ਇੱਕ ਡੰਗ ਦੀ ਜਿਹੜੀ ਸ਼ਰਾਬ ਇੱਥੋਂ ਸਸਤੀ ਮਿਲ ਜਾਏਗੀ। ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈਗੀ ਹੈ, ਰਹੇਗੀ, ਪਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿ ਸਰਕਾਰ ਨੇ ਇਹਦਾ ਕੋਈ ਹੋਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ? ਨਹੀਂ। ਸਿਆਣੇ ਆਖਦੇ ਨੇ ਕਿ ਜੇ ਦੁਸ਼ਮਣ ਆਵੇ ਚੱਲ ਕੇ ਤਾਂ ਮੰਜਾ ਦਈਏ ਢਾ, ਨਾ ਕਹੀਏ ਬਹਿਨ ਨੂੰ ਤੇ ਨਾ ਕਹੀਏ ਜਾ। ਇਹਦੇ ਵਿੱਚ ਬੜਾ ਕੁਝ ਹੈਗਾ ਕਿ ਜੇ ਦੁਸ਼ਮਣ ਚੱਲ ਕੇ ਆਉਂਦਾ ਹੈ ਤਾਂ ਉਹਦੇ ਸ਼ਿਸ਼ਟਾਚਾਰ ਦੇ ਤੌਰ ਤੇ, ਸੱਭਿਆਚਾਰ ਦੇ ਤੌਰ ਤੇ ਉਹਦੇ ਵਾਸਤੇ ਜਿਹੜਾ ਮੰਜਾ ਢਾ ਦੇਣਾ ਚਾਹੀਦਾ। ਗੱਲ ਉਹਦੀ ਸੁਣਨੀ ਚਾਹੀਦੀ ਹੈ, ਨਾ ਉਹਨੂੰ ਕਹਿਣਾ ਚਾਹੀਦਾ ਕਿ ਭਾਈ ਇੱਥੇ ਬਹਿ ਜਾ, ਨਾ ਉਹਨੂੰ ਕਹੋ ਕਿ ਭਾਈ ਚਲੇ ਜਾ। ਮਤਲਬ ਕਿ ਦੋਵੇਂ ਪਾਸੇ ਦੀ ਗੱਲ ਜਿਹੜੀ ਰੱਖਣੀ ਚਾਹੀਦੀ। ਪਰ ਇਹਦੇ ਮੁਹਾਵਰੇ ਦੇ ਵਿੱਚ ਇੱਕ ਕਾਰਨ ਹੈਗਾ ਕਿ ਤੁਹਾਨੂੰ ਗੱਲ ਸੁਣਨੀ ਜ਼ਰੂਰ ਚਾਹੀਦੀ ਹੈ, ਜਿਹੜੀ ਸਰਕਾਰਾਂ ਨਹੀਂ ਸੁਣਦੀਆਂ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਹੈ ਕਿ ਇਹ ਗਲਤ ਹੋਇਆ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਭੁਲੱਕੜ ਹੋ ਗਏ ਹੋ। ਪੰਜਾਬ ਦਾ ਸਾਰਾ ਮੰਤਰੀ ਮੰਡਲ ਜਿਹੜਾ ਹੈ ਉਹ ਬਿਲਕੁਲ ਕਹਿ ਸਕਦੇ ਕਿ ਜਿਹੜੀ ਚੀਜ਼ ਜਿਹੜਾ ਅਲਫਾਜ਼ ਉਹਨਾਂ ਦੇ ਹੱਥ 'ਚ ਆਇਆ ਉਹ ਲੈ ਕੇ ਪੈ ਗਏ ਕਿ ਨਹੀਂ ਭਾਈ ਇਹ ਕੰਮ ਜਿਹੜਾ ਤੁਸੀਂ ਗਲਤ ਕੀਤਾ। ਜੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਦੀ ਜਿਹੜੀ ਹੈ ਸਪੈਸ਼ਲ ਜਾਂਚ ਹੋਣੀ ਚਾਹੀਦੀ ਤਾਂ ਚਰਚਾ ਤਾਂ ਬਣਦੀ ਹੈ। ਜਦੋਂ ਨੌਜਵਾਨੀ ਵਿਦੇਸ਼ ਜਿਹੜੇ ਨੇ ਉਹ ਨੁਕਰੇ ਲਾ ਚੁੱਕੇ ਹੋਏ ਨੇ, ਤੁਸੀਂ ਕਿਉਂ ਆ ਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੰਗਾਂ ਕਰ ਰਹੇ ਹੋ? ਇਹ ਆਪਣੇ ਆਪ 'ਚ ਸੋਚਣ ਦੀ ਗੱਲ ਹੈਗੀ ਕਿ ਆਪਾਂ ਕਹਿਣਾ ਕੀ ਚਾਹੁੰਦੇ ਆ ਔਰ ਆਪਾਂ ਕਰਨਾ ਕੀ ਚਾਹੁੰਦੇ ਆ।
ਸਰਕਾਰ ਕਿਤੇ ਨਾ ਕਿਤੇ ਤਾਂ ਆਪਣੀ ਗਲਤੀ ਮੰਨੇ। ਜਦ 13 ਅਧਿਕਾਰੀਆਂ ਨੂੰ ਸਸਪੈਂਡ ਕਰਕੇ ਅਸੀਂ ਕਹਿੰਦੇ ਆ ਕਿ ਅਸੀਂ ਕਾਰਵਾਈ ਕਰ ਲਈ ਹੈ, ਤੇ ਕੀ ਇਹ ਆਪਣੇ ਆਪ ਚ ਜਾਇਜ਼ ਹੈਗਾ? ਅੱਜ ਜਦੋਂ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਲਗਾਤਾਰ ਅਸੀਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਤੰਤਰ, ਆਪਣੇ ਯੰਤਰ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਹਾਲਾਤਾਂ ਦੇ ਵਿੱਚ ਵੀ ਜੋ ਅਸਲੀਅਤ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ, ਵੱਖ-ਵੱਖ ਹਸਪਤਾਲਾਂ ਦੇ ਵਿੱਚੋਂ ਜਿਹੜੇ ਆਮ ਲੋਕੀ, ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ 104 ਲੋਕ ਜਿਹੜੇ ਨੇ ਉਹ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਾਰੇ ਗਏ ਨੇ, ਉਹਨਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਡੈੱਡ ਬੋਡੀਆਂ ਨੂੰ ਰੱਖਣ ਵਾਸਤੇ ਮੋਰਚਰੀ ਦੇ ਵਿੱਚ ਜਿਹੜੇ ਲੋਕੀ ਆਪ ਸਸਤੀ ਸ਼ਰਾਬ ਪੀਣ ਕਰਕੇ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਇਹ ਕਿਹਾ ਗਿਆ ਕਿ 500 ਰੁਪਇਆ ਜਿਹੜਾ ਬਰਫ਼ ਵਾਸਤੇ ਦਿਓ ਤੇ ਤੁਹਾਡੀ ਜਿਹੜੇ ਪਰਿਵਾਰ ਦੀ ਡੈੱਡ ਬੋਡੀ ਹੈਗੀ ਹੈ ਉਹਨੂੰ ਅਸੀਂ ਠੀਕ ਤਰੀਕੇ ਨਾਲ ਰੱਖ ਸਕਾਂਗੇ। ਇਹਨਾਂ ਹਾਲਾਤਾਂ ਦੇ ਉੱਤੇ, ਇਹਨਾਂ ਮੁੱਦਿਆਂ ਦੇ ਉੱਤੇ ਅੱਜ ਦੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਰਦਾਰ ਚਰਨਜੀਤ ਸਿੰਘ ਬਰਾੜ ਹੈਗੇ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਪੋਕਸਪਰਸਨ ਨੇ, ਕਾਫੀ ਅਗਰੈਸਿਵ ਨੇ ਅਤੇ ਅੱਜ ਦੇ ਖਾਸ ਮੁੱਦੇ ਦੇ ਵਿੱਚ ਇਹ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨਗੇ। ਸਾਡੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਜੀ ਵੀ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਸਾਨੂੰ ਜੁਆਇਨ ਕਰਨਗੇ ਅਤੇ ਉਹ ਟੈਲੀਫੋਨ ਲਾਈਨ ਦੇ ਰਾਹੀਂ ਹੀ ਸਾਨੂੰ ਜਿਹੜਾ ਉਹ ਜੁਆਇਨ ਕਰਨਗੇ। ਅਮਨ ਅਰੋੜਾ ਜੀ ਨੇ ਰਾਤੀ ਸਾਡੇ ਨਾਲ ਕਮਿਟ ਕੀਤਾ ਸੀ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ, ਕੁਝ ਸਮੇਂ ਬਾਅਦ ਉਹ ਵੀ ਸਾਡੇ ਨਾਲ ਜੁੜਨਗੇ। ਅਤੇ ਨਾਲ ਹੀ ਸਾਡੇ ਪੱਤਰਕਾਰ ਪਟਿਆਲਾ ਆਫਿਸ ਤੋਂ ਸਰਦਾਰ ਕੁਲਵੰਤ ਸਿੰਘ ਜੀ, ਉਹ ਵੀ ਜਿਹੜੇ ਨੇ ਸਾਨੂੰ ਕੁਝ ਨਾਲ ਹੀ ਜਿਹੜਾ ਇਸ ਸ਼ੋਅ ਦੇ ਵਿੱਚ ਜਿਹੜਾ ਉਹ ਜੁਆਇਨ ਕਰਨਗੇ। ਸ਼ੁਰੂਆਤ ਮੈਂ ਜਿਹੜੀ ਹੈ ਉਹ ਸਰਦਾਰ ਚਰਨਜੀਤ ਸਿੰਘ ਬਰਾੜ ਹੋਣਾ ਕੋ ਕਰਦੇ ਹਾਂ। ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਰਾੜ ਸਾਹਿਬ, ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਸਰਕਾਰ ਦੇ ਉੱਤੇ ਤੁਹਾਡੀ ਪਾਰਟੀ ਜਿਹੜੀ ਹੈ ਉਹ ਇਲਜ਼ਾਮ ਲਾ ਰਹੀ ਹੈ, ਉਹਨਾਂ ਕੋਲ ਸਵਾਲ ਪੁੱਛ ਰਹੀ ਹੈ, ਤਾਂ ਸਰਕਾਰ ਤੁਹਾਨੂੰ ਅੱਗੋਂ ਕਹਿ ਰਹੀ ਹੈ ਕਿ ਸਾਨੂੰ ਸਵਾਲ ਪੁੱਛਣ ਤੋਂ ਪਹਿਲਾਂ ਤੁਸੀਂ ਆਪਣਾ 2010 ਤੇ 2012 ਜਿਹੜਾ ਹੈ ਉਹ ਯਾਦ ਕਰ ਲਓ ਕਿ ਤੁਹਾਡੇ ਸਮੇਂ ਦੇ ਵਿੱਚ ਕੀ ਹੋਇਆ ਸੀ, ਤੇ ਜੇ ਤੁਸੀਂ ਉਹਨੂੰ ਯਾਦ ਕਰ ਲੋਗੇ ਤੇ ਫਿਰ ਤੁਸੀਂ ਸਾਨੂੰ ਜਿਹੜਾ ਸਵਾਲ ਨਹੀਂ ਕਰੋਗੇ। ਕਹਿਣ ਤੋਂ ਭਾਵ ਕਿ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਗਲਤੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਕਹਿ ਕੇ ਕਿ ਇਹ ਤੁਸੀਂ ਗਲਤੀਆਂ ਕੀਤੀਆਂ ਸੀ ਤਾਂ ਤੁਸੀਂ ਸਾਡੇ ਕੋਲ ਸਵਾਲ ਕਰਨ ਦੇ ਹੱਕਦਾਰ ਨਹੀਂ ਹੈਗੇ, ਇਹਦੇ ਉੱਤੇ ਕੀ ਕਹੋਗੇ? ਸਾਡੇ ਕੋਲ ਸਰਦਾਰ ਚਰਨਜੀਤ ਸਿੰਘ ਬਰਾੜ ਹੋਣਾ ਦੀ ਆਵਾਜ਼ ਜਿਹੜੀ ਹੈ ਨਹੀਂ ਪਹੁੰਚ ਰਹੀ। ਮੈਂ ਆਪਣੀ ਟੀਮ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਦੁਬਾਰਾ ਰੀਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਾਡੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਜੀ ਹੈਗੇ ਨੇ। ਵੇਰਕਾ ਸਾਹਿਬ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਓਕੇ, ਡਾਕਟਰ ਰਾਜਕੁਮਾਰ ਵੇਰਕਾ ਜੀ ਵੀ ਸਾਡੇ ਨਾਲ ਹਜੇ ਕਨੈਕਟ ਨਹੀਂ ਕਰ ਪਾਏ। ਸਾਡੇ ਨਾਲ ਸਾਡੇ ਪੱਤਰਕਾਰ ਕੁਲਵੰਤ ਸਿੰਘ ਜੀ ਹੈਗੇ ਨੇ। ਸਰਦਾਰ ਕੁਲਵੰਤ ਸਿੰਘ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਮਨੀਸ਼ ਜੀ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ, ਬਿਲਕੁਲ ਠੀਕ ਆਵਾਜ਼ ਆ ਰਹੀ ਹੈ। ਸਰਦਾਰ ਕੁਲਵੰਤ ਸਿੰਘ ਜੀ, ਮੈਂ ਤੁਹਾਡੇ ਕੋਲ ਸਵਾਲ ਕਰਦਾ ਹਾਂ ਕਿ ਜਿਹੜੇ ਇਹ ਸਮੀਕਰਨ ਬਣ ਰਹੇ ਨੇ, ਨਿੱਕੇ ਨਿੱਕੇ ਮੁੱਦੇ ਨੂੰ ਸੁਲਝਾਉਣ ਦੀ ਬਜਾਏ, ਉੱਤੇ ਵਿਚਾਰਾਂ ਕਰਨ ਦੀ ਬਜਾਏ, ਇਹ ਲੋਕ ਜਿਹੜੇ ਆਪਸ ਦੇ ਵਿੱਚ ਹੀ ਤੂੰ ਮੈਂ ਹੋ ਰਹੇ ਨੇ ਕਿ ਤੂੰ ਪਿਛੋਕੜ ਦੇ ਵਿੱਚ ਇਹ ਕੀਤਾ ਸੀ, ਤੇਰਾ ਸਵਾਲ ਕਰਨ ਦੀ ਹਿੰਮਤ ਕਿਤਨਾ ਪੈ ਗਈ, ਅਸੀਂ ਜਿਹੜੇ ਸਭ ਤੋਂ ਦਰੁਸ਼ਟ ਹੈਗੇ ਆ, ਅਸੀਂ ਠੀਕ ਕਰਾਂਗੇ, ਤੁਸੀਂ ਸਾਨੂੰ ਸਵਾਲ ਨਹੀਂ ਕਰਨ ਦਾ ਹੱਕ ਨਹੀਂ ਰੱਖਦੇ। ਇਹ ਆਪਣੇ ਆਪ 'ਚ ਸਾਡੀ ਪੰਜਾਬ ਦੀ ਸਿਆਸਤ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੀ ਹੈ? ਦਾ ਛੋਟਾ ਨਹੀਂ ਹੈ, ਬੜਾ ਵੱਡਾ ਮੁੱਦਾ ਆ, ਲੋਕਾਂ ਦੀਆਂ ਜਾਨਾਂ ਗਈਆਂ ਆ। ਦੂਜੀ ਚੀਜ਼, ਸਾਡੇ ਦੇਸ਼ ਦੀ ਸਿਆਸਤ ਇੰਨੀ ਕੁ ਗੰਦੀ ਹੋ ਗਈ ਹੈ ਕਿ ਇੱਕ ਚੋਰ ਅਗਰ ਛੋਟਾ ਚੋਰ, ਉਹ ਕਹਿੰਦਾ ਵੀ ਤੁਹਾਡੇ ਟਾਈਮ ਤੇ ਵੀ ਚੋਰੀ ਹੋਈ, ਜੇ ਅਸੀਂ ਚੋਰੀ ਕਰ ਲਈ ਤਾਂ ਕਿਹੜੀ ਵੱਡੀ ਗੱਲ ਹੋ ਗਈ। ਉਹ ਉਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਦੂਜੀ, ਸਾਡੇ 'ਚ ਸਹਿਣਸ਼ੀਲਤਾ ਨਹੀਂ ਰਹੀ, ਸਾਡੇ ਸਿਆਸਤਦਾਨਾਂ ਦੇ ਵਿੱਚ ਸਹਿਣਸ਼ੀਲਤਾ ਹੀ ਨਹੀਂ ਹੈ। ਕਿਸੇ ਦੀ ਗੱਲ ਸੁਣੋ ਤੁਸੀਂ, ਜਿਵੇਂ ਤੁਸੀਂ ਪਹਿਲਾਂ ਇੱਕ ਮੁਹਾਵਰਾ ਸੁਣਾਇਆ ਵੀ ਦੁਸ਼ਮਣ ਵੀ ਘਰ 'ਚ ਆਏ ਤਾਂ ਉਹਨੂੰ ਮੰਜਾ ਢਾ ਦਿਓ। ਉਹਨੂੰ ਭਾਵੇਂ ਤੁਸੀਂ ਉਹਦੀ ਆਓ ਭਗਤ ਨਾ ਕਰੋ, ਉਹਦੀ ਸਤਿਕਾਰ ਨਾ ਕਰੋ, ਘੱਟੋ ਘੱਟ ਉਹਨੂੰ ਆਏ ਨੂੰ ਮੰਜਾ ਢਾ ਕੇ ਉਹਦੀ ਗੱਲ ਤਾਂ ਸੁਣੋ। ਅਗਰ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ, ਇਹਦੀ ਜਾਂਚ ਕੀਤੀ ਜਾਵੇ ਤੇ ਜਾਂਚ ਕਰਵਾ ਲਈ ਜਾਵੇ। ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਜਾਂਚ ਕਰਾਵਾਂਗੇ, ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਉਹ ਸਗੋਂ ਇੱਕ ਦੁਸ਼ਮਣ ਦੀ ਤਰ੍ਹਾਂ ਜਿਵੇਂ ਜਵਾਬ ਦਿੱਤਾ ਜਾ ਰਿਹਾ ਆ। ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ, ਕੇਜਰੀਵਾਲ ਨੂੰ ਕਿਹਾ ਜਾ ਰਿਹਾ ਕਿ ਤੂੰ ਆਪਣੇ ਕੰਮ ਨਾਲ ਕੰਮ ਰੱਖ। ਆਪਣੇ ਕੰਮ ਨਾਲ ਕੰਮ, ਇੱਕ ਪਾਰਟੀ ਦਾ ਪ੍ਰਧਾਨ ਹੈ, ਉਹਨਾਂ ਦੀ ਪਾਰਟੀ ਵੀ ਇੱਥੋਂ ਇਲੈਕਸ਼ਨ ਲੜਦੀ ਹੈ ਪੰਜਾਬ ਚੋਂ,
ਅਗਰ ਉਹ ਇਹ ਸਵਾਲ ਕਰ ਰਹੇ ਤੇ ਕੀ ਗਲਤ ਕਰ ਰਿਹਾ? ਇੱਕ ਜ਼ਿੰਮੇਵਾਰ ਜਿਹੜਾ ਆਗੂ ਹੈ, ਜ਼ਿੰਮੇਵਾਰ ਮੁੱਖ ਮੰਤਰੀ ਹੈ, ਉਹਦਾ ਇਸ ਤਰ੍ਹਾਂ ਜਵਾਬ ਦੇਣਾ ਬਿਲਕੁਲ ਗਲਤ ਹੈ। ਸਗੋਂ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਦੇਖੋ, ਅਸੀਂ ਸਾਰੇ ਬੈਠ ਕੇ ਇਸ ਮਸਲੇ ਦਾ ਹੱਲ ਕਰੀਏ। ਸਰਬ ਪਾਰਟੀ ਮੀਟਿੰਗ ਬੁਲਾ ਕੇ ਜਿਹੜੀਆਂ ਗਲਤੀਆਂ ਅਕਾਲੀ ਦਲ ਦੇ ਟਾਈਮ ਤੇ ਵੀ ਹੋਈਆਂ, ਜਿਵੇਂ ਤੁਸੀਂ ਗੱਲ ਕੀਤੀ ਅਪ੍ਰੈਲ 2014 ਦੇ ਵਿੱਚ 18 ਬੰਦੇ ਬਟਾਲਾ ਦੇ ਨੇੜੇ ਜੌਲ ਨੰਗਲ ਦੇ ਵਿੱਚ ਜਿਹੜੇ ਮੈਂ ਇਹਨੂੰ ਕੱਚੀ ਸ਼ਰਾਬ ਨਹੀਂ ਕਵਾਂਗਾ, ਇਹ ਸ਼ਰਾਬ ਅਸਲ ਵਿੱਚ ਹੈ ਨਹੀਂ ਜੀ, ਇਹ ਜ਼ਹਿਰੀਲਾ ਰਸਾਇਣ ਕਹਿ ਸਕਦੇ ਆਪਾਂ ਉਹਨੂੰ, ਜ਼ਹਿਰੀਲਾ ਤੇ ਨਸ਼ੀਲਾ ਰਸਾਇਣ। ਸ਼ਰਾਬ ਜਿਹੜੀ ਹੈ ਜੀ ਉਹ ਪਿੰਡਾਂ 'ਚ ਆਮ ਆਪਣੇ ਲੋਕ ਕੱਢਦੇ ਸੀ, ਗੁੜ ਦੇ ਉਹਨੂੰ ਥੱਲੇ ਦੱਬ ਕੇ ਉਹਦੀ ਲਾਹਣ ਬਣਾ ਕੇ 15 ਦਿਨ 'ਚ ਤਿਆਰ ਹੁੰਦੀ ਸੀ। ਇਹ ਸ਼ਰਾਬ ਜਿਹੜੀ ਹੈ ਨਾਲੋਂ ਨਾਲ ਹੀ ਇਨਸਟੈਂਟ, ਜਿਵੇਂ ਨਾਲੋਂ ਨਾਲ ਹੀ ਤਿਆਰ ਹੁੰਦੀ ਹੈ, ਤੇ ਇਹਦੇ 'ਚ ਬੜੇ ਜ਼ਹਿਰੀਲੇ ਜਿਹੜੇ ਪਦਾਰਥ ਪਾਏ ਜਾਂਦੇ ਆ। ਮੈਂ ਤੇ ਇੱਕ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਬਠਿੰਡਾ ਦੇ ਕੋਲ ਇੱਕ ਪਿੰਡ ਹੈ ਜਿੱਥੇ ਸ਼ਰਾਬ ਬਣਦੀ ਆ, ਮੇਰੇ ਖਿਆਲ ਬੀੜ ਤਲਾਬ, ਉੱਥੋਂ ਦੇ ਇੱਕ ਲੜਕੇ ਨੇ ਦੱਸਿਆ ਕਿ ਜਿਹੜੀ ਸ਼ਰਾਬ ਬਣਾਈ ਜਾਂਦੀ ਉਹਦੇ 'ਚ ਟੁੱਟੀਆਂ ਚੱਪਲਾਂ ਪਾਈਆਂ ਜਾਂਦੀਆਂ। ਇਹਦਾ ਕਾਰਨ ਇਹ ਹੈ ਕਿ ਜਦੋਂ ਉਹ ਲੋਕ ਚੈੱਕ ਕਰਦੇ ਆ ਸ਼ਰਾਬ ਲੈਣ ਵਾਲੇ, ਤਾਂ ਉਹ ਅੱਗ ਲਾ ਕੇ ਦੇਖਦੇ ਆ, ਅਗਰ ਟੁੱਟੀਆਂ ਚੱਪਲਾਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ ਤਾਂ ਉਹਨੂੰ ਅੱਗ ਜਲਦੀ ਫੜਦੀ ਆ। ਫਿਰ ਇਹ ਸ਼ਰਾਬ ਜਿਹੜੀ ਬਣਾਈ ਜਾ ਰਹੀ ਆ ਇਹ ਗੁੜ ਦੀ ਨਹੀਂ ਹੈ, ਇਹ ਜਿਹੜੀ ਖਰਾਬ ਹੋਈ ਚੀਨੀ ਹੈ ਉਹਦੀ ਚਾਸ਼ਨੀ। ਸਰਦਾਰ ਚਰਨਜੀਤ ਸਿੰਘ ਬਰਾੜ ਹੋਣਾ ਕੋ ਚੱਲਦੇ ਆ, ਉਹ ਸਾਡੇ ਨਾਲ ਜੁੜੇ ਹੋਏ ਨੇ। ਸਰਦਾਰ ਬਰਾੜ ਸਾਹਿਬ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਹੁਣ? ਹੈਲੋ, ਹਾਂਜੀ ਬਰਾੜ ਸਾਹਿਬ, ਮੇਰੀ ਆਵਾਜ਼ ਧੰਨਵਾਦ ਤੁਹਾਡਾ ਜੁੜਨ ਵਾਸਤੇ। ਅਤੇ ਮੈਂ ਜ਼ਰੂਰ, ਹਾਂਜੀ ਆ ਰਹੀ ਹੈ ਜੀ, ਮੈਨੂੰ ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ। ਬਰਾੜ ਸਾਹਿਬ, ਮੇਰਾ ਸਵਾਲ ਇਹ ਹੈਗਾ ਕਿ ਜਿਹੜੇ ਹਾਲਾਤ ਸਾਡੇ ਸਾਹਮਣੇ ਹੈਗੇ ਨੇ, ਬਿਲਕੁਲ ਹੁਣ ਤੁਹਾਨੂੰ ਮੈਂ ਸਵਾਲ ਕਰਦਾ, ਜੇ ਸੁਣਦਾ ਤੇ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਨੂੰ ਜਿਹੜਾ ਟੈਲੀਫੋਨ ਲਾਈਨ ਦੇ ਉੱਤੇ ਜਿਹੜਾ ਉਹ ਜੁਆਇਨ ਕਰਾਉਣੇ। ਮੇਰਾ ਸਵਾਲ ਹੈਗਾ ਕਿ ਕੀ 104 ਲੋਕਾਂ ਦੀ ਮੌਤ ਤੋਂ ਬਾਅਦ ਆਪਾਂ ਅੱਜ ਇਹ ਕਹਿ ਸਕਦੇ ਕਿ 2-2 ਲੱਖ ਰੁਪਇਆ ਦੇ ਕੇ ਅਸੀਂ ਮਸਲੇ ਨੂੰ ਜਿਹੜਾ ਉਹ ਠੰਡੇ ਬਸਤੇ ਦੇ ਵਿੱਚ ਪਾ ਸਕਦੇ? ਅੱਜ ਜਦੋਂ ਸ਼ਰਾਬ ਕੱਢਣ ਵਾਲਾ ਜਿਹੜਾ ਮਾਫੀਆ ਹੈਗਾ ਉਹ ਮੀਡੀਆ ਤੇ ਸਾਹਮਣੇ ਆ ਕੇ ਕਹਿੰਦਾ ਕਿ ਅਸੀਂ ਜੋ ਕਮਾਉਂਦੇ ਸਾਂ ਉਹਦੇ ਵਿੱਚੋਂ ਹਿੱਸਾ ਪੱਤੀ ਜਿਹੜੀ ਹੈ ਵੱਖ-ਵੱਖ ਵਿਭਾਗਾਂ ਨੂੰ ਦਿੰਦੇ ਰਹੇ ਆ, ਜਿਹੜੇ ਸਾਨੂੰ ਸ਼ੈਲਟਰ ਪ੍ਰੋਵਾਈਡ ਕਰਾਉਂਦੇ ਰਹੇ ਨੇ, ਕੀ ਅੱਜ ਥੋੜੇ ਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਕਰਕੇ ਮਹੀਨੇ ਦੋ ਹੀ ਆਪਾਂ ਇਸ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਸਕਦੇ ਹਾਂ? ਦੇਖੋ ਇੱਕ ਗੱਲ ਆ, ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਸ਼ੁਰੂ 'ਚ ਨਾਮ ਲਿਆ ਸ਼੍ਰੋਮਣੀ ਅਕਾਲੀ ਦਲ ਬਾਦਲ, ਸਾਡੀ ਪਾਰਟੀ ਦਾ ਨਾਮ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਕਿਰਪਾ ਕਰਕੇ ਇਹ ਵਿਰੋਧੀਆਂ ਵੱਲੋਂ ਇੱਕ ਕਿਸਮ ਦਾ ਭੰਡੀ ਪ੍ਰਚਾਰ ਦੇ ਤੌਰ ਤੇ ਨਾਲ ਬਾਦਲ ਜੋੜਿਆ ਜਾਂਦਾ, ਉਹ ਨਹੀਂ ਹੈ। ਸਾਡੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੈ ਸਿਰਫ। ਇੱਕ ਤਾਂ ਮੈਂ ਇਹ ਬੇਨਤੀ ਕਰਦੇ ਹਾਂ, ਅੱਗੇ ਤੋਂ ਦਰੁਸਤੀ ਕਰ ਦਿਓ। ਦੂਜਾ, ਮੈਂ ਅੱਜ ਜਿਹੜੇ ਪਰਿਵਾਰਾਂ ਦੇ ਵਿੱਚੋਂ ਜੀ ਚਲੇ ਗਏ ਨੇ ਕਿੱਥੇ, ਤੇ ਅੱਜ ਸਾਡੀਆਂ ਉਹ ਭੈਣਾਂ ਨੇ, ਉਹਨਾਂ ਦੇ ਭਰਾਵਾਂ ਦੇ ਸਮਝ ਲਓ ਕਲਾਈਆਂ ਤੇ ਰੱਖੜੀਆਂ ਬੰਨਣੀਆਂ ਸੀ, ਤੇ ਕਿੱਥੇ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਕੀਰਨੇ ਪੈ ਰਹੇ ਆ, ਉਹਨਾਂ ਸਾਰੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਆ ਪਾਰਟੀ ਵੱਲੋਂ, ਔਰ ਪਾਰਟੀ ਨਾਲ ਖੜੀ ਹੈ ਪਰਿਵਾਰਾਂ ਦੇ। ਔਰ ਤੀਜੀ ਗੱਲ, ਮੈਂ ਇੱਕ ਬੇਨਤੀ ਕਰਦੇ ਆ ਕਿ ਇਸ ਗੱਲ ਦਾ ਜਵਾਬ ਕਹਿਣਾ ਕਿ ਜੇ ਅੱਜ ਅਸੀਂ ਕਹਿ ਰਹੇ ਹਾਂ ਵੀ ਇਹ ਕਿਉਂ ਵਾਪਰਿਆ, ਕਿਸ ਦੀ ਨਲਾਇਕੀ ਹੈ, ਔਰ ਜੇ ਕੋਈ ਸਾਨੂੰ ਕਹੇ ਕਿ ਤੁਹਾਡੇ ਵੇਲੇ ਵਾਪਰਿਆ, ਮੇਰਾ ਖਿਆਲ ਹੈ ਕਿ ਉਹ ਜ਼ਹਿਰੀਲੇ ਪਾਣੀ ਦੀ ਜਿਹੜੀ ਕਹਾਣੀ ਹੈ ਉਹ ਇੱਕ ਵੱਖਰੀ ਸੀ, ਤੇ ਉਸ ਤੋਂ ਬਾਅਦ ਲੋਕਾਂ ਨੇ ਫਤਵਾ ਦਿੱਤਾ ਹੈ। ਫਤਵੇ ਦੇ ਦੌਰਾਨ ਜਦੋਂ ਫਤਵਾ ਇਹਨਾਂ ਨੂੰ ਦਿੱਤਾ ਹੈ, ਤੇ ਜੇ ਅੱਜ ਕੋਈ ਕਵੇ ਕਿ ਤੁਸੀਂ ਸਵਾਲ ਨਹੀਂ ਪੁੱਛ ਸਕਦੇ, ਤਾਂ ਮੇਰੀ ਇਹ ਬੇਨਤੀ ਹੈ ਕਿ 125 ਮੌਤਾਂ ਹੋ ਜਾਣ ਔਰ ਉਹਦੇ ਪਿੱਛੇ ਪਿਛਲੇ 6 ਮਹੀਨੇ ਦਾ ਅਸੀਂ ਰਿਕਾਰਡ ਪੇਸ਼ ਕਰ ਰਹੇ ਹੋਈਏ, ਭਾਵੇਂ ਲੁਧਿਆਣੇ ਜਾਲੀ ਫੈਕਟਰੀ ਫੜੀ ਗਈ, ਭਾਵੇਂ ਖੰਨੇ ਫੜੀ ਗਈ, ਭਾਵੇਂ ਰਾਜਪੁਰੇ ਫੜੀ ਗਈ, ਤਿੰਨੋਂ ਥਾਂ ਦੇ ਵਿੱਚ ਕਿਸੇ ਵੀ ਸਾਰੇ ਥਾਂ ਹੀ ਐਮਐਲਏ ਦਾ ਨਾਮ ਵਿੱਚ ਆਇਆ, ਔਰ ਕੋਈ ਵੀ ਬੰਦਾ ਜਿਹੜਾ ਜਾਂ ਪੋਲੀਟੀਕਲ ਬੰਦਾ ਜਿਹੜਾ ਇਹਨਾਂ ਨੇ ਢੰਗ ਦਾ ਫੜ ਕੇ ਅੰਦਰ ਨਹੀਂ ਦਿੱਤਾ। ਔਰ ਵੱਡੀ ਗੱਲ ਹੈ ਇਹਦੇ ਵਿੱਚ, ਜਿਹਦੀਆਂ 2 ਨੰਬਰ ਦੀਆਂ ਡਿਸਟਿਲਰੀਆਂ ਚੱਲ ਰਹੀਆਂ ਜਾਂ 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ, ਉਹ ਸਾਰੇ ਦੀ ਸਾਰਾ ਜਿਹੜਾ ਸਪਿਰਿਟ ਹੈ ਉਹ ਸਰਕਾਰੀ ਜਿਹੜਾ ਹੈਗਾ ਕੋਟੇ ਦੇ ਵਿੱਚੋਂ ਆਉਂਦਾ ਹੈ, ਪਰ 1-1 ਲੀਟਰ ਕਾਊਂਟੇਬਲ ਹੁੰਦਾ, ਕਿਹੜੀ ਕੁਆਂਟੀਟੀ ਦਾ, ਕਿਹੜੇ ਮਤਲਬ ਡਿਗਰੀ ਦਾ, ਉਹ ਉੱਥੋਂ ਨਿਕਲਦਾ ਹੈ। ਜੇ ਜਿਹੜੀਆਂ ਇਹ ਡਿਸਟਿਲਰੀਆਂ ਜਦੋਂ ਉੱਥੋਂ ਨਿਕਲ ਰਿਹਾ ਹੈ, ਤਾਂ ਅੱਜ ਤੱਕ ਸਰਕਾਰ ਨੇ ਪਿਛਲੇ 7-8 ਮਹੀਨੇ ਦਾ ਰੌਲਾ ਪੈ ਰਿਹਾ ਤੇ ਪੜਤਾਲ ਕਿਉਂ ਨਹੀਂ ਕੀਤੀ ਕਿ ਇਹ ਕਿਹੜੀ ਫੈਕਟਰੀ ਦੇ ਵਿੱਚੋਂ ਨਿਕਲ ਕੇ ਆਇਆ ਔਰ ਜਿਹੜੀ ਤੋਂ 2 ਨੰਬਰ ਦੀ ਸ਼ਰਾਬ ਜਿਹੜੀ ਹੈ ਉਹ ਵਿਕ ਰਹੀ ਹੈ। ਮੇਰਾ ਇੱਕੋ ਇੱਕ ਸਰਕਾਰ ਨੂੰ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਸਵਾਲ ਹੈ, ਅਸੀਂ ਉਸ ਦਿਨ ਦੇ ਰੌਲਾ ਪਾਈ ਜਾਂਦੇ ਹਾਂ ਕਿ ਜਿੱਥੇ 5600 ਕਰੋੜ ਦਾ ਰੈਵਨਿਊ ਦਾ ਨੁਕਸਾਨ ਹੋਇਆ, ਔਰ ਇਹ ਜਿਹੜੀ ਜਾਲੀ ਸ਼ਰਾਬ ਹੈ ਜਾਨਲੇਵਾ ਸਾਬਤ ਹੋਊਗੀ ਕਿਸੇ ਦਿਨ,
ਅਸੀਂ ਇਹ 6 ਮਹੀਨੇ ਪਹਿਲਾਂ ਦੇ ਖਦਸ਼ੇ ਜਿਹੜੇ ਆ ਉਹ ਪ੍ਰਗਟ ਕਰ ਰਹੇ ਹਾਂ ਤੇ ਅੱਜ ਤੁਹਾਡੇ ਸਾਹਮਣੇ ਆ ਜੋ ਕੁਝ ਵਾਪਰਿਆ। ਔਰ ਮੁੱਖ ਮੰਤਰੀ ਸਾਹਿਬ ਦਾ ਕੁਝ ਅਫਸਰਾਂ ਨੂੰ ਸਸਪੈਂਡ ਕਰਕੇ ਲਿਪਾ ਪੋਚੀ ਕਰਨਾ, ਮੈਂ ਸਮਝਦਾ ਕਿ ਇਕੱਲੀ ਲਿਪਾ ਪੋਚੀ ਤੋਂ ਇਲਾਵਾ ਕੋਈ ਗੱਲ ਨਹੀਂ ਹੈਗੀ। ਔਰ ਜਿਸ ਕਿਸਮ ਦੀ ਪ੍ਰੋਟੈਕਸ਼ਨ ਮੌਜੂਦਾ MLA ਮੌਜੂਦਾ ਕਾਂਗਰਸ ਦੇ ਮੰਤਰੀਆਂ ਤੱਕ ਨੇ ਦਿੱਤੀ ਹੋਈ ਹੈ ਇਸ ਕਿਸਮ ਦੇ 2 ਨੰਬਰ ਦੀ ਸ਼ਰਾਬ ਵੇਚਣ ਵਾਲਿਆਂ ਨੂੰ, ਮੈਂ ਸਮਝਦਾ ਕਿ ਇਹਦੇ ਨਾਲ ਜਿੱਥੇ ਰੈਵਨਿਊ ਦਾ ਨੁਕਸਾਨ ਹੈ ਉੱਥੇ 125 ਕਰੀਬ ਦੇ ਮੈਨੂੰ ਤਾਂ ਇਹ ਲੱਗਦਾ ਕਿ 200 ਹੀ ਮੌਤਾਂ ਹੋ ਗਈਆਂ ਹੁਣ ਸ਼ਾਇਦ, ਕਿਉਂਕਿ ਉੱਥੇ ਕੋਈ ਗਿਣਤੀ ਮਿੰਤੀ ਨਹੀਂ ਸਰਕਾਰ ਦੇ। ਕਿਸਾਨੀ ਦਾ ਨਾ ਕੋਈ ਹੱਲ ਹੋਵੇ ਤਾਂ ਚਰਚਾ ਤਾਂ ਬਣਦੀ ਹੈ। ਕਰੀਬ ਮੌਤਾਂ ਦੀ ਗੱਲ ਆਈ ਹੈ, ਬੰਦਾ ਇੱਕ ਵੀ ਮਰ ਜੇ ਤਾਂ ਉਹ ਪਰਿਵਾਰ ਜਿਹੜਾ ਮੁੜ ਕੇ ਸਮਝ ਲਓ ਠੀਕ ਥਾਂ ਤੇ ਥਾਵੇਂ ਸਿਰ ਨਹੀਂ ਆਉਂਦਾ। 125 ਬੰਦਾ ਮਰ ਜਾਣਾ ਤੇ ਉਹਦੀ ਕੋਈ ਖਾਸ FIR ਤੱਕ ਵੀ ਦਰਜ ਨਾ ਹੋਣਾ। ਅੱਜ ਸਾਡਾ ਯੂਥ ਵਿੰਗ ਗਿਆ ਉੱਥੇ ਪਰਿਵਾਰਾਂ ਨੂੰ ਨਾਲ ਲੈ ਕੇ, ਜਿਨ੍ਹਾਂ ਦੇ ਨਾਮ ਲਏ ਉਹਨਾਂ ਪਰਿਵਾਰਾਂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਵੀ ਨਹੀਂ। ਅੱਜ ਤੱਕ ਇੱਕ ਵੀ ਬੰਦੇ ਤੇ 302 ਦਾ ਪਰਚਾ ਦਰਜ ਜਿਹੜਾ ਉਹ ਨਹੀਂ ਹੋਇਆ। ਇਸ ਕਰਕੇ ਮੈਂ ਸਮਝਦਾ ਸਰਕਾਰ ਦੀ ਮਿਲੀ ਭੁਗਤ ਦਾ ਇਦੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈ। ਬਰਾੜ ਸਾਹਿਬ, ਇੱਕ ਸਵਾਲ ਇੱਥੇ ਹੋਰ ਬਣਦਾ ਕਿ ਜਿਸ ਤਰੀਕੇ ਦੇ ਹਾਲਾਤ ਹੈਗੇ ਨੇ, ਹਰੇਕ ਜਿਹੜਾ ਵਿਅਕਤੀ ਜਿਹੜਾ 30 ਰੁਪਏ ਦੀ ਜਾਂ 40 ਰੁਪਏ ਦੀ ਸ਼ਰਾਬ ਲੱਭਣ ਜਾਂਦਾ ਹੈ, ਵੱਖ-ਵੱਖ ਪਿੰਡਾਂ 'ਚ ਜਾਂਦਾ ਹੈ, ਉਹਦੇ ਪਰਿਵਾਰ ਵਾਸਤੇ 2 ਲੱਖ ਰੁਪਇਆ ਬਹੁਤ ਹੁੰਦਾ ਹੈ, ਕਿਉਂਕਿ ਜੋ ਵੀ ਗਿਆ ਉਹਨੇ ਸਾਰੀ ਉਮਰ ਸ਼ਾਇਦ ਉਹ 2 ਲੱਖ ਰੁਪਇਆ ਇਕੱਠਾ ਨਾ ਵੇਖਦਾ। ਪਰ ਮੈਂ ਕੀ ਤੁਹਾਡੇ ਕੋਲ ਸਮਝਦਾ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਦੋਂ ਹਰੇਕ ਦੀਆਂ ਖੁਆਇਸ਼ਾਂ ਜਿਹੜੀਆਂ ਨੇ ਇੰਨੀਆਂ ਉੱਚੀਆਂ ਹੈਗੀਆਂ ਨੇ, ਜਦੋਂ ਬੱਚਿਆਂ ਦਾ ਭਵਿੱਖ ਜਿਹੜਾ ਹੈ ਅੱਜ ਕਾਲੇ ਹਨੇਰੇ ਦੇ ਵਿੱਚ ਚਲ ਗਿਆ, ਚੜੀ ਜਵਾਨੀ ਦੇ ਵਿੱਚ ਔਰਤਾਂ ਜਿਹੜੀਆਂ ਨੇ ਵਿਧਵਾਵਾਂ ਹੋ ਗਈਆਂ ਨੇ, ਕਿ 2 ਲੱਖ ਰੁਪਇਆ ਦੇ ਕੇ ਆਪਾਂ ਕਹਿ ਸਕਦੇ ਕਿ ਆਪਾਂ ਇਨਸਾਫ ਕਰ ਦਿੱਤਾ ਉਹਨਾਂ ਪਰਿਵਾਰਾਂ ਦੇ ਨਾਲ? ਨਹੀਂ, ਸਭ ਤੋਂ ਪਹਿਲੀ ਗੱਲ ਤਾਂ ਕਿ 2 ਲੱਖ ਰੁਪਇਆ ਕੋਈ ਮੁਆਵਜ਼ਾ ਨਹੀਂ ਹੈ, ਬੰਦੇ ਦੀ ਕੋਈ ਕੀਮਤ ਨਹੀਂ ਹੈ ਕਿ ਬੰਦੇ ਦੀ 2 ਲੱਖ ਰੁਪਏ ਕੀਮਤ ਸਰਕਾਰ ਪਾ ਕੇ ਆਖੇ ਤੇ ਸ਼ਾਇਦ ਉਸ ਪਰਿਵਾਰ ਦੀ ਭਰਪਾਈ ਕਰ ਦਾਂਗੇ, ਨਹੀਂ ਪੋਸੀਬਲ ਹੈਗਾ। ਪਹਿਲੀ ਗੱਲ ਤਾਂ ਇਹ ਹੈ ਮੁਆਵਜ਼ਾ ਜਿਹੜਾ ਘੱਟੋ ਘੱਟ 25-30 ਲੱਖ ਹੋਣਾ ਚਾਹੀਦਾ। ਦੂਜੀ ਬੇਨਤੀ ਇਸ ਗੱਲ ਦੀ ਹੈਗੀ ਹੈ ਕਿ ਸਭ ਤੋਂ ਵੱਡਾ ਇਨਸਾਫ ਦੇਣ ਦੀ ਗੱਲ ਹੈ। ਅੱਜ ਇੱਕ ਵੀ ਬੰਦੇ ਤੇ ਪਰਿਵਾਰ ਵੱਲੋਂ ਕਿਸੇ ਵੱਲੋਂ ਬਿਆਨ ਲੈ ਕੇ FIR ਨਹੀਂ ਹੈ। ਜਿੰਨੇ ਲੋਕ ਮਰੇ, 120 ਮਰ ਗਏ, 25 ਮਰ ਗਏ, 27 ਮਰ ਗਏ, ਸਾਰਿਆਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੇ ਬਿਆਨ ਲੈ ਕੇ ਇੱਕ FIR ਸਭ ਦੀਆਂ ਵੱਖੋ ਵੱਖਰੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਦੋਸ਼ੀ ਲੋਕ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲ ਸਕੇ। ਤੇ ਜੇ ਕੋਈ ਗੋਲਮੋਲ ਜੀ ਅਣਪਛਾਤਿਆਂ ਦੇ ਉੱਤੇ ਇੱਕ FIR ਕੀਤੀ ਹੈ, ਉਹਦੇ 'ਚ ਤੁਸੀਂ 125 ਮੌਤਾਂ ਦਾ ਕੇਸ ਜਿਹੜਾ ਹੈਗਾ ਹੋਗੇ ਤਾਂ ਫਿਰ ਸਜ਼ਾ ਕਿਹਨੂੰ ਮਿਲਣੀ ਹੈ? ਇਸ ਕਰਕੇ ਸਰਕਾਰ ਦੀ ਬਦਨੀਤੀ ਹੈ ਜਿਹੜਾ ਸਿੱਧੇ ਤੌਰ ਤੇ ਕਾਰਵਾਈ ਜਿਨ੍ਹਾਂ ਦੇ ਖਿਲਾਫ ਕਰਨੀ ਬਣਦੀ ਹੈ। ਤਰਨਤਾਰਨ MLA ਦਾ ਨਾਂ ਆ ਰਿਹਾ, ਸਿੱਕੀ ਦਾ ਨਾਂ ਆ ਰਿਹਾ, ਇਸੇ ਤਰ੍ਹਾਂ ਜਿਹੜਾ ਪਹਿਲਾਂ ਰਾਜਪੁਰੇ ਤੇ ਘਨੌਰ ਦੇ MLA ਸੀ ਉਹਨਾਂ ਦਾ ਨਾਂ ਆ ਰਿਹਾ ਸੀ, ਖੰਨੇ ਦੇ MLA ਦਾ ਨਾਂ ਆ ਰਿਹਾ ਸੀ, ਲੁਧਿਆਣੇ 'ਚ ਆ ਰਿਹਾ ਸੀ। ਅੱਜ ਤੱਕ ਕਿਸੇ ਵੀ ਬੰਦੇ ਦੇ ਉੱਤੇ ਇਹਨਾਂ ਨੇ ਪਰਚਾ ਦਰਜ ਨਹੀਂ ਕੀਤਾ, ਜਿਹਦੇ ਕਰਕੇ ਅੱਜ ਨਤੀਜੇ ਭੁਗਤਣੇ ਪੈ ਰਹੇ ਆ। ਇਹ ਬਿਲਕੁਲ ਆਪਣੇ ਆਪ 'ਚ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ। ਮੈਂ ਜ਼ਰੂਰ ਇੱਥੇ ਇੱਕ ਚੀਜ਼ ਸਮਝਣਾ ਚਾਹੁੰਦਾ ਕਿ ਠੀਕ ਹੈ, ਜੇ ਪਿਛੋਕੜ ਦੇ ਵਿੱਚ ਗਲਤੀਆਂ ਹੋਈਆਂ ਨੇ ਕੀ ਉਹਦੇ ਵਿੱਚ ਵੀ ਕਿਸੇ ਨੂੰ ਸਜ਼ਾਵਾਂ ਮਿਲੀਆਂ ਨੇ? ਜੇ ਨਹੀਂ ਮਿਲੀਆਂ ਤਾਂ ਕੀ ਆਪਾਂ ਐਗਜ਼ਾਮਪਲ ਪੇਸ਼ ਕਰਨਾ ਚਾਹੁੰਦੇ ਹਾਂ ਕਿ ਜੇ ਪਿਛਲੇ ਸਮੇਂ ਦੇ ਵਿੱਚ ਕਿਸੇ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਤੇ ਅਸੀਂ ਵੀ ਨਹੀਂ ਦੇਣੀਆਂ? ਜੇ ਆਫੀਸਰ ਜਿਹੜਾ ਕੋਈ ਵੀ ਸਸਪੈਂਡ ਹੋਇਆ, ਜਿਹੜਾ ਰੂਟੀਨ 'ਚ ਸਸਪੈਂਡ ਕੀਤੇ ਜਾਂਦੇ ਨੇ, 2-2 ਮਹੀਨੇ ਬਾਅਦ, 3-3 ਮਹੀਨੇ ਬਾਅਦ ਆਪਣੀਆਂ ਜੋਬਾਂ ਦੇ ਉੱਤੇ ਵਾਪਸ ਚਲੇ ਜਾਣਗੇ, ਉਸੇ ਤਰੀਕੇ ਨਾਲ ਫਾਈਲਾਂ ਨੂੰ ਜਿਹੜਾ ਉਹ ਦੱਬ ਕੇ ਬੈਠੇ ਰਹਿਣਗੇ, ਇਨਫੋਰਮੇਸ਼ਨ ਨੂੰ ਦੱਬ ਕੇ ਬੈਠੇ ਰਹਿਣਗੇ। ਪਰ ਇਹ ਜਿਹੜੇ ਕਤਲ ਨੇ, ਜਿਹੜੇ 104 ਤੋਂ ਵੱਧ ਕਤਲ ਨੇ, ਇਹ ਕਤਲਾਂ ਦੀ ਜਿਹੜੀ ਹੈ ਇਹ ਕਾਰਵਾਈ ਕਿੱਥੇ ਹੋਵੇਗੀ? ਅਲਟੀਮੇਟਲੀ ਤਾਂ ਕਿਸੇ ਨੂੰ ਤਾਂ ਰਿਸਪੌਂਸਿਬਲ ਬਣਾਉਣਾ ਪੈਣਾ ਹੈ ਨਾ। ਪਰ ਇਹ ਜਿਹੜੀਆਂ ਹੁਣ ਤੱਕ ਜਿਸ ਤਰੀਕੇ ਦੀ ਪੰਜਾਬ ਦੀ ਸਿਆਸਤ ਹੈਗੀ ਹੈ, ਇੱਕ ਦੂਜੇ ਤੇ ਸਿਰਫ ਬਲੇਮ ਗੇਮ ਖੇਡੀ ਜਾਣੀ, ਇਹ ਆਪਣੇ ਆਪ 'ਚ ਕਾਫੀ ਜਿਹੜੀ ਉਹ ਖਤਰਨਾਕ ਹੈਗੀ ਹੈ। ਮੈਂ ਕੁਲਵੰਤ ਸਿੰਘ ਜੀ ਤੁਹਾਡੇ ਕੋਲ ਇੱਕ ਸਵਾਲ ਕਰਦਾ, ਜਿਸ ਤਰੀਕੇ ਨਾਲ ਸਰਦਾਰ ਬਰਾੜ ਹੋਣਾ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਨੂੰ ਅਲਟੀਮੇਟਲੀ ਜਿਹੜਾ ਸਰਕਾਰ ਨੂੰ ਕਿਤੇ ਤੇ ਜਵਾਬਦੇਹੀ ਜਿਹੜੀ ਆਪਣੀ ਬਣਾਉਣੀ ਚਾਹੀਦੀ ਹੈ ਨਾ ਕਿ ਅਸੀਂ ਇਹ ਚੀਜ਼ ਕਰ ਰਹੇ ਹਾਂ, ਅਸੀਂ ਇਸ ਤਰੀਕੇ ਨਾਲ ਜਿਹੜਾ ਕਾਰਵਾਈ ਕਰਾਂਗੇ, ਅਸੀਂ ਜਿਹੜਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ, ਜਿਹੜੇ ਆਫੀਸਰ ਗਿਲਟੀ ਹੋਣਗੇ ਉਹਨਾਂ ਦੇ ਉੱਤੇ FIR ਦਰਜ ਕੀਤੀ ਜਾਵੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਅਲਟੀਮੇਟਲੀ ਉਹ ਰਿਸਪੌਂਸਿਬਲ ਹੈਗਾ। ਮਨੀਸ਼ ਜੀ, ਪਹਿਲਾਂ ਤਾਂ ਮੈਂ ਜਿਹੜਾ ਬਰਾੜ ਸਾਹਿਬ ਨੇ ਕੰਸਰਨ ਦਿਖਾਇਆ ਉਹਦੇ ਲਈ ਮੈਂ ਸਮਝਦਾ ਕਿ ਉਹ ਕੰਸਰਨ ਉਹਨਾਂ ਦਾ ਠੀਕ ਹੈ, ਪਰ ਮੈਂ ਇਹਨਾਂ ਤੋਂ ਇੱਕ ਸਵਾਲ ਪੁੱਛਣਾ ਚਾਹਣਾ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ 18 ਲੋਕ ਮਰਦੇ ਆ, ਅਕਾਲੀ ਦਲ ਵੱਲੋਂ 5-5 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਉੱਥੇ ਅਨਾਉਂਸ ਕੀਤਾ ਗਿਆ ਸੀ ਤੇ ਕੱਲ ਰਣੀਕੇ ਸਾਹਿਬ ਉੱਥੇ ਗਏ ਨੇ ਪੀੜਤਾਂ ਦੀ ਖਬਰ ਲੈਣ ਵਾਸਤੇ ਤੇ ਲੋਕਾਂ ਨੇ, ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਅੱਜ ਤੱਕ ਜਿਹੜਾ ਮੁਆਵਜ਼ਾ ਮਿਲਿਆ ਕਿਉਂ ਨਹੀਂ ਲੋਕਾਂ ਨੂੰ। ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਉਦੋਂ
ਅਗਰ ਕਾਂਗਰਸ ਹੁਣ ਵਿਰੋਧੀ ਧਿਰ ਦੇ ਵਿੱਚ ਹੁੰਦੀ ਤੇ ਉਹ ਵੀ ਬਹੁਤ ਵੱਡੇ ਇਲਜ਼ਾਮ ਲਾਉਂਦੀ। ਜਦੋਂ ਲੋਕ ਮਰ ਜਾਂਦੇ ਆ, ਲੋਕਾਂ ਦੇ ਦੇਖੋ 2-2 ਲੱਖ ਰੁਪਈਆ ਅਨਾਉਂਸ ਹੋ ਗਿਆ, ਪਤਾ ਨਹੀਂ ਮਿਲਣਾ ਵੀ ਕਿ ਨਹੀਂ ਮਿਲਣਾ ਉਹਨਾਂ ਲੋਕਾਂ ਨੂੰ। ਜਿਹਦੇ ਘਰ ਦਾ ਚਿਰਾਗ ਬੁਝ ਗਿਆ, ਨੌਜਵਾਨ ਮੁੰਡੇ ਮਾਰੇ ਗਏ, ਉਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਹੋਏਗਾ? ਇੱਕ ਤਾਂ ਕਰੋਨਾ ਕਰਕੇ ਅੱਗੇ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਵਿੱਚੋਂ ਲੋਕ ਗੁਜ਼ਰ ਰਹੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਗੁਜ਼ਾਰਾ ਕਰਨਗੇ? ਮੈਂ ਬਰਾੜ ਸਾਹਿਬ ਤੋਂ ਇਹ ਜਵਾਬ ਲੈਣਾ ਚਾਹੁੰਦਾ ਆ ਕਿ ਉਹ ਜਿਹੜਾ 5-5 ਲੱਖ ਰੁਪਈਆ ਮੁਆਵਜ਼ਾ ਅਕਾਲੀ ਦਲ ਨੇ ਹੁਣ ਤੱਕ ਦਿੱਤਾ ਕਿਉਂ ਨਹੀਂ? ਮੈਂ ਨਾ ਜੀ ਇੱਕ ਜ਼ਰੂਰ ਬੇਨਤੀ ਅਗਰ ਇਸ ਕਰਾਂ, ਸਵਾਲ ਦਾ ਤੁਸੀਂ ਜੀ ਮੈਂ ਇੱਕ ਬੇਨਤੀ ਕਰਾਂ। ਬਦਕਿਸਮਤੀ ਸਾਡੀ ਇਹ ਹੋਈ ਪਈ ਹੈ ਕਿ 3.5 ਸਾਲ ਦੀ ਸਰਕਾਰ ਹੋ ਗਈ ਹੈ ਤੇ ਸਵਾਲ ਪਿਛਲੀ ਸਰਕਾਰ ਨੂੰ ਪੁੱਛੇ ਜਾਂਦੇ ਆ, ਮੌਜੂਦਾ ਸਰਕਾਰ ਨੂੰ ਕੋਈ ਨਹੀਂ ਪੁੱਛਦਾ। ਅੱਜ ਦੇ ਮੈਂ ਪੰਜਾਬ ਦੇ ਸਾਰੇ ਪੱਤਰਕਾਰਾਂ ਦੀ ਵੀ ਮੈਂ ਇਹੀ ਹਾਲਾਤ ਵੇਖਦਾ, ਸਾਰੀਆਂ ਪਾਰਟੀਆਂ ਦੀ ਵੀ ਇਹੀ ਹਾਲਾਤ ਦੇਖਦਾ। ਮੈਂ ਸਮਝਦਾ ਕਿ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ ਵੀ ਨਹੀਂ ਦਿੱਤੇ। ਜੇ ਨਹੀਂ ਦਿੱਤੇ ਗਏ ਜਾਂ ਹੋਰ ਕੋਈ ਕਮੀਆਂ ਪੇਸ਼ੀਆਂ ਦਾ ਲੋਕਾਂ ਨੇ ਫੈਸਲਾ ਕਰਤਾ ਹੈ ਔਰ ਸਰਕਾਰਾਂ ਬਦਲ ਜਾਂਦੀਆਂ, ਪਿਛਲੀ ਸਰਕਾਰ ਦੇ ਫੈਸਲੇ ਅਗਲੀਆਂ ਸਰਕਾਰਾਂ ਵੀ ਜਿਹੜੀਆਂ ਹੈਗੀਆਂ ਉਹ ਲਾਗੂ ਕਰਦੀਆਂ। ਔਰ ਤੁਹਾਡੇ ਵਰਗੇ ਸਿਆਣੇ ਪੱਤਰਕਾਰ ਅੱਜ 125 ਮੌਤ ਦਾ ਹਿਸਾਬ ਪੁੱਛਣ ਦੀ ਬਜਾਏ ਸਾਡੇ ਵਾਲੇ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ ਉਹਦਾ ਹਿਸਾਬ ਮੰਗ ਰਹੇ ਆ। ਇਹੀ ਸਾਡੇ ਪੰਜਾਬ ਦੀ ਬਦਕਿਸਮਤੀ ਹੈ। ਮੈਂ ਇੱਕ ਗੱਲ ਕਹਾਂ, ਜਦੋਂ ਲੋਕਾਂ ਨੇ ਫਤਵਾ ਦਿੱਤਾ, ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਨਾ ਜੀ, ਬੇਨਤੀ ਸੁਣ ਲਓ। ਮੈਂ ਪਹਿਲਾਂ ਵੀ ਜਿਹੜੀਆਂ ਤੁਸੀਂ ਸਤਰਾਂ ਬੋਲ ਰਹੇ ਸੀ ਮੈਂ ਪੂਰੀਆਂ ਸੁਣ ਨਹੀਂ ਸਕਿਆ, ਉਦੋਂ ਵੀ ਤੁਸੀਂ ਪਿਛਲੇ ਸਮੇਂ ਤੇ ਜ਼ਿਆਦਾਤਰ ਜਿਹੜਾ ਹੈਗਾ ਸਵਾਲ ਜਵਾਬ ਕੀਤੇ, ਅੱਜ ਦੀ ਸਰਕਾਰ ਤੇ ਘੱਟ ਕੀਤੇ। ਮੈਂ ਕਹਿੰਦਾ ਲੋਕਾਂ ਨੇ ਸਾਡੇ ਕੰਮ ਕੀਤੇ, ਚੰਗੇ ਕੀਤੇ, ਮਾੜੇ ਕੀਤੇ। ਇੰਡੀਪੈਂਡੈਂਟ ਪੱਤਰਕਾਰ ਦਾ ਕੰਮ ਹੁੰਦਾ ਮੌਜੂਦਾ ਹਾਲਾਤਾਂ ਦੀ ਗੱਲ ਕਰਨੀ। ਤੁਸੀਂ ਪਿਛਲੇ 10 ਸਾਲਾਂ ਦੀ ਗੱਲ ਕਰਦੇ ਹੋ। ਜੇ ਲੋਕਾਂ ਨੇ ਜਿਹੜੀ ਫਤਵਾ ਦੇਣਾ ਸੀ ਦੇਤਾ, ਇਹਦਾ ਮਤਲਬ ਸਾਡੇ 'ਚ ਕਮੀਆਂ ਸੀ ਨਹੀਂ ਸੀ। ਸਾਰਿਆਂ ਨੇ ਜਿਨ੍ਹਾਂ ਨੇ ਜਿਹੜੀ ਗੱਲ ਬੋਲੀ ਜਾਂ ਜਿਹੜੀ ਕੋਈ ਕਮੀ ਪੇਸ਼ੀ ਵੇਖ ਕੇ ਜਾਂ ਕੁਝ ਵੀ ਕਰਕੇ ਫੈਸਲਾ ਦਿੱਤਾ। ਅੱਜ 125 ਮੌਤ ਦਾ ਹਿਸਾਬ ਮੰਗਣ ਦੀ ਲੋੜ ਹੈ ਔਰ ਇਹ ਜਾਲੀ ਸ਼ਰਾਬ ਕਰਕੇ ਹੈ। ਉਹ ਤੇ ਸ਼ਾਇਦ ਪਾਣੀ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਕਸ ਹੋਈ ਸੀ, ਉਹ ਇੱਕ ਵੱਖਰਾ ਮੁੱਦਾ ਸੀ। ਇਹ ਤਾਂ ਪੈਸੇ ਬਟੋਰਨ ਦੇ ਲਈ ਜਾਲੀ ਸ਼ਰਾਬ ਵਿਕ ਰਹੀ ਹੈ, ਜਿਹਦੇ ਪਿੱਛੇ ਅਸੀਂ ਪਿਛਲੇ 6 ਮਹੀਨੇ ਦਾ ਰੌਲਾ ਪਾ ਰਹੇ ਹਾਂ। ਇੱਕ ਮਿੰਟ ਮੌਕਾ ਦਿਓਗੇ ਤਾਂ ਮੈਂ ਤੁਹਾਨੂੰ ਦੱਸਣਾ ਇੱਕ ਚੀਜ਼ ਇਹਦੇ ਵਿੱਚ ਐਡ ਕਰਦਾ। ਕੁਲਵੰਤ ਸਿੰਘ ਜੀ ਮੈਂ ਇੱਕ ਚੀਜ਼ ਇੱਥੇ ਐਡ ਕਰਦਾ। ਪਿੰਡ ਮੁੱਛਲ ਦੀ ਇੱਕ ਬੀਬੀ ਹੈਗੀ ਹੈ ਜਿਹੜੀ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਹੈਗੀ ਹੈ। ਕੱਲ ਉਹਨੇ ਮੀਡੀਆ ਦੇ ਸਾਹਮਣੇ ਠੋਕ ਕੇ ਜਵਾਬ ਦਿੱਤਾ। ਉਹਨੇ ਕਿਹਾ ਕਿ ਮੈਂ 15 ਸਾਲਾਂ ਤੋਂ ਇਹ ਕਾਰੋਬਾਰ ਕਰਦੀ ਪਈ ਹਾਂ। ਕਹਿਣ ਤੋਂ ਭਾਵ ਹੈ ਕਿ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਕਾਰਵਾਈ ਨਹੀਂ ਹੁੰਦੀ, ਅੰਦਰੋਂ ਹੱਟੀ ਸੱਟੀ ਜਿਹੜੀ ਹੈ ਉਹ ਚੱਲਦੀ ਹੈ। ਉਹਨਾਂ ਦੀ ਕਿਸਮਤ ਚੰਗੀ ਸੀ, ਉਹਨਾਂ ਦੇ ਸਮੇਂ ਦੇ ਵਿੱਚ 18 ਲੋਕ ਮਰੇ ਸੀ। ਕਾਂਗਰਸੀਆਂ ਦੀ ਜਿਹੜੀ ਕਿਸਮਤ ਜਿਹੜੀ ਉਹ ਇਸ ਵੇਲੇ ਮਾੜੀ ਹੈ ਕਿ ਇਹਨਾਂ ਦੇ ਸਮੇਂ ਦੇ ਵਿੱਚ 104 ਜਿਹੜੇ ਨੇ ਉਹ ਮਰ ਚੁੱਕੇ ਹੋਏ। ਇਹਨੂੰ ਅਸੀਂ ਕਿਸਮਤ ਮਾੜੀ ਨਹੀਂ, ਕਿਸਮਤ ਮਾੜੀ ਇਸ ਸਰਕਾਰਾਂ ਦੇ ਕੁਲਵੰਤ ਸਿੰਘ ਜੀ ਇੱਕ ਮਿੰਟ, ਸਰਕਾਰਾਂ ਦੇ ਕੰਮ ਜਿਹੜੇ ਨੇ ਸਰਕਾਰ ਨੇ ਉਸ ਵੇਲੇ ਵੀ ਕੋਈ ਸਖਤ ਪਾਬੰਦੀ ਨਹੀਂ ਸੀ ਕੀਤੀ, ਅੱਜ ਵਾਲਿਆਂ ਨੇ ਵੀ ਨਹੀਂ ਕੀਤੀ ਤੇ ਅੱਜ ਵਾਲਿਆਂ ਤੇ ਜਿਹੜੇ ਹਾਲਾਤ ਨੇ ਇਹਨਾਂ ਕਰਨੀ ਵੀ ਨਹੀਂ ਆ। ਹਾਲਾਤ ਇਹ ਹੈ ਕਿ ਇਹ ਚੀਜ਼ਾਂ ਉਦੋਂ ਰੁਕ ਸਕਦੀਆਂ ਨੇ ਜਦੋਂ ਲੋਕ ਜ਼ਿੰਮੇਵਾਰੀ ਆਪਣੀ ਸਮਝਣ ਅਤੇ ਜ਼ਿੰਮੇਵਾਰੀ ਸਮਝਣ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨ। ਜਦੋਂ ਇਹ ਪਤਾ ਹੋਵੇ ਕਿ ਸਰਕਾਰੀ ਖਜ਼ਾਨੇ ਚੋਂ ਦੇਣੇ ਨੇ, ਜਦੋਂ ਪਤਾ ਹੋਵੇ ਕਿ ਮੇਰੀ ਆਪਣੀ ਜੇਬ ਚੋਂ ਦੇਣੇ ਪੈਣੇ ਨੇ, ਜਦੋਂ ਅਫਸਰ ਨੂੰ ਪਤਾ ਹੋਵੇ ਕਿ ਮੇਰੀ ਰਿਟਾਇਰਮੈਂਟ ਦੇ ਪੈਸੇ ਦੇ ਵਿੱਚੋਂ ਖੋ ਕੇ ਇਹਨਾਂ ਨੇ ਲੋਕਾਂ ਦੇ ਮੁਆਵਜ਼ੇ ਪੂਰੇ ਕਰਨੇ ਨੇ, ਤਾਂ ਆਪਣੇ ਆਪ ਇਹ ਕਾਰਵਾਈਆਂ ਜਿਹੜੀਆਂ ਹੋਣਗੀਆਂ ਇੰਪਲੀਮੈਂਟ ਹੋਣਗੀਆਂ। ਜਿਹੜੇ ਅਫਸਰ ਜਿਹੜੇ ਦੋਸ਼ੀ ਮੰਨੇ ਗਏ ਨੇ ਉਹਨਾਂ ਦੀਆਂ ਰਿਟਾਇਰਮੈਂਟਾਂ ਦੇ ਵਿੱਚ ਕਿਹਾ ਜਾਵੇ ਕਿ ਜਦੋਂ ਤੁਸੀਂ ਰਿਟਾਇਰ ਹੋ ਗਏ ਤੁਹਾਡੀ ਰਿਟਾਇਰਮੈਂਟ ਦੇ ਵਿੱਚੋਂ ਪੈਸੇ ਵਸੂਲੇ ਜਾਣਗੇ, ਤੁਹਾਡੀ ਤਨਖਾਹਾਂ ਦੇ ਵਿੱਚੋਂ ਪੈਸੇ ਵਸੂਲੇ ਜਾਣਗੇ ਕਿਉਂਕਿ ਤੁਹਾਡੀ ਲਾਪਰਵਾਹੀ ਦੇ ਵਿੱਚ ਹੋਇਆ। ਇਹ ਚੀਜ਼ ਮੈਂ ਕਹਿਣ ਹੀ ਵਾਲਾ ਸੀ ਜਿਹੜੀ ਤੁਸੀਂ ਕਹਿ ਦਿੱਤੀ ਹੈ। ਜਿਹੜੇ ਲੋਕ ਉੱਥੋਂ ਦੇ ਜਿਹੜੇ ਮੰਤਰੀ ਆ, ਜਿਹੜੇ ਐਮਐਲਏ ਆ, ਉਹਨਾਂ ਨੂੰ ਇਹ ਚੀਜ਼ ਦਾ ਜੁਰਮਾਨਾ ਲਾਉਣਾ ਚਾਹੀਦਾ ਆ। ਉਹ ਹਰਜਾਨਾ ਭਰਨ। ਇਹ ਚਾਹੀਦਾ ਕਿ ਜਿਹੜੇ ਉੱਥੇ ਅਫਸਰ ਹੈ, ਜਿਹੜੇ ਲੋਕ ਜ਼ਿੰਮੇਵਾਰ ਹੈ, ਜਿੰਨੇ ਵੀ ਲੋਕ ਜ਼ਿੰਮੇਵਾਰ ਆ, ਉਹ ਇਸ ਚੀਜ਼ ਦਾ ਹਰਜਾਨਾ ਭਰਨ। ਉਹਨਾਂ ਨੂੰ ਇਹ ਚੀਜ਼ ਜਿਹੜੇ ਘੱਟੋ ਘੱਟ ਜਿਵੇਂ ਬਰਾੜ ਸਾਹਿਬ ਨੇ ਕਿਹਾ ਵੀ 25-30 ਲੱਖ ਰੁਪਏ ਦਾ ਮੁਆਵਜ਼ਾ ਇੱਕ ਪਰਿਵਾਰ ਨੂੰ ਦੇਣਾ ਚਾਹੀਦਾ। ਦੂਜੀ ਬਰਾੜ ਸਾਹਿਬ ਨੂੰ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਆ ਮੈਂ ਇਹ ਗੱਲ ਕਹੀ ਆ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਸਵਾਲ ਪੁੱਛਣ ਦਾ ਹੱਕ ਹੈ। ਔਰ ਅੱਜ ਤੁਸੀਂ ਜਿਹੜੀ ਹੁਣੇ ਗੱਲ ਕੀਤੀ ਸੀ ਕਿ ਉਹਨਾਂ ਦੀ ਕਿਸਮਤ ਘੱਟ ਮਾੜੀ ਸੀ ਤੇ ਇਹਨਾਂ ਦੀ ਜ਼ਿਆਦਾ ਮਾੜੀ ਆ। ਕਿਸਮਤ ਨਹੀਂ, ਉਹ ਘੱਟ ਨਲਾਇਕ ਸੀ ਤੇ ਇਹ ਜ਼ਿਆਦਾ ਨਲਾਇਕ ਨੇ। ਬਰਾੜ ਸਾਹਿਬ ਮੈਂ ਗਲਤ ਬੋਲ ਰਿਹਾ, ਸ਼ਬਦ ਮਾਫੀ ਚਾਹਣਾ ਇਸ ਗੱਲ ਦੀ, ਕਿਉਂਕਿ ਨਲਾਇਕੀ ਤਾਂ ਆ ਜਿਹੜੀ ਇਹ ਧੰਦਾ ਹੁੰਦਾ ਆ, ਇਹ ਬਿਨਾਂ ਮਿਲੀ ਭੁਗਤ ਤੋਂ ਨਹੀਂ ਹੁੰਦਾ।
ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਸਰਕਾਰ ਦੇ ਅਫਸਰ ਨੇ, ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਬੰਦਾ ਚੱਲ ਨਹੀਂ ਸਕਦਾ। ਬਰਾੜ ਸਾਹਿਬ ਇੱਕ ਆਪਾਂ ਬਰਾੜ ਸਾਹਿਬ ਦਾ ਜਵਾਬ ਜਿਹੜਾ ਲੈ ਲਈਏ। ਬਰਾੜ ਸਾਹਿਬ ਜੀ ਮੈਂ ਇੱਕ ਬੇਨਤੀ ਕਰਾਂ ਕਿ ਸਾਡੇ ਵੇਲੇ ਤਾਂ ਹੋ ਸਕਦਾ ਹੈ ਅਚਨਚੇਤ ਇਹ ਉਹ ਜਿਹੜਾ ਹਾਦਸਾ ਉਸ ਵੇਲੇ ਵਾਪਰਿਆ। ਅੱਜ ਦੀ ਸਥਿਤੀ ਉਦੋਂ ਬਿਲਕੁਲ 180 ਡਿਗਰੀ ਤੇ ਉਲਟ ਹੈ ਕਿ ਪਿਛਲੇ 6 ਮਹੀਨੇ ਦਾ ਸਾਰਾ ਮੀਡੀਆ ਵੀ ਰੌਲਾ ਪਾ ਰਿਹਾ, ਪਿਛਲੇ 6 ਮਹੀਨੇ ਤੋਂ ਸਾਰੀਆਂ ਵਿਰੋਧੀ ਧਿਰਾਂ ਵੀ ਰੌਲਾ ਪਾ ਰਹੀਆਂ, ਤੇ ਫਿਰ ਵੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਕਲੀਨ ਚਿੱਟ ਆ ਉਹ ਸਭ ਨੂੰ ਦਿੱਤੀ ਜਾਂਦੀ ਸੀ। ਕੈਬਨਿਟ ਦੇ ਵਿੱਚ ਰੌਲਾ ਪਵੇ ਕਿ ਸਾਰੇ ਦੇ ਸਾਰੇ ਐਮਐਲਏ ਤੇ ਤੁਹਾਡੇ ਲੀਡਰ ਜਿਹੜੇ ਆ ਉਹ ਜਾਲੀ ਸ਼ਰਾਬ ਵੇਚ ਰਹੇ ਆ, ਤੇ ਮੌਕੇ ਦਾ ਚੀਫ ਸੈਕਟਰੀ ਕਵੇ, ਉਲਟਾ ਨੂੰ ਮਾਫੀ ਮੰਗਣੀ ਪਵੇ ਔਰ ਆਪਦੇ ਅਹੁਦੇ ਤੋਂ ਜਿਹੜਾ ਹੈਗਾ ਉਹ ਹੱਥ ਧੋਣੇ ਪੈਣ। ਅਸੀਂ ਰੌਲਾ ਪਾ ਰਹੇ ਸੀ, ਇਸੇ ਗੱਲ ਦਾ ਪਾ ਰਹੇ ਸੀ ਵੀ ਇਹ ਇਕੱਲੇ ਪੈਸੇ ਵਟਣ ਦੀ ਗੱਲ ਨਹੀਂ ਹੈ, ਇਹ ਤੁਸੀਂ ਕਿਤੇ ਨਾ ਕਿਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹੋ, ਤੇ ਉਹ ਅੱਜ ਸਾਰਾ ਕੁਝ ਸਾਹਮਣੇ ਆ ਕੇ ਵਾਪਰ ਗਿਆ। ਔਰ ਮੈਂ ਇੱਕ ਗੱਲ ਦੀ ਬੇਨਤੀ ਕਰਾਂ ਕਿ ਸਰਕਾਰ ਤੇ ਸਰਕਾਰੀ ਨੁਮਾਇੰਦਿਆਂ ਦੀ, ਅਫਸਰਾਂ ਨੂੰ ਗੱਲ ਪਾਸੇ ਛੱਡ ਦਿਓ, ਅਫਸਰ ਤੇ ਸਭ ਤੋਂ ਵੱਡੇ ਮੈਂ ਕਹਿੰਦਾ ਗੁਨਾਹਗਾਰ ਹੈ ਹੀ ਹੈ ਨੇ, ਭਾਵੇਂ ਕਿਸੇ ਵੀ ਸਰਕਾਰ ਦੇ ਹੋਣ। ਪਰ ਜਦੋਂ 6-6 ਮਹੀਨੇ ਮੁੱਖ ਮੰਤਰੀ ਜਾਂ ਕੋਈ ਮੰਤਰੀ ਸੁਣ ਲਈ ਤਿਆਰ ਨਾ ਹੋਵੇ, ਨਾ ਵਿਰੋਧੀ ਧਿਰ ਦੀ, ਨਾ ਮੀਡੀਆ ਦੀ, ਨਾ ਆਪਦੇ ਐਮਐਲਏ ਦੀ, ਨਾ ਕਿਸੇ ਹੋਰ ਦੀ, ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹਾਲਾਤ ਆ। ਅੱਜ ਜ਼ਿਆਦਾ ਹਾਲਾਤ ਤਾਂ ਵਿਗੜੇ ਨੇ ਕਿ ਜਦੋਂ ਵਿਰੋਧੀ ਧਿਰ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ, ਮੀਡੀਆ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ। ਬਰਾੜ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਕੋਲ ਇੱਥੇ ਹੋਰ ਪੁੱਛਦਾ। ਤੁਸੀਂ ਜਦੋਂ ਦਾ ਇਹ ਕੋਰੋਨਾ ਮਹਾਮਾਰੀ ਜਿਹੜੀ ਸ਼ੁਰੂ ਹੋਈ ਹੈ, ਤੁਹਾਡੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਕਿ ਕੇਂਦਰ ਸਰਕਾਰ ਨੇ ਬਹੁਤ ਜ਼ਿਆਦਾ ਜਿਹੜੀ ਸਪੋਰਟ ਹੈ ਪੰਜਾਬ ਨੂੰ ਕੀਤੀ ਹੈ, ਪੈਸੇ ਦਿੱਤੇ ਨੇ, ਹਸਪਤਾਲਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਠੀਕ ਹੋਣਾ ਚਾਹੀਦਾ। ਪਰ ਮੈਂ ਜ਼ਰੂਰ ਹੁਣ ਇੱਥੇ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਕੋਰੋਨਾ ਦੇ ਨਾਲ ਲੋਕ ਜਿਹੜੇ ਮਰ ਰਹੇ ਨੇ, ਦੂਸਰੇ ਪਾਸੇ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕ ਮਰ ਗਏ। ਸਾਡੇ ਕੋ ਅੱਜ ਤੱਕ ਆਜ਼ਾਦੀ ਤੇ 74 ਵਰਿਆਂ ਤੱਕ ਵੀ ਜਿਹੜਾ ਹੈਗਾ ਪਿੰਡ ਦੇ ਲੋਕਾਂ ਨੇ ਆਪਣੇ ਵੱਲੋਂ ਮੜੀਆਂ ਦਰੁਸਤ ਕਰ ਲੀਆਂ, ਉਹਦੇ ਵਿੱਚ ਪੱਖੇ ਲਵਾ ਲਏ, ਉਹਦੇ ਵਿੱਚ ਸਭ ਕੁਝ ਕਰ ਲਿਆ, ਉਹਨਾਂ ਨੇ ਉੱਥੇ ਵੱਡੀਆਂ ਵੱਡੀਆਂ ਮੋਟਰਾਂ ਲਵਾ ਲੀਆਂ, ਉਹਨਾਂ ਨੇ ਕਈ ਜਗ੍ਹਾ ਤੇ ਪੱਥਰ ਵੀ ਲਵਾਤੇ, ਸਭ ਕੁਝ ਠੀਕ ਹੋ ਗਿਆ। ਸਰਕਾਰੀ ਖਜ਼ਾਨੇ ਦੇ ਵਿੱਚੋਂ ਜਾਂ ਸਰਕਾਰੀ ਹਾਲਾਤਾਂ ਦੇ ਵਿੱਚੋਂ ਕੀ ਅੱਜ ਤੱਕ ਮੋਰਚਰੀ ਤੱਕ ਨਹੀਂ ਸਹੀ ਤਰੀਕੇ ਨਾਲ ਬਣ ਸਕੀ ਕਿ ਜੇ ਇੱਕ ਤੋਂ ਵੱਧ ਲਾਸ਼ ਆ ਗਈ ਹੈ ਤਾਂ ਸਾਨੂੰ ਬਰਫ਼ ਦੀਆਂ ਸਿੱਲੀਆਂ ਜਿਹੜੀਆਂ ਨੇ ਉਹ ਬਰਫ਼ ਦੇ ਕਾਰਖਾਨਿਆਂ ਤੋਂ ਮੰਗਾਉਣੀਆਂ ਪੈਂਦੀਆਂ ਨੇ, ਉਹ ਵੀ ਜੇ ਪਰਿਵਾਰ ਦੇ ਕੋਲ ਪੈਸੇ ਹੈਗੇ ਨੇ ਤਾਂ ਮਿਲ ਜਾਣਗੀਆਂ, ਨਹੀਂ ਤਾਂ ਲਾਸ਼ਾਂ ਬੋ ਮਾਰਨਗੀਆਂ। ਮਹਾਲੀ ਵਰਗੇ ਜਿਹੜੇ ਮੋਰਚਰੀ ਹੈਗੇ ਨੇ ਉੱਥੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿਹੜੇ ਨੇ ਲਾਸ਼ਾਂ ਦੇ ਕੰਨ ਤੇ ਬੁੱਲ ਜਿਹੜੇ ਉਹ ਚੂਹੇ ਖਾ ਜਾਂਦੇ ਨੇ। ਇਹ ਆਪਾਂ ਕਿਹੜੇ ਹਾਲਾਤਾਂ ਦੀ ਗੱਲ ਕਰਦੇ ਪਏ? ਜ਼ਰੂਰ ਇਹਦੇ ਉੱਤੇ ਵੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਦੇਖੋ ਮੈਂ ਬੇਨਤੀ ਕਰਾਂ ਕਿ ਅਸੀਂ ਸਾਰਾ ਦਿਨ ਤੁਸੀਂ ਮੀਡੀਆ ਵਾਲੇ ਮੀਰਬੀ ਤੇ ਹੋਰ ਵੀ ਇਕੱਲੇ ਪੋਲੀਟੀਸ਼ੀਅਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ। ਮੈਂ ਮੰਨਦਾ ਸਾਡੀ ਜਮਾਤ ਜਿਹੜੀ ਹੈ ਕਿਸੇ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਔਰ ਭੱਜਦੀ ਵੀ ਨਹੀਂ, ਪਰ ਮੈਂ ਇੱਕ ਬੇਨਤੀ ਕਰਾਂ, ਮੈਂ ਅਫਸਰ ਵੀ ਰਹਿ ਕੇ ਦੇਖਿਆ ਹੈ, ਇਹਦੇ ਚ ਜ਼ਿਆਦਾਤਰ ਜਿਹੜੀ ਲੌਬੀ ਹੈ ਕਸੂਰਵਾਰ ਉਹ ਅਫਸਰ ਲੌਬੀ ਹੈ। ਕਿਉਂਕਿ ਜੇ ਕੋਈ ਅਫਸਰ ਠੀਕ ਢੰਗ ਨਾਲ ਡਿਊਟੀ ਕਰੇ ਤੇ ਕੰਮ ਕਰੇ, ਉਹਦਾ ਕੋਈ ਪੋਲੀਟੀਸ਼ੀਅਨ ਕੁਝ ਨਹੀਂ ਵਿਗਾੜ ਸਕਦਾਗਾ। ਪਰ ਇਹਨਾਂ ਹਾਲਾਤ ਪਿਛਲੇ ਜਿੰਨੇ ਵੀ ਰਾਜ ਭਾਗ ਲੰਘੇ, ਕਿਸੇ ਨੇ 50-52 ਸਾਲ ਰਾਜ ਕਰ ਲਿਆ, ਕਿਸੇ ਨੇ ਚਲੋ ਸਾਡੇ ਵਰਗਿਆਂ ਦੇ 17-18 ਜਾਂ 20 ਸਾਲ ਹਿੱਸੇ ਆਇਆ, ਅਫਸਰਸ਼ਾਹੀ ਉਹੀ ਰਹਿੰਦੀ ਹੈ। ਜੇ ਸਾਡੇ ਵੇਲੇ ਅੱਜ ਵਾਲਾ ਚੀਫ ਸੈਕਟਰੀ ਲੱਗਿਆ ਸੀ, ਸਾਡੇ ਵਾਲੇ ਉਹ ਪ੍ਰਿੰਸੀਪਲ ਸੈਕਟਰੀ ਸੀਗਾ। ਜੇ ਅੱਜ ਵਾਲਾ ਜਿਹੜਾ ਚੀਫ ਡੀਜੀਪੀ ਲੱਗਿਆ, ਉਹ ਸਾਡੇ ਵੇਲੇ ਵੀ ਅਫਸਰ ਉਹੀ ਸੀਗਾ। ਇਹ 35-35 ਸਾਲ ਜਿਹੜੇ ਅਫਸਰ ਲੱਗ ਕੇ, ਮੈਂ ਸਮਝਦਾ ਕਿ ਛੋਟੇ ਮੁਲਾਜ਼ਮ ਤੋਂ ਲੈ ਕੇ ਤਾਂ ਤੱਕ ਐਡਾ ਕਰਪਟ ਸਿਸਟਮ ਹੋਇਆ ਪਿਆ ਕਿ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀਆਂ ਆ ਪਿੱਛੇ ਜੇ ਟਰੋਮਾਡੋਲ ਗੋਲੀਆਂ ਦੀ ਗੱਲ ਚੱਲੀ, 9.5 ਕੁੜੀਆਂ ਜਿਹੜੀਆਂ ਸਰਕਾਰੀ ਹਸਪਤਾਲਾਂ 'ਚ ਜਾਣੀਆਂ ਸੀ ਉਹ ਬਾਹਰ ਹੀ ਵਿਕ ਗਈਆਂ। ਕਿੰਨੇ ਕਰੋੜਾਂ ਰੁਪਏ ਦਾ ਘਪਲਾ ਹੋ ਗਿਆ। ਪੀਪੀ ਕਿੱਟ ਦਾ ਤੁਹਾਡੇ ਸਾਹਮਣੇ ਕਿੰਨੇ ਕਰੋੜਾਂ ਦਾ ਘਪਲਾ ਹੋ ਗਿਆ। ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜਿੱਥੇ ਪੋਲੀਟੀਸ਼ੀਅਨ ਜ਼ਿੰਮੇਵਾਰ ਨੇ, ਭਾਵੇਂ ਕੋਈ ਸਰਕਾਰ ਦੇ ਹੋਣ, ਪਰ ਜਿਹੜਾ ਸਭ ਤੋਂ ਵੱਡਾ, ਜੇ ਤੁਸੀਂ 70 ਸਾਲਾਂ ਦੀ ਗੱਲ ਗਿਣੀ ਹੈ ਤੇ ਸਭ ਤੋਂ ਵੱਡਾ ਰੋਲ ਉਹਦੇ 'ਚ ਅਫਸਰਸ਼ਾਹੀ ਦਾ ਹੁੰਦਾ। ਪਰ ਇਸ ਕੇਸ ਦੇ ਵਿੱਚ ਇੱਕ ਵੱਖਰਾ ਮੁੱਦਾ ਹੈ, ਕਿਉਂਕਿ ਪਿਛਲੇ 6 ਮਹੀਨੇ ਦਾ ਸਾਰੀਆਂ ਵਿਰੋਧੀ ਪਾਰਟੀਆਂ ਰੌਲਾ ਪਾ ਰਹੀਆਂ ਸੀ ਵੀ ਭਾਈ ਜਾਲੀ ਸ਼ਰਾਬ ਬਣ ਰਹੀ ਹੈ, ਇਹ ਜਾਨਲੇਵਾ ਸਾਬਤ ਹੋਊ, ਕਿਸੇ ਦਿਨ ਜਾਨਲੇਵਾ ਸਾਬਤ ਹੋਊ। ਤਾਂ ਇਸੇ ਤਰ੍ਹਾਂ ਮੀਡੀਆ ਵੀ ਰੌਲਾ ਪਾ ਰਹੇ ਸੀ ਜਿਹਦੇ ਤੇ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਗਿਆ। ਇਸ ਕਰਕੇ ਇਹ ਕੇਸ ਵੱਖਰਾ। ਔਰ ਬਾਕੀ ਦਾ ਦੂਜਾ ਜਿਹੜਾ ਮੈਂ ਤੁਹਾਨੂੰ 70 ਸਾਲਾਂ ਦਾ ਜਵਾਬ ਦਿੱਤਾ ਹੈ, ਹਾਲਾਂਕਿ ਬਹੁਤ ਕੁਝ ਬਿਹਤਰ ਹੋ ਸਕਦਾ ਸੀ ਇਦੋਂ ਵੀ, ਪਰ ਉਹਦੇ 'ਚ ਜ਼ਿਆਦਾਤਰ ਜਿਹੜੀ ਲੌਬੀ ਹੈ ਉਹ ਅਫਸਰਸ਼ਾਹੀ ਜਿਹੜੀ ਸਾਈਡ ਤੇ ਨਿਕਲ ਜਾਂਦੀ ਹੈ, ਉਹ ਵੀ ਜ਼ਿੰਮੇਵਾਰ ਹੈਗੀ ਹੈ। ਅਫਸਰਸ਼ਾਹੀ ਅਗਰ ਬਿਮਾਰ ਹੋਵੇ ਤਾਂ ਅਫਸਰਸ਼ਾਹੀ ਜਿਹੜੀ ਲੀਲਾਵਤੀ ਤੇ ਨਾਨਾਵਟੀ 'ਚ ਚਲੇ ਜਾਂਦੀ ਹੈ।
ਜੇ ਸੰਤਰੀ ਜਾਂ ਮੰਤਰੀ ਜਿਹੜੇ ਨੇ ਉਹ ਬਿਮਾਰ ਹੋਣ, ਉਹ ਵੀ ਲੀਲਾਵਟੀ ਤੇ ਦੂਜੇ ਉਹ ਅਮਰੀਕਾ ਤੱਕ ਦੇ ਹਸਪਤਾਲਾਂ ਦੇ ਵਿੱਚ ਚਲੇ ਜਾਂਦੇ ਨੇ। ਮੁੜ ਘੁੜ ਕੇ ਜਿਹੜੇ ਆ ਉਹ ਪੰਜਾਬ ਦੇ ਲੋਕ ਹੀ ਜਿਹੜੇ ਨੇ ਉਹ ਸਾਰਾ ਕੁਝ ਜਿਹੜਾ ਭੁਗਤਦੇ ਨੇ ਆਪਣੇ ਸਿਰਾਂ ਦੇ ਉੱਤੇ। ਇਹ ਪਰ ਇਹਦੇ ਲਈ ਹੁਣ ਆਪਾਂ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਜਿਹੜਾ ਉਹ ਮੰਨਦੇ ਆ। ਚਲੋ ਇਹ ਵੀ ਠੀਕ ਹੈ। ਡਾਕਟਰ ਰਾਜਕੁਮਾਰ ਵਿਰਕਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਜੁਆਇਨ ਕੀਤਾ। ਤੁਹਾਡਾ ਪਹਿਲਾ ਰਿਐਕਸ਼ਨ ਜਿਹੜਾ ਮੈਂ ਲੈਣਾ ਚਾਹਾਂਗਾ, ਹੁਣ ਪੰਜਾਬ ਦੇ ਵਿੱਚ ਜਿਹੜੀਆਂ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿਹੜੀਆਂ ਮੌਤਾਂ ਹੋਈਆਂ ਨੇ, ਇਹਦੇ ਉੱਤੇ ਆਪਾਂ ਜਿਹੜਾ ਇਹ ਘੱਟ ਸੋਚ ਰਹੇ ਹਾਂ ਕਿ ਆਪਾਂ ਇਨਸਾਫ ਕਿਸ ਤਰੀਕੇ ਨਾਲ ਦੇਣਾ ਤੇ ਇਹੋ ਜਿਹੀਆਂ ਘਟਨਾਵਾਂ ਨੂੰ ਘੱਟ ਕਿੱਦਾਂ ਰੋਕਣਾ ਹੈ। ਪਰ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਰੌਲਾ ਇਹ ਪਾ ਰਹੇ ਹਾਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਵਾਲ ਕਿਤਨਾ ਕਰ ਰਹੀਆਂ ਨੇ ਸਾਨੂੰ। ਇਹ ਜਿਹੜਾ ਅਖਬਾਰਾਂ ਦੇ ਵਿੱਚ ਬਿਆਨ ਲੱਗ ਰਹੇ ਨੇ, ਅਸੀਂ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਹਾਂ ਕਿ ਤੂੰ ਇੱਧਰ ਆ ਕੇ ਗੱਲ ਨਾ ਕਰ। ਸੁਖਬੀਰ ਸਿੰਘ ਬਾਦਲ ਨੂੰ ਇਹ ਕਿਹਾ ਜਾ ਰਿਹਾ ਕਿ ਤੈਨੂੰ ਭੁੱਲਣ ਦੀ ਜਿਹੜੀ ਬਿਮਾਰੀ ਹੋ ਗਈ ਹੋਈ ਹੈ। ਮੀਡੀਆ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬਿਆਨ ਹੈਗੇ ਨੇ, ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਲੋਕ ਮਾਰੇ ਗਏ ਨੇ, ਕੀ ਉਹਨਾਂ ਵਾਸਤੇ ਇਹ ਆਪਣੇ ਆਪ 'ਚ ਇਹ ਬਿਆਨ ਜਿਹੜੇ ਨੇ ਉਹ ਠੀਕ ਹੋਣਗੇ, ਉਹਨਾਂ ਨੂੰ ਰਾਹਤ ਦੇ ਸਕਦੇ ਨੇ? ਜ਼ਰੂਰਤ ਇਸ ਗੱਲ ਦੀ ਹੈ ਕਿ ਬਈ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਇਹ ਲੋਕਾਂ 'ਚ ਗਈਆਂ, ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਸਿਆਸਤ ਕਰਨ ਦੀ ਬਜਾਏ ਲੋਕਾਂ ਦੀ ਮਦਦ ਕੀਤੀ ਜਾਏ। ਇਹ ਸਮਾਂ ਇਹ ਇਦਾਂ ਦਾ ਹੈ ਕਿ ਅੱਜ ਲੋਕ ਮੁਸੀਬਤ 'ਚ ਹੈ, ਇਹ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਆ। ਔਰ ਮੈਨੂੰ ਇਹ ਹੈਰਾਨਗੀ ਇਸ ਗੱਲ ਦੀ ਹੈ ਕਿ ਕੇਜਰੀਵਾਲ ਸਾਹਿਬ ਵੀ ਬਿਆਨ ਦੇਈ ਜਾ ਰਹੇ ਹੈ, ਆਮ ਆਦਮੀ ਬਈ ਤੁਸੀਂ ਕਿਹੜੀ ਜਾ ਕੇ ਉੱਥੇ ਗਰੀਬ ਦੇ ਘਰ 'ਚ ਆਟਾ ਪਾਏ, ਗਰੀਬ ਦੀ ਤੁਸੀਂ ਬਾਂਹ ਫੜ ਆਏ, ਜਾਂ ਅਕਾਲੀ ਦਲ ਵਾਲੇ ਕੁਝ ਕਹਿ ਰਹੇ। ਬਈ ਗੱਲ ਸਿਰਫ ਇੰਨੀ ਹੈ ਕਿ ਇੱਕ ਦੂਸਰੇ ਨੂੰ ਗਾਲਾਂ ਕੱਢਣ ਦੇ ਨਾਲ ਤੇ ਗੁਜ਼ਾਰਾ ਨਹੀਂ ਹੈ। ਗੁਜ਼ਾਰਾ ਉਹ ਤਦ ਹੀ ਮੁਮਕਿਨ ਹੈਗਾ ਕਿ ਤੁਸੀਂ ਅੱਜ ਜ਼ਰੂਰਤ ਆ ਇਹਨਾਂ ਗਰੀਬਾਂ ਦੀ ਬਾਂਹ, ਇਹਨਾਂ ਦੀ ਗੱਲ ਕਰਨ ਦੀ ਔਰ ਇਹਨਾਂ ਨਾਲ ਖੜੇ ਹੋਣ ਦੀ। ਜਿੱਥੋਂ ਤੱਕ ਸਵਾਲ ਇਸ ਗੱਲ ਦਾ ਕਿ ਬਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੀ ਸਰਕਾਰ ਦੇ ਰਾਜ 'ਚ ਇਹ ਘਟਨਾ ਹੋਵੇ, ਉਹ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਉਸ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈ, ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਵੱਲੋਂ ਜਿੰਨਾ ਵੀ ਉਪਰਾਲਾ ਕੀਤਾ ਜਾਏ ਘੱਟ ਹੈ। ਔਰ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਪਰਿਵਾਰਾਂ ਦਾ ਮੁੜ ਵਸੇਵਾ ਹੋ ਸਕੇ। ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਵਾਪਸ ਨਹੀਂ ਆ ਸਕਦੀ, ਲੇਕਿਨ ਪਰਿਵਾਰਾਂ ਨੂੰ ਰੋਟੀ ਜੋਗਾ ਕੀਤਾ ਜਾ ਸਕੇ। ਸਾਡੀ ਸਰਕਾਰ ਉਸ ਗੱਲ ਦੇ ਉੱਪਰ ਕੰਮ ਕਰੂਗੀ, ਧਿਆਨ ਕਰਾਂਗੇ ਅਸੀਂ ਇਸ ਗੱਲ ਦਾ। ਲੇਕਿਨ ਇਹ ਗੱਲ ਦੇ ਵਾਸਤੇ ਇਹ ਕਹਿਣਾ ਕਿ ਇਹ ਸਰਕਾਰ ਦੇ ਵਿੱਚ ਨਸ਼ਿਆਂ ਦਾ ਪ੍ਰਚਲਨ, ਤੁਸੀਂ ਜਿੰਨੀਆਂ ਬਾਈਟ ਲੋਕਾਂ ਦੀਆਂ ਪਿੰਡਾਂ 'ਚੋਂ ਸੁਣੀਆਂ, ਉਹ ਲੋਕ ਕੀ ਕਹਿ ਰਹੇ ਕਿ 12 ਸਾਲਾਂ ਤੋਂ 15 ਸਾਲਾਂ ਤੋਂ ਆ ਸਾਡੇ ਪਿੰਡਾਂ 'ਚ ਆ ਨਸ਼ੇ ਦੀ ਭਰਮਾਰ ਆ। ਤੇ ਭਾਈ ਅਸੀਂ ਤੇ 3 ਸਾਲ ਹੋਏ, ਆ ਪਿਛਲੇ 10 ਸਾਲ ਕਿਹਨਾਂ ਦੀ ਭਰਮਾਰ ਆ। ਇਸ ਲਈ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਗੱਲ ਠੀਕ ਆ। ਇਹਨਾਂ ਚੀਜ਼ਾਂ 'ਚ ਪੈਣ ਨਾਲੋਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਸਿਆਸੀ ਪਾਰਟੀਆਂ ਨੂੰ ਲੋਕਾਂ 'ਚ ਜਾ ਕੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ ਔਰ ਉਹਨਾਂ ਦੇ ਘਰ ਨੂੰ ਮੁੜ ਵਸੇਵਾ ਹੋ ਸਕੇ ਔਰ ਜ਼ਿੰਦਗੀ ਦੁਬਾਰਾ ਪਟਰੀ ਤੇ ਲੋਟ ਸਕੇ, ਉਹਦਾ ਉਪਰਾਲਾ ਸਾਨੂੰ ਸਭ ਨੂੰ ਕਰਨਾ ਚਾਹੀਦਾ। ਵਿਰਕਾ ਸਾਹਿਬ, ਉਸ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਬਹੁਤ ਸਾਰੇ ਲੋਕੀ ਗੱਲਾਂ ਕਰਦੇ ਸਨ, ਉਦੋਂ ਬੇਅਦਬੀ ਹੋਈ ਸੀ। ਸਰਕਾਰ ਜਦੋਂ ਵਾਪਸ ਆਈ ਸੀ ਤਾਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਹੱਥ ਦੇ ਵਿੱਚ ਗੁਟਕਾ ਲੈ ਕੇ 4 ਹਫ਼ਤਿਆਂ ਦੀ ਸਹੁੰ ਖਾਧੀ ਸੀ। 4 ਸਾਲਾਂ ਦੀ ਸਹੁੰ ਨਹੀਂ ਸੀ ਖਾਧੀ। ਉਹਨਾਂ ਨੇ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਅਸੀਂ ਖਤਮ ਕਰ ਦਿਆਂਗੇ। ਜੇ ਅੱਜ ਤੁਸੀਂ ਇੱਥੇ ਕਹਿੰਦੇ ਪਏ ਹੋ ਕਿ ਇਹ 13 ਸਾਲ ਜਾਂ 14 ਸਾਲ ਹੈਗੇ ਨੇ, ਕਹਿਣ ਤੋਂ ਭਾਵ ਕਿ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜੀ ਬਿਮਾਰੀ ਹੈ ਇਹ ਸਾਡੇ ਰਾਜ ਭਾਗ 'ਚ ਸ਼ੁਰੂ ਨਹੀਂ ਹੋਈ, ਇਹ ਅਕਾਲੀ ਦਲ ਦੇ 10 ਸਾਲ ਵੀ ਆਪਾਂ ਵਿੱਚ ਜੇ ਗਨੋਨੇ ਆ ਤਾਂ ਰੋਕਣਾ ਕਿੰਨੇ ਹੈਗੇ? ਰਾਜਕੁਮਾਰ ਸਾਹਿਬ, ਮੈਂ ਜ਼ਰੂਰ ਤੁਹਾਡੇ ਕੋਲ ਪੁੱਛਦਾ, ਤੁਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਜਾ ਕੇ ਮੈਂ ਤੁਹਾਨੂੰ ਵੇਖਿਆ ਤੁਸੀਂ ਲੋਕਾਂ ਦੇ ਹੱਕਾਂ ਦੇ ਲਈ ਲੜਦੇ ਰਹੇ ਹੋ। ਇੱਕ ਤੁਸੀਂ ਸ਼ੈਡਿਊਲ ਪੋਲੀਟੀਸ਼ੀਅਨ ਹੈਗੇ ਹੋ, ਤੁਸੀਂ ਪਾਰਟੀਆਂ ਨੂੰ ਵੀ ਜਿਹੜਾ ਪਿੱਛੇ ਛੱਡਿਆ, ਪਰ ਤੁਸੀਂ ਆਪਣੀ ਜਿਹੜੀ ਹੈ ਰਾਜਨੀਤੀ ਜਿਹੜੀ ਹੈ ਹਮੇਸ਼ਾ ਮੁੱਦਿਆਂ ਦੇ ਆਧਾਰ ਤੇ ਕੀਤੀ ਹੈ। ਮੈਂ ਜ਼ਰੂਰ ਤੁਹਾਡੇ ਕੋਲ ਇੱਥੇ ਇੱਕ ਚੀਜ਼ ਪੁੱਛਦਾ ਹਾਂ ਕਿ ਇਹ ਆਪਣੇ ਆਪ 'ਚ ਜਾਇਜ਼ ਹੈਗਾ ਕਿ ਆਪਾਂ ਪਿਛੋਕੜ ਦੀ ਗੱਲ ਕਰਕੇ ਕਿਤੇ ਨਾ ਕਿਤੇ ਆਪਣੇ ਵਾਸਤੇ ਵੀ ਥੋੜਾ ਜਿਹਾ ਗਰਾਊਂਡ ਨੂੰ ਸਮਤਲ ਕਰ ਲਈਏ? ਮੈਂ ਤੁਹਾਨੂੰ ਪਹਿਲੇ ਇੱਕ ਸ਼ਬਦ 'ਚ ਬੋਲਿਆ ਕਿ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੁੰਦੀ ਹੈ। ਮੈਂ ਤੁਹਾਨੂੰ ਇਹ ਵੀ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ। ਮੈਂ ਤੁਹਾਨੂੰ ਇਹ ਵੀ ਕਿਹਾ ਕਿ ਭਾਈ ਸਾਡੀ ਸਾਰਿਆਂ ਦੀ ਹੁਣ ਇੱਕ ਫਰਜ਼ ਬਣਦਾ ਕਿ ਜਿਹੜੇ ਆ ਪਰਿਵਾਰ ਉਜੜ ਗਏ, ਅਸੀਂ ਉਹਨਾਂ ਦੀ ਬਾਂਹ ਫੜੀਏ। ਅਸੀਂ ਜਦੋਂ ਉਹਨਾਂ ਦੇ ਪਿੰਡ 'ਚ ਜਾਂਦੇ ਆ, ਉਹਨਾਂ ਦੇ ਘਰ ਦੇ ਵਿੱਚ ਕੋਈ ਤੇਲ ਫੁੱਲ ਦੇ ਆਈਏ ਜਾ ਕੇ ਭਾਈ, ਤੇ ਮੈਂ ਸਮਝਾਂਗਾ ਕਿ ਭਾਈ ਤੁਸੀਂ ਜ਼ਖਮਾਂ ਤੇ ਮਰਹਮ ਲਗਾਈ। ਤੁਸੀਂ ਬਾਹਰ ਆ ਕੇ ਚੈਨਲਾਂ ਦੇ ਬਿਆਨ ਦੇ ਕੇ ਸਿਆਸਤ ਕਰਨ ਦੇ ਨਾਲ ਤੇ ਗੁਜ਼ਾਰਾ ਨਹੀਂ ਹੋਣਾ।
ਲੇਕਿਨ ਮੈਂ ਇਸ ਲਈ ਕਹਿ ਰਿਹਾ ਜੀ। ਬਈ ਇਹ ਪਿਛੋਕੜ ਦੀ ਗੱਲ ਕਹਿਣ ਦਾ ਮਤਲਬ ਇਹ ਸੀ ਬਈ ਇਹ ਸਦੀਆਂ ਤੋਂ ਚੱਲਦੀ ਹੋਈ ਬਿਮਾਰੀ ਬੜੀ ਲੰਬੀ ਸਮੇਂ ਤੋਂ ਬਿਮਾਰੀ ਹੈ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਤੁਸੀਂ ਸਵਾਲ ਕੀਤਾ ਕਿ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਇਹ ਕਿਹਾ ਸੀ ਕਿ ਮੈਂ ਚੇਨ ਤੋੜਾਂਗਾ, ਮੈਂ ਇਹ ਡਰੱਗ ਮਾਫੀਆ ਦਾ ਲੱਕ ਤੋੜਾਂਗਾ। ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ, ਅਸੀਂ ਕਿਸੇ ਹੱਦ ਤੱਕ ਇਹਨਾਂ ਡਰੱਗ ਮਾਫੀਆ ਦਾ ਲੱਕ ਤੋੜਨ 'ਚ ਹੀ ਕਾਮਯਾਬ ਹੋਏ ਆ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਇਹ ਗੱਲ ਕਹਿਣੀ ਕਿ ਬਈ ਜਿਹੜੀ ਯੁੱਗਾ ਯੁਗਾਂਤਰ ਤੋਂ ਕੁਝ ਚੀਜ਼ਾਂ ਸਮਾਜ ਦੇ ਵਿੱਚ ਬੁਰਾਈਆਂ ਪਨਪ ਰਹੀਆਂ, ਇਹ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੀ ਐਫਰਟ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਮੁੱਕਣਾ ਆ। ਔਰ ਇਹ ਗੱਲ ਕਹੀਏ ਕਿ ਇਹ ਇਕੱਲੇ ਵਿਅਕਤੀ ਵਿਸ਼ੇਸ਼ ਦਾ ਕੰਮ ਆ, ਇਹ ਟੋਟਲ ਸਾਰੀਆਂ ਪਾਰਟੀਆਂ ਦਾ, ਸਮਾਜ ਸੇਵੀ ਜਥੇਬੰਦੀਆਂ ਦਾ ਤੇ ਸਾਰੇ ਧਾਰਮਿਕ ਜਥੇਬੰਦੀਆਂ ਦਾ ਵੀ ਇਹ ਕੰਮ ਆ ਕਿ ਅਸੀਂ ਸਾਰੇ ਹੀ ਇਹਨਾਂ ਚੀਜ਼ਾਂ ਨੂੰ ਰੋਕੀਏ। ਇਲਜ਼ਾਮ ਲਗਾਉਣ ਦੇ ਨਾਲ ਕੋਈ ਫਾਇਦਾ ਹੈ ਨਹੀਂ। ਓਕੇ, ਡਾਕਟਰ ਰਾਜਕੁਮਾਰ ਜੀ, ਤੁਹਾਡੇ ਤੋਂ ਪਹਿਲਾਂ ਸਰਦਾਰ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਇੱਕ ਐਡਵਾਈਸ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ ਮਸਲੇ ਦੀ ਜੜ ਜਿਹੜੀ ਹੈ ਉਹ ਅਸਲ 'ਚ ਬਿਊਰੋਕ੍ਰੇਸੀ ਹੈ। ਬਿਊਰੋਕ੍ਰੇਸੀ ਜਿਹੜੀ ਹੈ ਇਸ ਮਸਲੇ ਨੂੰ ਕਦੀ ਹੱਲ ਨਹੀਂ ਹੁੰਦੇ ਤੇ ਨਲਾਇਕੀ ਜਿਹੜੀ ਹੈ ਉਹਨਾਂ ਨੇ ਬਿਊਰੋਕ੍ਰੇਸੀ ਦੇ ਉੱਤੇ ਸੁੱਟੀ ਹੈ। ਹੁਣ ਜਿਹੜੇ ਆਫੀਸਰ ਅੱਜ ਤੁਹਾਡੀ ਸਰਕਾਰ ਵੱਲੋਂ ਗਿਲਟੀ ਕਹੇ ਗਏ ਨੇ, ਜਿਨ੍ਹਾਂ ਨੂੰ ਆਪਾਂ ਸਸਪੈਂਡ ਕੀਤਾ, ਤੁਹਾਨੂੰ ਨਹੀਂ ਲੱਗਦਾ ਕਿ ਸਹੀ ਮਹੀਨਿਆਂ ਦੇ ਵਿੱਚ ਇੱਕ ਇਹੋ ਜਿਹੀ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਕੱਟੀਆਂ ਜਾਣ, ਉਹਨਾਂ ਦੀ ਜਿਹੜੀ ਰਿਟਾਇਰਮੈਂਟ ਦੇ ਪੈਸੇ ਨੇ ਉਹ ਜਿਹੜੇ ਜ਼ਬਤ ਕੀਤੇ ਜਾਣ, ਤਾਂ ਜੋ ਅਗਲੇ ਹੋਰ ਅਫਸਰ ਨੇ ਉਹਨਾਂ ਨੂੰ ਇੰਡੀਕੇਸ਼ਨ ਹੋ ਸਕੇ ਕਿ ਭਾਈ ਲਾਪਰਵਾਹੀਆਂ ਜਿਹੜੀਆਂ ਨੇ ਜਾਂ ਕਿਸੇ ਦਾ ਫੋਨ ਸੁਣ ਕੇ ਉਹ ਆਪਾਂ ਇਸ ਤਰ੍ਹਾਂ ਕੰਮ ਨਹੀਂ ਚਲਾਉਣਾ। ਜੇ ਇੱਕ ਐਮਐਲਏ ਤੁਹਾਡੇ ਪੰਜਾਬ ਦੇ ਵਿੱਚ, ਤੁਹਾਨੂੰ ਭਲੀ ਭਾਂਤੀ ਪਤਾ ਹੈਗਾ, ਇੱਕ ਐਮਐਲਏ ਇੱਕ ਅਫਸਰ ਨੂੰ, ਇੱਕ ਐਸਐਚਓ ਨੂੰ ਇਸ ਕਰਕੇ ਦਬਕਾ ਮਾਰ ਸਕਦਾ ਹੈ ਕਿ ਤੂੰ ਭਾਈ ਮੈਨੂੰ ਆ ਕੇ ਸਤਿ ਸ੍ਰੀ ਅਕਾਲ ਨਹੀਂ ਸੀ ਬੁਲਾਈ ਤਾਂ ਤੂੰ ਕਿਤਨਾ ਇੱਥੇ ਆ ਕੇ ਜਿਹੜਾ ਉਹ ਰਾਜਪਾਕ ਕਰ ਜਾਏਗਾ। ਜਦੋਂ ਆਪਾਂ ਇਹ ਸਤਿ ਸ੍ਰੀ ਅਕਾਲਾਂ ਦੇ ਉੱਤੇ ਲੜਦੇ ਜਾਂ ਦੁਕਾਉਂਦੇ ਆ ਤੇ ਕੀ ਅੱਜ ਆਪਾਂ ਇਸ ਤਰੀਕੇ ਦੀ ਕਾਰਵਾਈ ਨਹੀਂ ਕਰ ਸਕਦੇ, ਇੱਕ ਸਖਤ ਕਾਰਵਾਈ ਜਿਹਦੇ ਨਾਲ ਸਾਰੇ ਅਫਸਰਾਂ ਨੂੰ ਕੰਨ ਹੋਣ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਜਾਂ ਜਿਹੜੇ ਆਮ ਲੋਕ ਕਿ ਜਿਹੜੇ ਜਿਨ੍ਹਾਂ ਦੀ ਥੋੜੀ ਬਹੁਤੀ ਪੁੱਛ ਪੜਤਾਲ ਹੈਗੀ ਹੈ, ਆਪਾਂ ਉਹਨਾਂ ਦੇ ਕਹਿਣ ਦੇ ਉੱਤੇ ਕਿਸੇ ਨੂੰ ਸ਼ੈਲਟਰ ਪ੍ਰੋਵਾਈਡ ਨਹੀਂ ਕਰਨਾ ਅਤੇ ਜਿਹੜਾ ਇਨਸਾਫ ਹੈ ਅਸੀਂ ਇਨਸਾਫ ਦੇਣਾ, ਜਿੱਥੇ ਕਾਰਵਾਈ ਉੱਥੇ ਅਸੀਂ ਕਾਰਵਾਈ ਕਰਨੀ ਹੈ। ਬਿਲਕੁਲ ਵਾਜਬ ਗੱਲ ਕਹੀ ਹੈ, ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ। ਔਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਕਿਉਂਕਿ ਜਿੱਥੋਂ ਤੱਕ ਕਾਰ ਦਾ ਹੁੰਦਾ, ਸਰਕਾਰ ਡਾਇਰੈਕਟ ਪਿੰਡ ਦੇ ਅੰਦਰ ਨਹੀਂ ਹੁੰਦੀ, ਪਿੰਡ ਦੇ ਲਾਗੇ ਸਾਡਾ ਥਾਣਾ ਹੁੰਦਾ, ਸਾਡਾ ਐਸਡੀਐਮ ਹੁੰਦਾ, ਸਾਡੇ ਅਫਸਰ ਹੁੰਦੇ ਆ, ਉਹ ਸਰਕਾਰ ਹੁੰਦੇ ਆ। ਇਹ ਗੱਲ ਸਹੀ ਹੈ ਕਿ ਜਿਹੜੀ ਰਿਸਪੌਂਸਿਬਿਲਟੀ ਸੀ ਜਿਨ੍ਹਾਂ ਦੀ, ਚਾਹੇ ਉਹ ਡੀਐਸਪੀ ਹੈ, ਚਾਹੇ ਉਹ ਐਸਐਚਓ ਹੈ, ਚਾਹੇ ਹੋਰ ਅਧਿਕਾਰੀ, ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਔਰ ਇਸ ਦੇ ਨਾਲ ਨਾਲ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਾਈ ਜਿਹੜਾ ਡਰੱਗ ਮਾਫੀਆ, ਜਿਹਨੇ ਅਸੀਂ ਕਰੀਬ 37-38 ਲੋਕਾਂ ਨੂੰ ਅੱਜ ਅਰੈਸਟ ਕਰ ਲਿਆ, ਹੋਰ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣੀਆਂ ਔਰ ਇਹ ਹੋਣਾ ਚਾਹੀਦਾ। ਇਹ ਮੇਰੇ ਵੱਲੋਂ ਵੀ ਮੁੱਖ ਮੰਤਰੀ ਜੀ ਨੂੰ ਮੰਗ ਹੈ ਕਿ ਇਹ ਜਿੰਨੇ ਵੀ ਮਾਫੀਆ ਦੇ ਲੋਕ ਆ, ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਕੇ, ਇਹਨਾਂ ਦੀਆਂ ਪ੍ਰਾਪਰਟੀਆਂ ਨਿਲਾਮ ਕਰਕੇ ਉਹਨਾਂ ਗਰੀਬਾਂ ਘਰਾਂ ਦੇ ਵਿੱਚੋਂ ਪੈਸੇ ਦੇਣੇ ਚਾਹੀਦੇ ਆ ਜਿਹੜੇ ਚਿਰਾਗ ਬੁਝਾਏ ਇਹਨਾਂ ਲੋਕਾਂ ਨੇ। ਔਰ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਆ ਬਿਲਕੁਲ ਫਿਕਸ ਹੋਣੀ ਚਾਹੀਦੀ ਹੈ ਔਰ ਉਹਨਾਂ ਦੀਆਂ ਤਨਖਾਹਾਂ ਵੀ ਕੱਟੀਆਂ ਜਾਣੀਆਂ ਚਾਹੀਦੀਆਂ। ਬਿਲਕੁਲ ਕੱਟੀਆਂ ਜਾਣੀਆਂ ਚਾਹੀਦੀਆਂ ਨੇ। ਪਰ ਡਾਕਟਰ ਰਾਜਕੁਮਾਰ ਜੀ, ਇੱਕ ਸਵਾਲ ਮੈਂ ਇੱਥੇ ਹੋਰ ਤੁਹਾਨੂੰ ਕਰਦਾ। ਇੱਕ ਤੇ ਉਹ ਲੋਕੀ ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਮਰੇ ਸਨ, ਉਹਨਾਂ ਨੇ ਬਿਆਨ ਦਿੱਤਾ ਮੀਡੀਆ ਦੇ ਵਿੱਚ ਆ ਕੇ ਅਤੇ ਲਗਭਗ 90% ਮੀਡੀਆ ਨੇ ਉਹਨੂੰ ਕਵਰ ਕੀਤਾ ਕਿ ਜਦੋਂ ਉਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਨੇ ਉਹ ਮੋਰਚਰੀ ਦੇ ਵਿੱਚ ਪਈਆਂ ਨੇ, ਸਰਕਾਰ ਦੇ ਜਿਹੜੇ ਹਸਪਤਾਲ ਨੇ, ਸਰਕਾਰੀ ਹਸਪਤਾਲ ਨੇ, ਉਹਨਾਂ ਦੇ ਡਾਕਟਰ ਜਿਹੜੇ ਨੇ ਜਾਂ ਉੱਥੇ ਰੱਖ ਰਖਾਵ ਕਰਨ ਵਾਲੇ ਨੇ, ਉਹਨਾਂ ਦੇ ਪਰਿਵਾਰਾਂ ਦੇ ਕੋਲੋਂ 500 ਰੁਪਇਆ ਮੰਗਦੇ ਰਹੇ ਕਿ ਤੁਸੀਂ ਬਰਫ਼ ਦੀਆਂ ਸਿੱਲੀਆਂ ਲੈ ਕੇ ਆਓ, ਬਰਫ਼ ਲੈ ਕੇ ਆਓ। ਮੈਂ ਜ਼ਰੂਰ ਇੱਕ ਗੱਲ ਕਰਦਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਿੰਨੀ ਰਾਜਨੀਤੀ ਪੰਜਾਬ ਦੇ ਵਿੱਚ ਹੋਈ ਹੈ, ਸ਼ਾਇਦ ਹੀ ਕਿਸੇ ਹੋਰ ਸਟੇਟ ਦੇ ਵਿੱਚ ਹੋਈ ਹੋਵੇ। ਅਸੀਂ ਇਹ ਵੀ ਕਿਹਾ ਕਿ ਅਸੀਂ ਸਾਰੇ ਪੁਖਤਾ ਪ੍ਰਬੰਧ ਕਰ ਰਹੇ ਹਾਂ। ਮੈਂ ਜ਼ਰੂਰ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਜਿਹੜਾ ਪਰਿਵਾਰ ਦਾ ਬੰਦਾ 10 ਰੁਪਏ ਬਚਾਉਣ ਕਰਕੇ, 2 ਗਲਾਸੀਆਂ ਸ਼ਰਾਬ ਪੀਣ ਕਰਕੇ ਪਿੰਡ ਤੋਂ ਪਿੰਡ ਤੁਰਿਆ ਫਿਰਦਾ ਹੈ, ਉਹਦੇ ਪਰਿਵਾਰ ਨੂੰ ਆਪਾਂ ਕਹਿੰਦੇ ਕਿ 500 ਰੁਪਇਆ ਲਿਆ, ਤੇਰੇ ਪਰਿਵਾਰ ਦੀ ਜਿਹੜੀ ਡੈੱਡ ਬੋਡੀ ਉਹਦੇ ਉੱਤੇ ਰੱਖਣੀ ਹੈ, ਇਹ ਆਪਣੇ ਆਪ 'ਚ ਕਿੱਥੋਂ ਤੱਕ ਦਾ ਜਿਹੜਾ ਇਨਸਾਫ ਹੈਗਾ? ਹੋ ਨਹੀਂ ਸਕਦੀ, ਨਾ ਕੋਈ ਇਹਨਾਂ ਚੀਜ਼ਾਂ ਨੂੰ ਅਲਾਉ ਕਰ ਸਕਦਾ ਹੈ। ਔਰ ਜਿੱਥੋਂ ਤੱਕ ਸਵਾਲ ਇਸ ਗੱਲ ਕਿ ਕਿਸੇ ਕਲਾਸ 4 ਵੱਲੋਂ ਜਾਂ ਕਿਸੇ ਆਦਮੀ ਵੱਲੋਂ ਇਹ ਗੱਲ ਕਹੀ ਗਈ ਹੈ ਔਰ ਨਾਲ ਦੀ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਔਰ ਹੁਣ ਕਿਉਂਕਿ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਹੈ, ਅਸੀਂ 3 ਜ਼ਿਲ੍ਹਿਆਂ ਦੇ ਵਿੱਚ, ਜਿਹੜਾ ਗੁਰਦਾਸਪੁਰ ਹੈ, ਤਰਨਤਾਰਨ, ਅੰਮ੍ਰਿਤਸਰ,
ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲੀ ਬ੍ਰੇਕਿੰਗ ਦੇ ਰਿਹਾ ਕਿ ਇਹਦੇ ਵਾਸਤੇ ਅਸੀਂ ਤਿੰਨ ਮਿਨਿਸਟਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਔਰ ਅਸੀਂ ਕੱਲ ਤੋਂ ਬਾਅਦ ਅਸੀਂ ਬਿਲਕੁਲ ਉੱਥੇ ਕੈਂਪ ਕਰਨ ਜਾ ਰਹੇ ਹਾਂ ਸਾਰੇ ਜਣੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ ਇਹਨਾਂ ਪਰਿਵਾਰਾਂ ਦਾ ਮੁੜ ਵਸੇਵਾ ਹੋਵੇ ਔਰ ਕੌਣ ਗਿਲਟੀ ਹੈ ਇਹ ਇੱਕ ਡੇ ਬਾਈ ਡੇ ਅਸੀਂ ਇਹ ਕੇਸਾਂ ਨੂੰ ਰਿਵਿਊ ਕਰਾਂਗੇ ਇਹਨਾਂ ਦੀ ਪੜਤਾਲ ਕਰਾਂਗੇ ਖੁਦ ਜਿੱਥੇ ਸਭ ਤੋਂ ਵੱਡੀ ਘਟਨਾ ਹੋਈ ਹੈ ਤਰਨਤਾਰਨ ਉਹਦੇ ਵਾਸਤੇ ਮੈਂ ਖੁਦ ਵੀ ਕੈਂਪ ਕਰਨ ਉੱਥੇ ਜਾ ਰਿਹਾ ਔਰ ਅਸੀਂ ਸਾਰੇ ਹੀ ਉੱਥੇ ਹੋਵਾਂਗੇ ਕੱਲ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੀਟਿੰਗ ਕਰ ਰਹੇ ਹਾਂ ਸ਼ਾਮ ਤੋਂ ਬਾਅਦ ਅਸੀਂ ਬਿਲਕੁਲ ਰਵਾਨਾ ਹੋਵਾਂਗੇ ਔਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਪੰਜਾਬ ਦੇ ਲੋਕਾਂ ਨਾਲ ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਲੋਕ ਵੀ ਇਹ ਚੈਨਲ ਨੂੰ ਸੁਣ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾ ਰਹੇ ਹਾਂ ਕਿ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਡੀ ਲੜਾਈ ਦੇਸ਼ ਧਰੋਹੀ ਲੋਕਾਂ ਦੇ ਨਾਲ ਜਿਹੜੇ ਲੋਕ ਮਾਫੀਆ ਉਹਨਾਂ ਦੇ ਖਿਲਾਫ ਆ ਔਰ ਅਸੀਂ ਬਿਲਕੁਲ ਲੜਾਂਗੇ ਲੋਕਾਂ ਦੇ ਹੱਕ ਦੇ ਵਿੱਚ ਲੜਾਂਗੇ ਔਰ ਕਿਸੇ ਨੂੰ ਬਖਸ਼ਾਂਗੇ ਨਹੀਂ ਚਾਹੇ ਕੋਈ ਵੀ ਕਿੱਡਾ ਵੱਡਾ ਆਦਮੀ ਕਿਉਂ ਨਾ ਹੋਵੇ। ਬਿਲਕੁਲ ਬਰਾੜ ਸਾਹਿਬ ਅਗਰ ਤੁਸੀਂ ਇਸ ਬਿਆਨ ਨੂੰ ਸੁਣਿਆ ਤੇ ਇਹਦੇ ਵਿੱਚ ਬਿਲਕੁਲ ਕਲੀਅਰ ਕੀਤਾ ਕਿ ਤੁਸੀਂ ਜਿਹੜੇ ਸਿਰਫ ਰਾਜਨੀਤੀ ਨਾ ਆ ਕੇ ਕਰੋ ਟੀਵੀ ਸਕਰੀਨਾਂ ਦੇ ਉੱਤੇ ਆ ਕੇ ਜਿਹੜਾ ਆਟਾ ਦਾਲ ਵੀ ਉਹਨਾਂ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਜਿਹੜੀ ਮਦਦ ਤੁਸੀਂ ਕਰ ਸਕਦੇ ਹੋ ਉਹ ਕਰਨ ਦੀ ਕੋਸ਼ਿਸ਼ ਕਰੋ। ਸਰਕਾਰ ਜਿਹੜੀ ਆ ਉਹ 3 ਜ਼ਿਲ੍ਹਿਆਂ ਦੇ ਵਿੱਚ ਕੈਂਪ ਕਰਨ ਜਾ ਰਹੀ ਹੈ। ਰਾਜਕੁਮਾਰ ਵੇਰਕਾ ਉਹਨਾਂ ਨੇ ਕਿਹਾ ਕਿ ਉਹ ਆਪ ਜਿਹੜਾ ਤਰਨਤਾਰਨ ਦੇ ਵਿੱਚ ਜਿਹੜਾ ਉਹ ਕੈਂਪ ਕਰਨ ਜਾਣਗੇ ਤੇ ਮੁੜ ਵਸੇਵੇ ਨੂੰ ਜਾ ਕੇ ਜਿਹੜਾ ਉਹ ਜ਼ੋਰ ਦਿੱਤਾ ਜਾਵੇਗਾ। ਤੁਹਾਨੂੰ ਲੱਗਦਾ ਕਿ ਜਿਹੜਾ ਦਬਾਅ ਤੁਸੀਂ ਪਾ ਰਹੇ ਹੋ ਉਹਦੇ ਕਰਕੇ ਇਹ ਹੋ ਰਿਹਾ ਕਿ ਸਰਕਾਰ ਆਪਣੇ ਆਪ ਤੋਂ ਸੁਚੇਤ ਹੋ ਗਈ ਹੈ? ਮੈਂ ਇੱਕ ਗੱਲ ਕਹਾਂ ਰਾਜਕੁਮਾਰ ਵੇਰਕਾ ਜੀ ਸਾਰਾ ਦਿਨ ਸਰਕਾਰ ਦੀ ਬਿਨਾਂ ਕੁਝ ਕੀਤਿਆਂ ਬਿਨਾਂ ਕੁਝ ਮਤਲਬ ਐਡੇ ਹਾਲਾਤਾਂ ਚੋਂ ਗੁਜ਼ਰਦਿਆਂ ਵੀ ਡਿਫੈਂਡ ਕਰਦੇ ਆ। ਮੈਂ ਇਹਨਾਂ ਨੂੰ ਦਾਤ ਦਿੰਦਾ ਇਹਨਾਂ ਦੇ ਜਜ਼ਬੇ ਦੀ ਸਰਕਾਰ ਪ੍ਰਤੀ ਜਾਂ ਪਾਰਟੀ ਪ੍ਰਤੀ। ਪਰ ਮੈਂ ਵੇਰਕਾ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੂੰਗਾ ਕਿ ਪਿਛਲੇ 6 ਮਹੀਨੇ ਦਾ ਜਾਲੀ ਡਿਸਟਿਲਰੀਆਂ ਦਾ ਰੌਲਾ ਅਸੀਂ ਵਿਰੋਧੀ ਪਾਰਟੀਆਂ ਵਾਲੇ ਵੀ ਪਾ ਰਹੇ ਹਾਂ ਮੀਡੀਆ ਵੀ ਪਾ ਰਿਹਾ ਭਾਵੇਂ ਰਾਜਪੁਰੇ ਦੇ ਐਮਐਲਏ ਤੇ ਘਨੌਰ ਦੇ ਐਮਐਲਏ ਦਾ ਰਾਜਪੁਰਾ ਵਾਲੀ ਡਿਸਟਿਲਰੀ ਚ ਆਇਆ ਭਾਵੇਂ ਖੰਨੇ ਦੇ ਐਮਐਲਏ ਦਾ ਖੰਨੇ ਵਾਲੀ ਚ ਆਇਆ ਲੁਧਿਆਣੇ ਦੇ ਤੁਹਾਡੇ 2 ਐਮਐਲਏਆਂ ਦਾ ਨਾਂ ਲੁਧਿਆਣੇ ਵਾਲੀ ਡਿਸਟਿਲਰੀ ਚ ਆਇਆ ਜਿਹਦੇ ਚ 100 ਰੁਪਏ ਦਾ ਪਾਣੀ ਜਾਂ 150 ਰੁਪਏ ਦੀ ਜਿਹੜੀ ਪਾ ਕੇ ਸਪਿਰਟ ਤੇ ਪਾ ਕੇ ਤੇ 12,000 ਰੁਪਏ ਦੀ ਵੀ ਬੋਤਲ ਵਿਕ ਰਹੀ ਸੀ। ਮਤਲਬ ਇਹ ਸਾਰੀਆਂ ਗੱਲਾਂ ਕੱਲੇ ਸਾਡੇ ਕਹਿਣ ਦੀਆਂ ਨਹੀਂ ਕਿਉਂਕਿ ਵਿਰੋਧੀਆਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਗੱਲਾਂ ਕਰਦੇ ਆ। ਜਿੰਨੇ ਲੀਡਿੰਗ ਪੇਪਰ ਹੈ ਜਿੰਨੇ ਲੀਡਿੰਗ ਚੈਨਲ ਹੈ ਸਾਰਿਆਂ ਨੇ ਸਟੋਰੀਆਂ ਕੀਤੀਆਂ। ਪਰ ਮੈਨੂੰ ਇੱਕ ਦੱਸ ਦਿਓ ਵੀ ਕੈਪਟਨ ਸਾਹਿਬ ਦੇ ਕੰਨ ਤੇ ਜੂੰ ਸਰਕੀ ਕੋਈ ਕਿਉਂਕਿ ਮਹਿਕਮਾ ਉਹਨਾਂ ਕੋਲੇ ਆ। ਅੱਜ ਤੁਸੀਂ ਕੈਂਪ ਕਰੋ ਜਾਂ ਸਾਡੇ ਜਾਣ ਤੇ ਕਹਿੰਦੇ ਆ ਰਾਸ਼ਨ ਪਾਣੀ ਪਹੁੰਚਾ ਦਿਓ। ਜਿਹੜਾ ਰਾਸ਼ਨ ਪਾਣੀ ਤੁਹਾਡੇ ਕੋਲੇ ਆਇਆ ਉਹ ਤੁਹਾਡੇ ਕਾਂਗਰਸ ਦੇ ਵੀ ਕਈ ਐਮਐਲਏ ਪਿੱਟੀ ਜਾਂਦੇ ਆ ਕਿ ਸਾਰਾ ਹੀ ਰਾਹ ਚ ਖਾ ਗਿਆ ਕੋਈ। ਤੁਹਾਡੇ ਕਈ ਜਿਹਾਂ ਤੇ ਪਰਚੇ ਹੋ ਚੱਲੇ ਆ। ਆਉਣ ਵਾਲੇ ਦਿਨਾਂ ਚ ਸੀਬੀਆਈ ਜਾਂਚ ਵੀ ਇਹਦੀ ਬਣ ਜਾਣੀ ਹੈ ਜੋ ਹਾਲਾਤ ਬਣੇ ਹੋਏ ਆ। ਔਰ ਖਾਸ ਕਰਕੇ ਵੇਰਕਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਹਾਲਾਂਕਿ ਮੁੱਦਾ ਅੱਜ ਦੂਜਾ ਹੈ ਤੁਹਾਡੇ ਗਰੀਬ ਭਰਾਵਾਂ ਦੇ ਢਿੱਡ ਤੇ ਜਿਹੜੀ ਲੱਤ ਮਾਰੀ ਹੈ ਕਿ ਜਿਹੜਾ ਰਾਸ਼ਨ ਰਸਤੇ 'ਚ ਖਾਧਾ ਗਿਆ ਮੈਂ ਨਹੀਂ ਕਹਿੰਦਾ ਤੁਸੀਂ ਖਾ ਕੇ ਮੈਂ ਨਹੀਂ ਕਹਿੰਦਾ ਚਲੋ ਕੌਣ ਖਾ ਗਿਆ ਪਰ ਇਹਦੀ ਐਡੀ ਵੱਡੀ ਲੁੱਟ ਜਿਹੜੀ 4 ਚਪੇਰੇ ਹੋਈ ਜਾਂਦੀ ਹੈ ਭਾਵੇਂ ਸ਼ਰਾਬ ਦੇ ਜ਼ਰੀਏ ਹੋਈ ਜਾਂਦੀ ਹੈ ਭਾਵੇਂ ਰਾਸ਼ਨ ਦੇ ਜ਼ਰੀਏ ਹੋਈ ਜਾਂਦੀ ਹੈ। ਕਿਰਪਾ ਕਰਕੇ ਮੁੱਖ ਮੰਤਰੀ ਨੂੰ ਕਹੋ ਜੇ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰਨ ਤੇ ਜੇ ਨਹੀਂ ਕਰਨਾ ਤਾਂ ਛੱਡ ਕੇ ਕਿਸੇ ਪਾਸੇ ਬੈਠ ਕੇ ਕਿਸੇ ਹੋਰ ਨੂੰ ਬਿਠਾ ਦੇਣ। ਅੱਜ 125 ਬੰਦਾ ਮਰ ਗਿਆ ਤੁਸੀਂ ਨਾਲ ਜਾ ਕੇ ਪਰਿਵਾਰਾਂ ਨਾਲ FIR ਤਾਂ ਕਰਾ ਦਿਓ ਕਿਸੇ ਤੇ 302 ਦੀ ਲੋਕ ਨਾ ਕੇ ਫਲਾਣੇ ਬੰਦੇ ਸ਼ਾਮਲ ਹੈ। ਅੱਜ ਤੱਕ FIR ਚ ਨਾ ਹੀ ਨਹੀਂ ਵੇਰਕਾ ਸਾਹਿਬ ਸਜ਼ਾ ਕਿਸ ਨੂੰ ਮਿਲੂਗੀ? ਜੀ ਵੇਰਕਾ ਸਾਹਿਬ ਮੇਰੀ ਗੱਲ ਸੁਣੋ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ 37-38 ਲੋਕਾਂ ਨੂੰ ਗ੍ਰਿਫਤਾਰ ਇਹਦੇ ਚ ਕੀਤਾ ਅਲੱਗ-ਅਲੱਗ ਕੇਸਾਂ ਦੇ ਵਿੱਚ ਕੀਤਾ ਹੈ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦਾ ਵਾਅਦਾ ਕਰਕੇ ਜਾ ਰਿਹਾ ਔਰ ਮੈਂ ਕਿਉਂਕਿ ਅੱਜ ਸਮਾਂ ਉਹ ਨਹੀਂ ਹੈਗਾ ਕਿ ਮੈਂ ਪੋਲੀਟੀਕਲ ਗੱਲਾਂ ਕਰਨੀਆਂ ਸ਼ੁਰੂ ਕਰਾਂ ਕਿਉਂਕਿ ਦੁਖਾਂਤ ਹੈਗਾ ਔਰ ਦੁਖਾਂਤ ਵੀ ਮੇਰੇ ਪਰਿਵਾਰਾਂ ਦਾ ਹੈ ਉਹ ਪਰਿਵਾਰ ਜਿਨ੍ਹਾਂ 'ਚ ਮੈਂ ਖੁਦ ਜਨਮ ਲਿਆ। ਔਰ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰ ਰਿਹਾ ਕਿ ਤੁਸੀਂ ਸਭ ਲੋਕਾਂ ਨੇ ਹਮਦਰਦੀ ਉਹਨਾਂ ਨਾਲ ਕੀਤੀ ਹੈ। ਮੈਂ ਸਾਰਿਆਂ ਦਾ ਪਹਿਲੇ ਤਾਂ ਧੰਨਵਾਦ ਵੀ ਕਰਾਂਗਾ। ਲੇਕਿਨ ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਪਰਚਿਆਂ ਦੀ ਗੱਲ ਕਹੀ ਹੈ। ਹਾਂ ਉਹਨਾਂ ਲੋਕਾਂ ਦੇ ਉੱਪਰ ਪਰਚੇ ਬਿਲਕੁਲ ਅਵੱਛ ਹੋਣਗੇ ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮੈਂ ਗਰੀਬਾਂ ਦੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਜਸਟਿਸ ਰਿਹਾ ਹੈ ਔਰ ਉੱਥੇ ਮੈਂ ਖੁਦ ਕੈਂਪ ਕਰਨ ਜਾ ਰਿਹਾ ਔਰ ਮੈਂ ਵਾਅਦਾ ਕਰਕੇ ਜਾ ਰਿਹਾ ਕਿ ਗਰੀਬਾਂ ਨੂੰ ਇਨਸਾਫ ਮਿਲੇਗਾ ਔਰ ਗਰੀਬਾਂ ਦੀ ਲੜਾਈ ਮੈਂ ਲੜਾਂਗਾ।
ਵੇਰਕਾ ਸਾਹਿਬ, ਮੈਂ ਜ਼ਰੂਰ ਇੱਕ ਚੀਜ਼ ਤੁਹਾਡੇ ਕੋਲ ਇੱਥੇ ਪੁੱਛਣਾ ਚਾਹੁੰਦਾ, ਵੈਸੇ ਜ਼ਰੂਰ ਤਾਂ ਬਰਾੜ ਸਾਹਿਬ ਤੁਹਾਨੂੰ ਵੀ ਇਹ ਸਵਾਲ ਹੈਗਾ, ਪੰਜਾਬ ਦੇ ਵਿੱਚ ਕੋਈ ਕਿਸਾਨ ਜਿਹੜਾ ਆਤਮ ਹੱਤਿਆ ਕਰਦਾ ਹੈ, ਆਪਾਂ ਉਹਨਾਂ ਨੂੰ 3.5 ਲੱਖ ਰੁਪਏ ਦਿੰਦੇ ਆ। ਇਹ ਗਰੀਬ ਲੋਕੀ ਮਰੇ ਨੇ, ਇਹਨਾਂ ਨੂੰ ਆਪਾਂ 2-2 ਲੱਖ ਦੇ ਰਹੇ ਹਾਂ। ਬੱਸ ਦੇ ਵਿੱਚੋਂ ਲੜਕੀ ਡਿੱਗ ਕੇ ਮਰਦੀ ਹੈ, ਆਪਾਂ ਉਹਨਾਂ ਨੂੰ 20 ਲੱਖ ਤੋਂ ਉੱਤੇ ਜਿਹੜਾ ਉਹ ਪੈਸਾ ਰੈੱਡ ਕਰਾਸ ਦੇ ਥਰੂ ਦੇ ਦਿੰਦੇ ਆ। ਇਹ ਕੀ ਪੰਜਾਬ ਦੇ ਵਿੱਚ ਕੇਸ ਨੂੰ ਲੈ ਕੇ ਆਪਾਂ ਸਟੈਂਡਰਡ ਬਣਾਉਂਦੇ ਆ, ਜਾਂ ਆਪਾਂ ਬੰਦੇ ਦੀ ਜਿਹੜੀ ਆ ਉਹ ਸਮਝ ਨਹੀਂ ਪਾ ਰਹੇ ਕਿ ਹਾਲਾਤ ਕੀ ਹੈਗੇ ਨੇ, ਜਾਂ ਜਾਨਾਂ ਦੀ ਆਪਾਂ ਨੂੰ ਕੀਮਤ ਨਹੀਂ ਅਜੇ ਤੱਕ ਪਤਾ ਹੈਗੀ ਕਿ ਆਪਾਂ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੀ ਕੀਮਤ ਕਿੰਨੀ ਕੁ ਲਾਉਣੀ ਹੈ। ਪਰ ਮੈਂ ਜ਼ਰੂਰ ਤੁਹਾਡੇ ਦੋਵਾਂ ਕੋਲ ਪੁੱਛਦਾ, ਕਿਉਂਕਿ ਤੁਸੀਂ ਲੰਮਾ ਸਮਾਂ ਤੱਕ ਦੋਵਾਂ ਪਾਰਟੀਆਂ ਨੇ ਜਿਹੜਾ ਪੰਜਾਬ ਦੇ ਵਿੱਚ ਰਾਜ ਕੀਤਾ ਹੈ। ਮੈਂ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ 2 ਲੱਖ ਰੁਪਇਆ ਅਨਾਉਂਸ ਕੀਤਾ ਹੈ, ਮੈਂ ਤੁਹਾਡੇ ਕੋਲ ਦੋਵਾਂ ਕੋਲ ਪੁੱਛਣਾ ਚਾਹੁੰਦਾ ਕਿ ਕੀ ਇਹਦੇ ਨਾਲ ਇਹ ਪਰਿਵਾਰ ਜਿਹੜੇ ਨੇ ਗੁਜ਼ਾਰਾ ਕਰ ਲੈਣਗੇ, ਜਾਂ ਤੁਸੀਂ ਰਲ ਮਿਲ ਕੇ ਆਪਸ ਦੇ ਵਿੱਚ ਸਲਾਹ ਕਰਕੇ ਸਪੈਸ਼ਲ ਸੈਸ਼ਨ ਬੁਲਾ ਕੇ ਕੋਈ ਪ੍ਰੋਵੀਜ਼ਨ ਕਰਕੇ ਜਿਹੜਾ ਖਜ਼ਾਨੇ ਦੇ ਵਿੱਚੋਂ ਕੋਈ ਵੱਡੀ ਅਮਾਉਂਟ ਜਿਹੜੀ ਹੈ ਉਹਨਾਂ ਦੇ ਵਾਸਤੇ ਅਨਾਉਂਸ ਕਰੋਗੇ? ਬੇਨਤੀ ਕਰਾਂ ਜੀ, ਇਹਦੇ ਵਾਸਤੇ ਕੋਈ ਸੈਸ਼ਨ ਬੁਲਾਉਣ ਦੀ ਜ਼ਰੂਰਤ ਨਹੀਂ, ਔਰ ਮੁੱਖ ਮੰਤਰੀ ਜੀ ਨੇ ਇਹਦੇ ਵਾਸਤੇ ਸਾਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਉਹਨਾਂ ਦਾ ਜਾ ਕੇ ਇਹ ਅਸੀਂ ਸਾਰੇ ਜਿਹਨੇ ਰਲ ਕੇ 4 ਮਿਨਿਸਟਰਾਂ ਦੀ ਕਮੇਟੀ ਹੈ, ਔਰ ਅਸੀਂ ਜਾ ਕੇ ਇਹਦੀ ਕਰਾਂਗੇ, ਔਰ ਉਹਦੇ ਮੁਆਵਜ਼ੇ ਦੇ ਅੰਦਰ ਵੀ ਵਾਧਾ ਹੋਏਗਾ। ਇਹ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ, ਔਰ ਉਹ ਜਿੱਥੇ ਵੀ ਉਹਨਾਂ ਦੀਆਂ ਹੋਰ ਵੀ ਸਹੂਲਤਾਂ ਦੀ ਜ਼ਰੂਰਤ ਹੋਏਗੀ, ਉਹ ਸਹੂਲਤਾਂ ਵੀ ਉਹਨਾਂ ਨੂੰ ਮਿਲਣਗੀਆਂ। ਚਾਹੇ ਉਸ ਪਰਿਵਾਰ ਦੇ ਵਿੱਚ ਅਗਰ ਕੋਈ ਜੀ ਨਹੀਂ ਬਚਿਆ ਔਰ ਉਸ ਜੀ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ, ਉਹਨਾਂ ਦੀ ਨੌਕਰੀ ਵਾਸਤੇ ਰਿਕਮੈਂਡ ਕਰਾਂਗੇ, ਔਰ ਉਹਨਾਂ ਨੂੰ ਹੋਰ ਮੁਆਵਜ਼ੇ ਵਾਸਤੇ ਰਿਕਮੈਂਡ ਕਰਾਂਗੇ। ਅਗਰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਘਰ ਹੈ ਉਹ ਰਹਿਣ ਦੇ ਕਾਬਲ ਨਹੀਂ, ਉਹ ਘਰ ਦੇ ਵਾਸਤੇ ਮੁੜ ਬਸੇਬਾ ਹੋਵੇ, ਇਸ ਨੂੰ ਵੀ ਜ਼ਰੂਰ ਦੇਖਾਂਗੇ। ਔਰ ਕਿਉਂਕਿ ਇਹ ਦੁਖਾਂਤ ਇਹ ਇੱਕ ਪੰਜਾਬ ਦਾ ਨਹੀਂ, ਪੰਜਾਬ ਦੇ ਇੱਕ ਪਰਿਵਾਰ ਦਾ, ਪੂਰੇ ਪਰਿਵਾਰ ਦਾ ਦੁਖਾਂਤ ਹੈ। ਔਰ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਕਿ ਅੱਜ ਸਮਾਂ ਇਸ ਗੱਲ ਦਾ ਹੈਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਗਰੀਬਾਂ ਦੀ ਬਾਹ ਫੜਨੀ ਚਾਹੀਦੀ ਹੈ, ਔਰ ਇਹ ਮੁੱਖ ਮੰਤਰੀ ਜੀ ਨੇ ਇਹਦੇ ਵਾਸਤੇ ਬਿਲਕੁਲ ਸਾਨੂੰ ਇਜਾਜ਼ਤ ਦਿੱਤੀ ਹੈ ਕਿ ਉੱਥੇ ਜਾ ਕੇ ਉਹ ਰਿਪੋਰਟ ਕਰੋ, ਉਹਨੂੰ ਦੇਖੋ ਕੀ ਹੋਣ ਵਾਲਾ ਹੈ, ਔਰ ਇਨਵਿਨ ਜੋ ਰਿਪੋਰਟ ਸਾਡੀ ਹੋਏਗੀ ਮੁੱਖ ਮੰਤਰੀ ਜੀ ਉਸ ਸਿਫਾਰਸ਼ਾਂ ਨੂੰ ਮੰਨ ਲੈਣਗੇ। ਤੇ ਰਾਜਕੁਮਾਰ ਵੇਰਕਾ ਜੀ, ਮੈਂ ਤੁਹਾਡੇ ਕੋਲ ਵੀ ਇੱਕ ਸਵਾਲ ਕਰਦਾ ਕਿ ਜਿਹੜੇ ਹੁਣ ਬੰਦੇ ਸਸਪੈਂਡ ਕੀਤੇ ਗਏ ਨੇ, 13 ਤੋਂ ਵੱਧ ਜਿਹੜੇ ਲੋਕ ਸਸਪੈਂਡ ਹੋਏ ਨੇ, ਕੀ ਉਹਨਾਂ ਦੇ ਉੱਤੇ ਕੱਲ ਨੂੰ ਡਿਸਮਿਸ ਵੀ ਹੋ ਸਕਦੇ ਨੇ? ਉਹਨਾਂ ਦੇ ਕੱਲ ਨੂੰ ਕਾਨੂੰਨੀ ਕੇਸ ਵੀ ਚੱਲਣਗੇ, ਜਾਂ ਸਿਫਾਰਿਸ਼ਾਂ ਤੋਂ ਬਾਅਦ 2-3 ਮਹੀਨਿਆਂ ਤੋਂ ਬਾਅਦ ਉਹ ਆਪਣੀਆਂ ਸੀਟਾਂ ਦੇ ਉੱਤੇ ਵਾਪਸ ਆ ਜਾਣਗੇ? ਕੀ ਇਹਦੇ ਬਾਰੇ ਵੀ ਕੋਈ ਮੁੱਖ ਮੰਤਰੀ ਸਾਹਿਬ ਨੇ ਕੋਈ ਇਸ਼ਾਰਾ ਕੀਤਾ? ਦੇਖੋ, ਇਹਦੇ ਵਾਸਤੇ ਬੜੀ ਸਿੱਧੀ ਗੱਲ ਹੈ ਕਿ ਹੁਣ ਮੁੱਖ ਮੰਤਰੀ ਜੀ ਨੇ ਕਿਹਾ ਕਿ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਜ਼ਿਲ੍ਹੇ ਦਾ ਐਸਐਸਪੀ ਰਿਸਪੌਂਸਿਬਲ ਅੱਗੇ ਤੋਂ ਹੋਏਗਾ, ਔਰ ਇਹ ਛੋਟੇ ਅਧਿਕਾਰੀਆਂ ਦੇ ਨਾਲ ਵੱਡੇ ਅਫਸਰਾਂ ਦੀ ਵੀ ਹੁਣ ਜ਼ਿੰਮੇਵਾਰੀ ਤੈਅ ਹੋਏਗੀ। ਔਰ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਚਾਰਜਸ਼ੀਟ ਕੀਤਾ ਗਿਆ, ਔਰ ਉਹਨਾਂ ਦੀਆਂ ਫਾਈਲਾਂ ਖੋਲੀਆਂ ਗਈਆਂ, ਔਰ ਉਹਦੇ ਵਾਸਤੇ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ। ਅਗਰ ਜੋ ਕਿਸੇ ਦਾ ਰੋਲ ਬਣਦਾ ਹੈ, ਇਨ ਬਿਨ ਰੋਲ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ, ਉਹਨਾਂ ਨੂੰ ਸਜ਼ਾ ਵੀ ਹੋਏਗੀ। ਬਿਲਕੁਲ, ਸਜ਼ਾ ਵੀ ਜਿਹੜੀ ਉਹ ਉਹਨਾਂ ਨੂੰ ਜ਼ਰੂਰ ਦਿਵਾਈ ਜਾਵੇਗੀ। ਪਰ ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਰਾਜਨੀਤਿਕ ਜਿਹੜੀ ਪਾਰਟੀ ਹੈਗੀ ਹੈ, ਇਹ ਵੀ ਆਪਣੇ ਵੱਲੋਂ ਕੋਈ ਤਿਲਫੁਲ ਜਿਹੜਾ ਹੈ ਉਹ ਇਹਨਾਂ ਲੋਕਾਂ ਨੂੰ ਜਾ ਕੇ ਦੇ ਰਹੀ ਹੈ? ਕੋਈ ਆਪਣੇ ਵੱਲੋਂ ਤੁਸੀਂ ਜਿਹੜਾ ਆਪਣੇ NRI ਭਾਈਚਾਰਾ ਤੁਹਾਡਾ ਹੈਗਾ, ਜਿਹੜੇ ਵੱਖ-ਵੱਖ ਜਗ੍ਹਾ ਤੋਂ ਤੁਹਾਨੂੰ ਸਪੋਰਟ ਕਰਦੇ ਨੇ, ਕਿ ਤੁਸੀਂ ਉਹਨਾਂ ਨੂੰ ਵੀ ਕੋਈ ਮਦਦ ਵਾਸਤੇ ਜਿਹੜਾ ਉਹ ਅਪੀਲ ਕਰੋਗੇ ਕਿ ਇਹਨਾਂ ਪਰਿਵਾਰਾਂ ਦੀ ਸਾਨੂੰ ਵੀ ਆਪਣੇ ਤੌਰ ਤੇ ਮਦਦ ਕਰਨੀ ਚਾਹੀਦੀ ਹੈ? ਮੁਨੀਸ਼ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਮਿਲ ਰਹੀ, ਕੱਟ ਕੇ ਮਿਲ ਰਹੀ ਹੈ, ਮੈਨੂੰ ਕੁਝ ਸਮਝ ਨਹੀਂ ਲੱਗੇ ਤੁਹਾਡੇ ਸਵਾਲ। ਬਰਾੜ ਸਾਹਿਬ, ਮੇਰਾ ਸਵਾਲ ਸੀ ਕਿ ਜਿਹੜਾ ਆਪਣਾ NRI ਭਾਈਚਾਰਾ ਹੈ, ਜਿਹੜਾ ਤੁਹਾਡੀ ਰਾਜਨੀਤਿਕ ਪਾਰਟੀ ਦੇ ਜਿਹੜੇ ਇੱਥੇ ਨੁਮਾਇੰਦੇ ਹੈਗੇ ਨੇ, ਕੀ ਤੁਸੀਂ ਉਹਨਾਂ ਦੇ ਥਰੂ ਕਿਸੇ ਨੂੰ ਬੇਨਤੀ ਕਰੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਕੁਛ ਨਾ ਕੁਛ ਜਿਹੜੀ ਹੈ ਤਿਲਫੁਲ ਇਕੱਠਾ ਕਰੀਏ ਤੇ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੀਏ? ਕਿਉਂਕਿ ਸਰਕਾਰ ਤੇ ਠੀਕ ਹੈ ਜਦੋਂ ਕਰੇਗੀ ਉਦੋਂ ਕਰੇਗੀ, ਪਰ ਤੁਸੀਂ ਆਪਣੇ ਤੌਰ ਤੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਿਆ ਭਾਵੇਂ ਉਹ ਰਾਜਨੀਤਿਕ ਪੱਖਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੋਵੇ, ਭਾਵੇਂ ਉਸ ਤਰ੍ਹਾਂ ਕੀਤਾ ਗਿਆ ਹੋਵੇ, ਪਰ ਮਦਦ ਕਿਤੇ ਨਾ ਕਿਤੇ ਤੁਸੀਂ ਵੀ ਕੀਤੀ ਹੈ। ਦੇਖੋ, ਇੱਕ ਗੱਲ ਹੈ, ਜਿਹੜੀ ਸਾਡੇ NRI ਭਰਾ ਨੇ ਉਹ ਆਪਣੇ ਪਿੰਡਾਂ ਦੇ ਇਲਾਕਿਆਂ ਦੀ ਉਹ ਬਿਨਾਂ ਸਾਡੇ ਕਹਿਣ ਤੋਂ ਹੀ ਜਿਹੜੀ ਹੈ ਕਰਦੇ ਰਹਿੰਦੇ ਆ, ਔਰ ਹੋ ਸਕਦਾ ਹੈ ਜਿਨ੍ਹਾਂ ਨੇ ਮਦਦ ਪਹੁੰਚਾਉਣੀ ਆ ਉਹ ਪਹੁੰਚਾ ਵੀ ਰਹੇ ਹੋਣਗੇ। ਪਰ ਮੈਂ ਬੇਨਤੀ ਕਰੂੰਗਾ ਕਿ ਇਹੋ ਜਿਹੀ ਤਵੱਕੋਂ ਜਿਹੜੀ ਹੈ, ਜਾਂ ਇਹੋ ਜਿਹੇ ਮਤਲਬ ਘਾਟੇ ਪੂਰੇ ਕਹਿ ਲਈਏ, ਜਾਂ
ਲੋੜਾਂ ਪੂਰੀਆਂ ਕਰਨ ਦੀ ਗੱਲ ਕਰੀਏ, ਸਰਕਾਰਾਂ ਦਾ ਹੀ ਫਰਜ਼ ਹੁੰਦਾ ਔਰ ਸਰਕਾਰਾਂ ਹੀ ਕਰ ਸਕਦੀਆਂ। ਔਰ ਵੱਡੀ ਗੱਲ ਇਸ ਗੱਲ ਦੀ ਹੈਗੀ ਆ ਕਿ ਜਿਹੜੇ ਜਿਸ ਤਰ੍ਹਾਂ ਵੇਰਕਾ ਸਾਹਿਬ ਕਹਿ ਤੇ ਰਹੇ ਨੇ ਕੈਂਪ ਕਰ ਰਹੇ ਆ ਜਾਂ ਇੰਨੇ ਬੰਦੇ ਫੜ ਲਏ ਆ, ਮੇਰੀ ਇੱਕ ਵੇਰਕਾ ਸਾਹਿਬ ਬੇਨਤੀ ਹੈ ਕਿ ਇਹ 302 ਦਾ ਪਰਚਾ ਜਿਹੜਾ ਹੈਗਾ ਮਰਡਰ ਦਾ ਦਰਜ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਅੱਜ ਵਾਰ ਜਾ ਕੇ ਸਾਡੇ ਬੰਦਿਆਂ ਦੇ ਨਾਲ ਥਾਣੇ ਤੱਕ ਗਏ ਆ, ਐਸਐਸਪੀ ਨੇ ਮਿਲਣ ਤੋਂ ਗੇਟ ਬੰਦ ਕਰਤਾ, ਡੀਐਸਪੀ ਨੇ ਮਿਲਣ ਤੋਂ ਗੇਟ ਬੰਦ ਕਰਤਾ, ਐਸਐਚਓ ਕੋਲੇ ਜਦੋਂ ਆਪਾਂ ਲੈ ਕੇ ਗਏ ਆ ਤਾਂ ਪਰਿਵਾਰਾਂ ਨੇ ਕਿਹਾ ਕਿ ਜੋ ਬਿਆਨ ਅਸੀਂ ਕਹੇ ਸੀ ਉਹ ਸਾਡੇ ਲਿਖੇ ਹੀ ਨਹੀਂ ਹੈ। ਤੇ ਜੇ ਬੰਦਾ ਕਿਸੇ ਦਾ ਮਰ ਜਾਏ ਉਹ ਬਿਆਨ ਜਿਹੜੇ ਆ ਜੋ ਲਿਖਾਉਂਦਾ ਉਹ ਲਿਖਣੇ ਪੈਂਦੇ ਆ, ਐਫਆਈਆਰ ਕਰਨੀ ਪੈਂਦੀ ਹੈ, ਬਾਅਦ ਚ ਪੜਤਾਲਾਂ ਵੀ ਹੁੰਦੀਆਂ। ਪਰ ਇੱਥੇ ਤੇ ਇਹ ਹਾਲਾਤ ਨੇ ਕਿ ਐਫਆਈਆਰ ਦਰਜ ਕਰਨ ਨੂੰ ਤਿਆਰ ਨਹੀਂ ਸਰਕਾਰ, ਤੇ ਸਜ਼ਾ ਕਿਸ ਨੂੰ ਤੇ ਕਿਵੇਂ ਮਿਲੇਗੀ? ਹੁਣ ਰਹਿ ਜਾਂਦੀ ਹੈ ਜਦੋਂ ਜਿਮਨੀ ਬੰਦੀ ਹੈ ਉਹ 'ਚ ਕੋਈ ਅਮੈਂਡਮੈਂਟ ਬਿਆਨ ਕਰਾਉਣਾ ਚਾਹੁੰਦੇ ਆ। ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਅਸੀਂ ਉੱਥੇ ਕੈਂਪ ਕਰਨ ਲੱਗੇ ਹਾਂ ਜਾ ਕੇ, ਔਰ ਇਦਾਂ ਦੀ ਜਿਹੜੀਆਂ ਤੁਹਾਡੀ ਸ਼ਿਕਾਇਤ ਹੈ, ਇਦਾਂ ਦੀ ਜਿਹੜੀ ਵੀ ਕੋਈ ਸ਼ਿਕਾਇਤ ਹੋਏਗੀ ਉਹਨੂੰ ਬਿਲਕੁਲ ਦੂਰ ਕਰਾਂਗੇ। ਔਰ ਇਹਨਾਂ ਨੂੰ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਸਾਡੇ ਵਾਸਤੇ ਸਭ ਤੋਂ ਵੱਡਾ ਪੇਨਫੁਲ ਮੇਰੇ ਲਈ ਇਹ ਹੈ ਕਿ ਮੇਰੇ ਵਾਸਤੇ ਕਿਉਂਕਿ ਤਕਲੀਫ ਦੇ ਇਹ ਲਾਈਨ ਹੈਗੀ ਹੈ। ਇਹ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਭਾਈ ਇਹ ਮੌਤ ਨਹੀਂ, ਇਹ ਕਤਲ ਆ, ਇਹ ਕਤਲ ਆ ਦੇ, ਇਹ ਗਰੀਬਾਂ ਦੇ ਕਤਲ ਜਿਹੜੇ ਹੋਏ ਆ, ਇਹ ਇਹਨਾਂ ਦੇ ਦੋਸ਼ੀਆਂ ਦੇ ਗਿਰੇਬਾਂ ਨੂੰ ਹੱਥ ਪਵੇ, ਇਸ ਦੀ ਪੈਰਵਾਈ ਮੈਂ ਕਰੂੰਗਾ, ਮੈਂ ਤੁਹਾਨੂੰ ਵਾਅਦਾ ਕਰਦਾ। ਵੇਰਕਾ ਸਾਹਿਬ, ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਕਿ ਤੁਸੀਂ ਕਿਹਾ ਕਿ ਅਸੀਂ ਕੈਂਪ ਕਰਾਂਗੇ, ਕੈਂਪ ਕਰਕੇ ਜਿਹੜੀ ਉਹ ਕਾਰਵਾਈ ਕਰਾਵਾਂਗੇ, ਪਰ ਜਿਹੜੀ ਐਫਆਈਆਰ ਜਿਹੜੀ ਇਸ ਵੇਲੇ ਵਿਰੋਧੀ ਧਿਰ ਜਿਹੜੀ ਮੰਗ ਕਰ ਰਹੇ ਨੇ ਉਹਨਾਂ ਨੇ ਤਾਂ ਬੜਾ ਕਲੀਅਰਲੀ ਤੁਹਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਜੇ ਇੱਕ ਆਮ ਬੰਦਾ ਵੀ ਉੱਥੇ ਐਫਆਈਆਰ ਲੈ ਕੇ ਜਾਂਦਾ ਹੈ, ਰਿਪੋਰਟ ਲੈ ਕੇ ਜਾਂਦਾ ਹੈ, ਤਾਂ ਐਸਐਚਓ ਦਾ ਫਰਜ਼ ਬਣਦਾ ਹੈ ਕਿ ਉਹਦੀ ਗੱਲ ਨੂੰ ਸੁਣੇ ਤੇ ਉਹਨੂੰ ਜਿਹੜਾ ਉਹ ਮਾਮਲਾ ਦਰਜ ਕਰੇ। ਬਾਅਦ ਚ ਜਾਂਚ ਹੁੰਦੀ ਰਹੂਗੀ ਕਿ ਉਹ ਜਿਹੜਾ ਇਨਵੈਸਟੀਗੇਸ਼ਨ ਚ ਕਿ ਜਿਹੜਾ ਬਿਆਨ ਦਿੱਤਾ ਸੀ ਝੂਠਾ ਹੈ ਜਾਂ ਸੱਚਾ ਹੈ, ਅਦਾਲਤਾਂ ਉੱਤੇ ਫੈਸਲਾ ਕਰਨਗੀਆਂ। ਪਰ ਕੈਂਪ ਕਰਕੇ ਡੰਡੇ ਦੇ ਦਬਾਅ ਦੇ ਨਾਲ ਕਾਰਵਾਈ ਕਰਵਾਉਣੀ ਇਹ ਕੀ ਅੱਜ ਜ਼ਰੂਰੀ ਹੈਗੀ ਹੈ ਕਿ ਲਾਅ ਐਂਡ ਆਰਡਰ ਦਾ ਅੱਜ ਜਿਹੜੀ ਰੀੜ ਦੀ ਹੱਡੀ ਹੈ ਏਡੀ ਕਮਜ਼ੋਰ ਹੋ ਚੁੱਕੀ ਹੋਈ ਹੈ ਕਿ ਤੁਸੀਂ ਜਾ ਕੇ ਉੱਥੇ ਇਲਾਕੇ ਦੇ ਵਿੱਚ ਤੁਸੀਂ ਜਾ ਕੇ ਕਾਰਵਾਈ ਕਰੋਗੇ, ਤੁਸੀਂ ਕੈਂਪ ਕਰੋਗੇ ਤੇ ਉਸ ਤੋਂ ਬਾਅਦ ਹੀ ਕਾਰਵਾਈ ਜਿਹੜੀ ਉਹ ਸ਼ੁਰੂ ਹੋਊਗੀ। ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਅਸੀਂ ਜਾ ਕੇ ਕਾਰਵਾਈ ਕਰਾਂਗੇ, ਅਸੀਂ ਗੱਲ ਨੂੰ ਰਿਵਿਊ ਕਰਾਂਗੇ ਕਿ ਕਿੱਥੇ ਕਮੀਆਂ ਰਹਿ ਗਈਆਂ। ਅਗਰ ਐਫਆਈਆਰ ਦੇ ਅੰਦਰ ਕਿਤੇ ਕਮੀ ਆ ਉਹਨੂੰ ਬਿਲਕੁਲ ਦਰੁਸਤ ਕਰਾਵਾਂਗੇ ਔਰ ਸ਼ਿਕਾਇਤ ਵੀ ਸੁਣਾਂਗੇ ਔਰ ਲੋਕਾਂ ਦੀ ਸ਼ਿਕਾਇਤ ਦੇ ਅਨੁਸਾਰ ਜਿਹੜੀ ਹੈਗੀ ਆ ਉਹ ਕਾਰਵਾਈ ਹੋਏਗੀ। ਔਰ ਇਹ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਜੀ। ਡਾਕਟਰ ਰਾਜਕੁਮਾਰ ਵੇਰਕਾ ਜੀ ਦਾ ਸੰਪਰਕ ਸਾਡੇ ਨਾਲ ਸ਼ਾਇਦ ਟੁੱਟ ਚੁੱਕਾ ਹੋਇਆ। ਮੈਂ ਸਰਦਾਰ ਕੁਲਵੰਤ ਸਿੰਘ ਹੋਣਾ ਕੋ ਜਿਹੜਾ ਵਾਪਸ ਆਣਾ। ਕੁਲਵੰਤ ਸਿੰਘ ਜੀ, ਤੁਸੀਂ ਦੋਵੇਂ ਤਰ੍ਹਾਂ ਦੀ ਸੁਣੀ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਲੰਮਾ ਸਮਾਂ ਸੱਤਾ ਕਰਨ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਫਿਰ ਹਾਲਾਤ ਨੇ, ਇਲਜ਼ਾਮਾਂ ਦੀ ਜਿਹੜੀ ਝੜੀ ਇੱਕ ਦੂਜੇ ਵੱਲੋਂ ਲਾਈ ਜਾ ਰਹੀ ਹੈ, ਜਵਾਬ ਦਿੱਤੇ ਜਾ ਰਹੇ ਨੇ। ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਲੋਕਲ ਲੈਵਲ ਤੇ ਤੁਹਾਨੂੰ ਕੀ ਲੱਗਦਾ ਪਿਆ ਕਿ ਇਹਨਾਂ ਪਰਿਵਾਰਾਂ ਨੂੰ ਇਨਸਾਫ ਮਿਲੇਗਾ ਜਾਂ ਇਹ ਵੀ ਜਿਹੜੇ ਨੇ ਵਿਸ਼ਵਾਸਾਂ ਦੇ ਵਿੱਚ ਹੀ ਜਿਹੜੇ ਨੇ ਜਾਂ ਭਰੋਸੇ ਦੇ ਵਿੱਚ ਹੀ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਬਤੀਤ ਕਰਨਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ? ਮਨੀਸ਼ ਜੀ, ਪਹਿਲਾਂ ਤਾਂ ਮੈਂ ਬਰਾੜ ਸਾਹਿਬ ਨੇ ਇੱਕ ਗੱਲ ਕਹੀ ਸੀ ਉਹ ਜਵਾਬ ਦੇਣਾ ਚਾਹਣਾ, ਜਵਾਬ ਨਹੀਂ ਸਵਾਲ ਪੁੱਛਣਾ ਚਾਹਣਾ ਕਿ ਇਹਨਾਂ ਨੇ ਕਿਹਾ ਅਫਸਰਸ਼ਾਹੀ ਜਿਹੜੀ ਹੈ ਇਹ ਜ਼ਿੰਮੇਵਾਰ ਹੈ। ਅਫਸਰਸ਼ਾਹੀ ਜ਼ਿੰਮੇਵਾਰ ਹੈ, ਪਰ ਇੱਥੇ ਇੱਕ ਥੋੜਾ ਜਿਹਾ ਟਾਈਮ ਲੈ ਕੇ ਮੈਂ ਤੁਹਾਨੂੰ ਤੱਥ ਦੱਸਣੇ ਚਾਹਣਾ ਆ ਕਿ ਇਹਨਾਂ ਨੇ ਇੱਕ ਹਲਕਾ ਇੰਚਾਰਜ ਸਿਸਟਮ ਸ਼ੁਰੂ ਕੀਤਾ ਹੋਇਆ। ਜਿਹੜਾ ਐਮਐਲਏ ਭਾਵੇਂ ਉਹ ਪਾਰਟੀ ਦੀ ਸਰਕਾਰ ਹੋਵੇ ਜਾਂ ਨਾ ਹੋਵੇ, ਜੇ ਐਮਐਲਏ ਅਕਾਲੀ ਦਲ ਦਾ ਤਾਂ ਉੱਥੇ ਹਲਕਾ ਇੰਚਾਰਜ ਅਕਾਲੀ ਦਲ ਦਾ ਲਾ ਦਿੱਤਾ ਜਾਂਦਾ, ਤੇ ਜਿਹੜੀ ਸਰਕਾਰ ਆ ਉਹਦੇ ਜਿਹੜੇ ਹਲਕਾ ਇੰਚਾਰਜ ਜਾਂ ਐਮਐਲਏ ਨੇ ਉਹ ਐਸਐਚਓ ਤੋਂ ਪਰ ਮੰਥ ਪੈਸੇ ਲੈਂਦੇ ਆ। ਇਹ ਮੈਨੂੰ ਇੱਕ ਐਸਐਚਓ ਨੇ, ਮੇਰੇ ਮਿੱਤਰ ਐਸਐਚਓ ਨੇ ਕੁਲਵੰਤ ਸਿੰਘ ਜੀ ਆਪਾਂ ਗੱਲ ਪਤਾ ਕੀ ਕਰੀਏ, ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਸੁਣੋ, ਪ੍ਰੂਵ ਨਹੀਂ ਕਰ ਸਕਦੇ। ਪਿੱਛੇ ਕਾਰਨ ਕੀ ਹੈ? ਮੈਂ ਇੱਕ ਚੀਜ਼ ਤੁਹਾਨੂੰ ਇੱਥੇ ਜ਼ਰੂਰ ਦੱਸਾਂ ਕੁਲਵੰਤ ਸਿੰਘ ਜੀ, ਮੇਰੀ ਗੱਲ ਸੁਣੋ। ਅਕਾਲੀ ਦਲ ਨੇ ਉਹ ਪ੍ਰਥਾ ਸ਼ੁਰੂ ਕੀਤੀ ਸੀ, ਥਾਣਿਆਂ ਦੀ ਹੱਦਬੰਦੀ ਜਿਹੜੀ ਉਹ ਚੇਂਜ ਕੀਤੀ ਸੀ ਆਪਣੇ ਮੁਤਾਬਕ। ਕਾਂਗਰਸ ਨੇ ਜਿਹੜਾ ਉਹਨੂੰ ਅੱਗੇ ਕੰਟੀਨਿਊ ਕੀਤਾ। ਆਪਾਂ ਇਸ ਚੀਜ਼ ਨੂੰ ਮੰਨ ਕੇ ਚੱਲਦੇ ਹਾਂ ਜੇ ਅਕਾਲੀ ਦਲ ਨੇ ਗਲਤ ਕੀਤਾ ਸੀ ਤਾਂ ਉਸ ਪ੍ਰਥਾ ਨੂੰ ਖਤਮ ਕਰਦੇ, ਪਰ ਉਹ ਪ੍ਰਥਾ ਜਿਹੜੀ ਅੱਜ ਵੀ ਕੰਟੀਨਿਊ ਹੈ। ਪੂਰੀ ਗੱਲ ਮੈਂ ਤਾਂ ਕਰ ਲਵਾਂ, ਜਦੋਂ ਕਿਸੇ ਦੀ ਸ਼ਰਾਬ ਦੀ ਭੱਠੀ ਫੜੀ ਜਾਂਦੀ ਆ ਤਾਂ ਫੋਨ ਆ ਜਾਂਦਾ ਐਸਐਚਓ ਨੂੰ ਕਿ ਇਹ ਸਾਡੀ ਪਾਰਟੀ ਦਾ ਬੰਦਾ ਆ, ਇਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਜੀ
ਇਹ ਬਰਾੜ ਸਾਹਿਬ ਕਾਫੀ ਸਿਆਣੇ ਸੂਝਵਾਨ ਨੇ। ਵੇਰਕਾ ਸਾਹਿਬ ਵੀ ਕਾਫੀ ਲੋਕਾਂ ਦੇ ਵਿੱਚ ਵਿਚਰਦੇ ਆ। ਅਗਰ ਇਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਆਵਾਜ਼ ਆਪਣੀਆਂ ਪਾਰਟੀਆਂ 'ਚ ਉਠਾਉਣ ਕਿ ਜਿਹੜੇ ਲੋਕ ਦੋਸ਼ੀ ਆ ਉਹਨਾਂ ਨੂੰ ਬਚਾਉਣ ਲਈ ਕੋਈ ਫੋਨ ਨਹੀਂ ਕਰੇਗਾ। ਅਗਰ ਕੋਈ ਐਮਐਲਏ ਫੋਨ ਕਰਦਾ ਆ ਜਾਂ ਕੋਈ ਮੰਤਰੀ ਫੋਨ ਕਰਦਾ ਆ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਪਹਿਲੀ ਗੱਲ ਇਹ। ਦੂਜੀ ਚੀਜ਼ ਜਿਹੜੀ ਤੁਸੀਂ ਸਵਾਲ ਕੀਤਾ ਆ ਕਿ ਕਾਰਵਾਈ ਹੋਏਗੀ ਜਾਂ ਲੋਕਾਂ ਨੂੰ ਮੁਆਵਜ਼ੇ ਮਿਲਣਗੇ, ਜੇਕਰ 2014 ਵਾਲਿਆਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਤਾਂ ਇਹਨਾਂ ਤੋਂ ਵੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਬਹੁਤੀ। ਇਹ ਤਾਂ ਜਿਵੇਂ ਤੁਸੀਂ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰ ਰਹੇ ਸੀ, ਉਹ ਹੀ ਕੁਝ ਕਰ ਸਕਦੇ ਐਨਆਰਆਈ ਭਰਾ ਨੇ ਜਿਹੜੇ, ਜਾਂ ਫਿਰ ਇੱਥੋਂ ਦੇ ਜਿਹੜੇ ਜਿਵੇਂ ਇੱਥੇ ਸਰਬੱਤ ਦਾ ਭਲਾ ਟਰਸਟ ਕੰਮ ਕਰ ਰਿਹਾ, ਹੋਰ ਕਈ ਲੋਕ ਨੇ ਜਿਹੜੇ ਸਮਾਜ ਸੇਵੀ ਨੇ, ਉਹਨਾਂ ਤੋਂ ਅਸੀਂ ਆਸ ਕਰ ਸਕਦੇ ਹਾਂ। ਸਿਆਸਤਦਾਨਾਂ ਤੋਂ ਅਸੀਂ ਕੋਈ ਆਸ ਨਹੀਂ ਕਰ ਸਕਦੇ। ਇਹਨਾਂ ਵੱਲੋਂ ਅਨਾਉਂਸ ਕੀਤੇ ਹੋਏ ਫੰਡ ਵੀ ਨਹੀਂ ਮਿਲਦੇ ਮਨੀਸ਼ ਜੀ। ਤੇ ਜਿਹੜੀ ਚੀਜ਼ ਇਹ ਅਨਫੋਰਚੂਨੇਟ ਹੈ, ਸਰਕਾਰਾਂ ਦੀ ਬਲੇਮ ਗੇਮ ਜਿਹੜੀ ਹੈ ਉਹ ਇੱਕ ਦੂਜੇ ਦੇ ਖਿਲਾਫ ਰਹਿੰਦੀ ਹੈ। ਪਰ ਮੈਂ ਜ਼ਰੂਰ ਇੱਕ ਗੱਲ ਕਰਦਾ ਕਿ ਸਰਕਾਰ ਨੇ ਖਜ਼ਾਨੇ ਦੇ ਵਿੱਚੋਂ ਪੈਸੇ ਦੇਣੇ ਹੁੰਦੇ ਨੇ। ਜੇ ਅਕਾਲੀ ਦਲ ਨੇ ਉਸ ਸਮੇਂ ਨਹੀਂ ਦਿੱਤੇ ਤਾਂ ਕਾਂਗਰਸ ਹੁੰਦੇ ਦੇ ਕਵੇ ਕਿ ਅਸੀਂ ਪੁਰਾਣਾ ਖਾਤਾ ਵੀ ਜਿਹੜਾ ਕਲੀਅਰ ਕੀਤਾ। ਹਾਂ ਬਿਲਕੁਲ। ਉਹ ਤਾਂ ਜੀ ਬਰਾੜ ਸਾਹਿਬ, ਮੈਂ ਇੱਕ ਬੇਨਤੀ ਕਰਾਂ। ਸਾਹ ਕੁਲਵੰਤ ਸਿੰਘ ਜੀ ਬੜੇ ਸਿਆਣੇ ਨੇ, ਉਮਰ 'ਚ ਵੱਡੇ ਵੀ ਨੇ, ਪਰ ਮਨੀਸ਼ ਜੀ ਮੇਰੀ ਬੇਨਤੀ ਹੈ ਕਿ ਘੱਟੋ ਘੱਟ ਨਾ ਆਪਾਂ ਇੱਕ ਇੰਡੀਪੈਂਡੈਂਟ ਸੋਚ ਲਈ ਜਿਹੜੇ ਆ ਨਾ, ਇੰਡੀਪੈਂਡੈਂਟ ਸੋਚ ਲਈ ਕੋਈ ਪੱਤਰਕਾਰ ਭਾਈਚਾਰੇ 'ਚ ਬੰਦਾ ਜਿਹੜਾ ਬਿਠਾਇਆ ਕਰੋ। ਮੈਂ ਟੋਕ ਵੀ ਦਿੱਤਾ ਵੀ ਪਿਛਲੀ ਗੱਲ ਤੁਸੀਂ ਕਰੀ ਜਾਂਦੇ ਹੋ। ਪਿਛਲੀ ਗੱਲ ਦਾ ਤਾਂ ਫਾਇਦਾ ਹੈ ਜੇ ਕੋਈ ਹਲੇ ਤੱਕ ਹੁਣ ਵੋਟਾਂ ਪੈਣੀਆਂ ਹੋਣ। ਪਿਛਲੇ ਸਾਡੇ ਕੰਮਾਂ ਦੇ ਉੱਤੇ ਲੋਕਾਂ ਨੇ ਫਤਵਾ ਦੇਤਾ। ਅੱਜ ਮੌਜੂਦਾ ਸਰਕਾਰ ਨੂੰ ਕੋਈ ਕੁਐਸਚਨ ਨਹੀਂ ਕੀਤਾ ਇਹਨਾਂ ਨੇ ਕਿ ਐਫਆਈਆਰ ਕਿਉਂ ਨਹੀਂ ਦਰਜ ਹੋਈ। ਬਰਾੜ ਸਾਹਿਬ ਨੇ ਇਹ ਕਿਹਾ ਸੀ, ਕਿਉਂ ਨਹੀਂ ਪਿਛਲੇ 6 ਮਹੀਨੇ ਦਾ ਰੌਲਾ ਪੈ ਰਿਹਾ, ਕੈਪਟਨ ਸਾਹਿਬ ਨੇ ਕੋਈ ਕਾਰਵਾਈ ਕੀਤੀ, ਉਹਦੇ ਤੇ ਵੀ ਕੋਈ ਗੱਲ ਨਹੀਂ ਕਰਦੇ, ਚੁੱਪ ਕਰਕੇ ਪਿਛਲੀ ਸਾਡੀ ਗੱਲ ਤੇ ਆਈ ਜਾਂਦੇ ਕਰਕੇ। ਜੇ ਕੋਈ ਬੰਦਾ ਬਿਠਾਉਣਾ ਹੈ, ਕਿਰਪਾ ਕਰਕੇ ਇੰਡੀਪੈਂਡੈਂਟ ਸੋਚ ਵਾਲਾ ਬਿਠਾਇਆ ਕਰੋ। ਇੱਕ ਗੱਲ ਦੂਜੀ ਬੇਨਤੀ ਮੈਂ ਕਰਾਂ ਕਿ ਮੇਰੇ ਬਾਹਰ ਸੁਣੋ ਬਰਾੜ ਸਾਹਿਬ, ਮੈਂ ਇੱਕ ਮਿੰਟ ਕੁਲਵੰਤ ਜੀ ਨੂੰ ਗੱਲ ਆਪਣੀ ਪੂਰੀ ਕਰ ਲੈਣ ਦਿਓ। ਸਾਡੇ ਹਲਕਾ ਇੰਚਾਰਜ, ਸਾਡੇ ਫਲਾਨਾ, ਜੇ ਤੁਹਾਡੇ ਅਖਬਾਰ ਦੇ ਜਿਹੜੇ ਜੇ ਤੁਸੀਂ ਪੱਤਰਕਾਰ ਹੋ, ਤੁਹਾਡਾ ਮਾਲਕ ਹੀ ਤੁਹਾਨੂੰ ਜਾਂ ਪੱਤਰਕਾਰ ਦਾ ਐਡੀਟਰ ਹੀ ਤੁਹਾਨੂੰ ਫੋਨ ਕਰੂਗਾ। ਪਾਰਟੀਆਂ ਦੇ ਜਿਹੜੇ ਸਿਸਟਮ ਜਿਵੇਂ ਚੱਲਦੇ ਆ ਉਹ ਚੱਲਦੇ ਹੀ ਹੈ। ਪਰ ਹਾਂ, ਮੈਂ ਇੱਕ ਗੱਲ ਕਹੂੰਗਾ ਕਿ ਕਾਨੂੰਨ ਤੋਂ ਉਲਟ ਜਾ ਕੇ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਬੰਦੇ ਨੂੰ ਕਾਨੂੰਨ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਮੈਂ ਇਸ ਗੱਲ ਦਾ ਹਾਮੀਦਾਰ ਹਾਂ। ਪਰ ਕਿਰਪਾ ਕਰਕੇ ਆਪਾਂ ਅੱਜ 125 ਮੌਤ ਹੋ ਗਈ, ਉਹਦੇ ਤੇ ਤਾਂ ਗਗਰਪੁਰੀ ਸਾਹਿਬ ਕੋਈ ਸਵਾਲ ਨਹੀਂ ਠਾਰੇ। ਐਫਆਈਆਰ ਦਰਜ ਨਹੀਂ ਹੋਈ, ਕੋਈ ਉਹਦੇ ਤੇ ਸਵਾਲ ਨਹੀਂ ਠਾਰੇ। ਪਿਛਲੇ 6 ਮਹੀਨੇ ਦਾ ਰੌਲਾ ਪੈ ਰਿਹਾ ਜਾਲੀ ਡਿਸਟਿਲਰੀਆਂ ਦਾ, ਇੱਕ ਵੀ ਬੰਦਾ ਨਹੀਂ ਫੜਿਆ ਗਿਆ, ਉਹਦੇ ਤੇ ਸਵਾਲ ਨਹੀਂ ਠਾਰੇ। ਕੱਲਾ ਸਾਡੇ ਤੇ ਘੁੰਮ ਫਿਰ ਕੇ ਆ ਜਾਂਦੇ। ਜੇ ਸਰਦਾਰ ਕੁਲਵੰਤ ਸਿੰਘ ਨੇ ਸਵਾਲ ਨਹੀਂ ਕੀਤਾ ਤੇ ਮੈਂ ਤਾਂ ਸਵਾਲ ਕਰ ਰਿਹਾ ਨਾ। ਕੁਲਵੰਤ ਸਿੰਘ ਜੀ, ਬਰਾੜ ਸਾਹਿਬ ਸੁਣੋ, ਸਵਾਲ ਕਰ ਰਿਹਾ। ਔਰ ਦੂਸਰੀ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ। ਸਿਰਫ ਅਸੀਂ ਅੱਜ ਦੀ ਗੱਲ ਕਰੀ ਜਾਈਏ, ਜੇ ਸਿਰਫ ਅਸੀਂ ਅੱਜ ਦੀ ਗੱਲ ਕਰੀ ਜਾਵਾਂਗੇ ਤਾਂ ਅਸੀਂ ਇਨਸਾਫ ਨਹੀਂ ਕਰ ਸਕਦੇ। ਸਾਨੂੰ ਪਿਛੋਕੜ ਦੇ ਵਿੱਚੋਂ ਵੀ ਝਾਤ ਮਾਰਨੀ ਪੈਣੀ ਹੈ ਕਿ ਪਿਛੋਕੜ ਦੇ ਵਿੱਚ ਗਲਤੀਆਂ ਕਿੰਨਾਂ ਨੇ ਕੀਤੀਆਂ ਨੇ। ਇੱਕ ਮਿੰਟ ਬਰਾੜ ਸਾਹਿਬ, ਮੇਰੀ ਗੱਲ ਸੁਣੋ। ਤੁਸੀਂ ਪੱਤਰਕਾਰਾਂ ਨੂੰ ਡਿਕਟੇਟ ਨਾ ਕਰੋ, ਉਹਨਾਂ ਨੂੰ ਡਾਇਰੈਕਸ਼ਨ ਨਾ ਦਿਓ ਕਿ ਉਹ ਕਿਹਨੂੰ ਬਿਠਾਉਣ ਤੇ ਕਿਹਨੂੰ ਨਾ। ਡਾਇਰੈਕਸ਼ਨ ਨਾ ਦਿਓ ਜੀ, ਤੁਸੀਂ ਵੀ ਡਾਇਰੈਕਸ਼ਨ ਨਾ ਦਿਓ। ਤੁਹਾਡੇ ਕੋਲੇ ਵੀ ਕੋਈ ਅਧਿਕਾਰ ਨਹੀਂ ਕਿ ਤੁਸੀਂ ਸਾਨੂੰ ਡਿਕਟੇਟ ਕਰੋ ਕਿ ਪਾਰਟੀਆਂ ਕਿਵੇਂ ਚਲਾਓ। ਜਰਨਲਿਸਟ ਬਿਠਾਉਣਾ ਤੇ ਇੰਡੀਪੈਂਡੈਂਟ ਸੋਚ ਵਾਲਾ ਬਿਠਾਓ। ਬਰਾੜ ਸਾਹਿਬ ਜਿਹੜੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪੱਤਰਕਾਰ ਦਾ ਕੰਮ ਹੁੰਦਾ ਹੈ, ਪੱਤਰਕਾਰ ਬਰਾੜ ਸਾਹਿਬ ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਇੱਕ ਮਿੰਟ, ਕੁਲਵੰਤ ਸਿੰਘ ਇੱਕ ਮਿੰਟ ਰੁਕੋ। ਕੁਲਵੰਤ ਸਿੰਘ ਇੱਕ ਮਿੰਟ ਰੁਕਿਓ। ਕੁਲਵੰਤ ਸਿੰਘ ਇੱਕ ਮਿੰਟ ਰੁਕੋ। ਬਰਾੜ ਸਾਹਿਬ, ਪੱਤਰਕਾਰ ਦਾ ਕੰਮ ਹੁੰਦਾ ਸਵਾਲ ਕਰਨਾ। ਜੇ ਤੁਹਾਨੂੰ ਲੱਗਦਾ ਕਿ ਉਹ ਸਵਾਲ ਤੁਹਾਡੇ ਵਾਸਤੇ ਜਾਇਜ਼ ਆ ਤਾਂ ਜ਼ਰੂਰ ਉਹਦਾ ਜਵਾਬ ਦਿਓ। ਜੇ ਤੁਸੀਂ ਦੋ ਐਂਕਰ ਕਹੋ ਤੇ ਜਵਾਬ ਨੂੰ ਗਲਤ ਠਹਿਰਾ ਸਕਦੇ ਹੋ। ਐਂਕਰ ਐਂਕਰ ਨਹੀਂ ਹੈਗੇ, ਉਹਨਾਂ ਨੇ ਐਂਕਰ ਨਹੀਂ ਹੈ, ਉਹਨਾਂ ਨੇ ਅੱਜ ਦੇ ਇਸ਼ੂ ਦੇ ਉੱਤੇ ਅਪਡੇਟ ਦੇਣ ਆਏ ਸੀ, ਉਹ ਅਪਡੇਟ ਦੇ ਰਹੇ ਸੀ। ਅਸੀਂ ਸਵਾਲ ਖੁਦ ਉਠਾਇਆ ਕਿ 6 ਮਹੀਨੇ ਦਾ ਰੌਲਾ ਪਾ ਰਹੇ ਆ, ਸਰਕਾਰ ਸੁਣ ਨਹੀਂ ਰਹੀ। ਸਰਕਾਰ ਜਿਨ੍ਹਾਂ ਦਾ ਮਰਡਰ ਹੋ ਗਿਆ ਉਹਨਾਂ ਦੇ ਪਰਚੇ ਦਰਜ ਨਹੀਂ ਕਰ ਰਹੀ। ਤੁਸੀਂ ਸਵਾਲ ਸਾਡੇ ਤੇ ਠਾ ਰਹੇ। ਬਰਾੜ ਸਾਹਿਬ ਮੇਰੀ ਗੱਲ ਸੁਣੋ। ਜਿਹੜੀ ਗੱਲ ਤੁਹਾਡੇ ਖਿਲਾਫ ਜਾ ਰਹੀ ਆ ਤੁਸੀਂ ਉਹਨੂੰ ਨੋਟ ਕਰ ਰਹੇ ਹੋ। ਜਿਹੜੀ ਮੈਂ ਕਾਂਗਰਸ ਦੀਆਂ ਗੱਲਾਂ ਕੀਤੀਆਂ, ਲੋਕਾਂ ਨੇ ਫਤਵਾ ਦੇਤਾ। ਅੱਜ 125 ਬੰਦਾ ਮਰ ਗਿਆ, ਉਹਦਾ ਹਿਸਾਬ ਪੁੱਛਣ ਲਈ ਬੈਠੇ ਅਸੀਂ। ਉਹਦਾ ਅਸੀਂ ਸਾਡੇ ਵੇਲੇ ਦੀ ਸ਼ੁਰੂਆਤ ਸਵਾਲ ਪੁੱਛੇ ਗਏ ਨੇ। ਜੇ ਕੋਈ ਹਰੇਕ ਬੰਦਾ ਉਹੀ ABC ਰਿਪੀਟ ਕਰੇ
ਤਾਂ ਉਹ ABC ਰਿਪੀਟ ਜਿਹੜੀ ਨਹੀਂ ਹੋ ਸਕਦੀ। ਮੈਂ ਸ਼ੋਅ ਨੂੰ ਜਿਹੜਾ ਖਤਮ ਕਰਨਾ ਹੈ, ਪਰ ਮੈਂ ਇੱਕ ਜਾਂਦੇ ਜਾਂਦੇ ਇੱਕ ਗੱਲ ਕਰਦਾ। ਬਰਾੜ ਸਾਹਿਬ, ਇਹ ਵੀ ਚੀਜ਼ ਨੂੰ ਸੁਣ ਕੇ ਚੱਲੀਏ ਆਪਾਂ ਕਿ ਜੇ ਇਲੈਕਸ਼ਨ ਦੇ ਸਮੇਂ ਦੇ ਵਿੱਚ, ਹਰੇਕ ਇਲੈਕਸ਼ਨ ਦੇ ਵਿੱਚ 1984 ਦੇ ਮੁੱਦੇ ਨੂੰ ਲੈ ਕੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਆਉਂਦੀ ਹੈ, ਜੇ ਤੁਸੀਂ ਆਉਂਦੇ ਹੋ ਤਾਂ ਇਹ ਤੋਂ ਇਹ ਮੰਨ ਲੈਣਾ ਚਾਹੀਦਾ ਕਿ ਪਿਛੋਕੜ ਦੇ ਵਿੱਚ ਕੀਤੀਆਂ ਗਲਤੀਆਂ ਜਿਹੜੀਆਂ ਹੁੰਦੀਆਂ ਨੇ, ਮੈਂ ਸ਼੍ਰੋਮਣੀ ਅਕਾਲੀ ਦਲ ਮੈਂ ਕਹਿਣਾ ਜੀ, ਠੀਕ ਹੈ, ਤੁਹਾਡਾ ਹੁਣ ਪਾਰਟੀ ਦਾ ਵਿਵਾਦ ਹੈਗਾ, ਠੀਕ ਹੈ, ਮੈਂ ਮੰਨਦਾ, ਕੋਈ ਵਿਵਾਦ ਨਹੀਂ ਸਾਡਾ, ਜਿਹੜੀ ਪਾਰਟੀ ਹਰੇਕ ਜਿਹੜੀ ਹੈਗੀ ਜੀ, ਕੋਈ ਨਾਮ ਸਹੀ ਲਓ ਪਾਰਟੀ ਦਾ, ਪਹਿਲਾਂ ਠੀਕ ਹੈ, ਮੈਂ ਤੁਹਾਨੂੰ ਲੈ ਕੇ ਚੱਲਦਾ, ਠੀਕ ਹੈ, ਉਸ ਤਰੀਕੇ ਨਾਲ ਹੁੰਦਾ। ਸ਼੍ਰੋਮਣੀ ਅਕਾਲੀ ਦਲ ਜੇ ਬਾਦਲ ਮੈਂ ਨਹੀਂ ਕਹਿੰਦਾ, ਸ਼੍ਰੋਮਣੀ ਅਕਾਲੀ ਦਲ ਜੇ ਸਮੇਂ-ਸਮੇਂ ਦੇ ਉੱਤੇ 1984 ਦਾ ਮੁੱਦਾ ਲੈ ਕੇ ਆਉਂਦੀ ਰਹੀ ਹੈ ਤੇ ਇਹਦਾ ਮਤਲਬ ਇੱਕ ਸਮਝ ਲੈਣਾ ਚਾਹੀਦਾ ਕਿ ਪਿਛੋਕੜ ਦੇ ਵਿੱਚ ਕੀਤੀਆਂ ਗਲਤੀਆਂ, ਪਿਛੋਕੜ ਦੇ ਵਿੱਚ ਹੋਏ ਘਟਨਾਕ੍ਰਮ ਅਤੇ ਪਿਛੋਕੜ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹ ਅੱਜ ਦੇ ਮਸਲਿਆਂ ਦੇ ਉੱਤੇ ਵੀ ਅਸਰ ਪਾਉਂਦੀਆਂ ਨੇ। ਇਸ ਚੀਜ਼ ਨੂੰ ਲੈ ਕੇ ਚੱਲੋ। ਜੇ ਉਹਨਾਂ ਨੇ ਪਿਛਲੇ ਸਮੇਂ ਦੀ ਗੱਲ ਕੀਤੀ ਹੈ ਕਿ ਜੇ ਤੁਹਾਡੇ ਸਮੇਂ ਦੇ ਵਿੱਚ, ਤੁਹਾਡੇ ਰਾਜਕਾਲ ਦੇ ਸਮੇਂ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ ਤੇ ਉਸ ਗਲਤੀਆਂ ਨੂੰ ਅੱਜ ਇਹ ਵੀ ਰਿਪੀਟ ਕਰ ਰਹੇ ਨੇ ਤੇ ਆਪਾਂ ਨੂੰ ਕਿਤੇ ਰਲ ਮਿਲ ਕੇ ਉਹਨੂੰ ਖਤਮ ਕਰਨਾ ਚਾਹੀਦਾ। ਦੇਖੋ, ਨਾ ਤਾਂ ਨੁਕਸਾਨ ਤੁਹਾਡੀ ਪਾਰਟੀ ਦਾ ਹੋ ਰਿਹਾ, ਨਾ ਨੁਕਸਾਨ ਕਾਂਗਰਸ ਦਾ ਹੋ ਰਿਹਾ, ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਜਿਹੜੇ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਹਾਲਾਤਾਂ ਦੇ ਸ਼ਿਕਾਰ ਹੁੰਦੇ ਨੇ ਅਤੇ ਉਹਨਾਂ ਨੂੰ ਮਿਲਦਾ ਵੀ ਕੁਝ ਨਹੀਂ ਹੈਗਾ ਤੇ ਨਾ ਹੀ ਉਹਨਾਂ ਦੀ ਕੋਈ ਗੱਲ ਸੁਣਦਾ ਹੈ। ਅਸੀਂ ਸਿਰਫ ਇੰਨੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖੋ, ਅੱਜ ਆਪਾਂ ਰਾਜਨੀਤੀ ਦੇ ਉੱਤੇ ਉੱਠ ਕੇ ਗੱਲ ਕਰੀਏ, ਆਪਾਂ ਬਲੇਮ ਗੇਮ ਜਿਹੜਾ ਉਹ ਨਾ ਖੇਡੀਏ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰੀਏ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਹਾਂ। ਮੁਨੀਸ਼ ਜੀ, ਮੇਰਾ ਇੱਕ ਸਵਾਲ ਸੀਗਾ, ਠੀਕ ਹੈ, ਮੈਨੂੰ ਲੱਗਦਾ ਕਿ ਤੁਸੀਂ ਵੀ ਅੱਜ ਇੱਕ ਪਾਸੜ ਹੋ ਗਏ ਆਪਣੇ ਪੱਤਰਕਾਰ ਭਾਈਚਾਰੇ ਨੂੰ ਬਚਾਉਂਦੇ। ਮੇਰਾ ਸਵਾਲ ਇਹ ਹੈ ਕਿ ਜੇ ਕੋਈ ਪੱਤਰਕਾਰ ਵੀਰ ਬਿਠਾਣਾ ਤਾਂ ਉਹ ਇੰਡੀਪੈਂਡੈਂਟ ਸੋਚ ਹੋਵੇ। ਅੱਜ 125 ਮੌਤ ਦਾ ਹਿਸਾਬ ਨਹੀਂ ਪੁੱਛਿਆ, ਅੱਜ FIR ਦਰਜ 302 ਦੀ ਇੱਕ ਵੀ ਬੰਦੇ ਤੇ ਨਹੀਂ ਹੋਈ, ਇਹਨਾਂ ਨੇ ਨਹੀਂ ਪੁੱਛਿਆ। 4 ਜਾਲੀ ਡਿਸਟਿਲਰੀਆਂ ਫੜੀਆਂ ਗਈਆਂ, ਇੱਕ ਵੀ ਬੰਦਾ ਫੜਿਆ ਨਹੀਂ ਗਿਆ, ਨਹੀਂ ਪੁੱਛਿਆ, ਔਰ ਸਾਡੇ ਵਾਲਾ ਤੁਸੀਂ ਮੂਹਰੇ ਲਿਆਉਣੇ ਹੋ। ਮੈਂ ਕਹਿੰਦਾ ਸਾਡੇ ਵੇਲੇ ਗਲਤੀ ਹੋਈ ਸੀ, ਭਾਵੇਂ ਨਹੀਂ ਹੋਈ। ਬਰਾੜ ਸਾਹਿਬ, ਮੈਂ ਸਵਾਲ ਉਹਦੇ ਉੱਤੇ ਕਰ ਰਿਹਾ ਹਾਂ ਤੇ ਮੈਂ ਸਵਾਲ ਕਰ ਰਿਹਾ ਹਾਂ ਤਾਂ ਆਈ ਥਿੰਕ ਇਹ ਤੇ ਨਾ ਲੋਕਾਂ ਨੇ ਜਿਹੜੇ ਫੈਸਲਾ ਕਰਨਾ ਸੀ ਕਰਤਾ। ਤੁਸੀਂ ਸਾਡੇ ਵਿੱਚ ਰੋਲਿੰਗ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਬਰਾੜ ਸਾਹਿਬ, ਤੁਸੀਂ ਚਰਚਾ ਦੇ ਵਿੱਚ ਪੂਰੀ ਗੱਲ ਹੋਏ ਉਦੋਂ ਆਪਾਂ ਭੱਜ ਨਹੀਂ ਸਕਦੇ, ਨਾ ਆਪਾਂ ਨੂੰ ਭੱਜਣ ਦੀ ਕੋਈ ਲੋੜ ਹੈਗੀ ਹੈ। ਤੁਸੀਂ ਤੁਹਾਡੇ ਕੋਲ ਜਵਾਬ ਮੰਗਿਆ, ਜੇ ਤੁਹਾਨੂੰ ਲੱਗਦਾ ਕਿ ਜਵਾਬ ਜਿਹੜਾ ਠੀਕ ਹੈਗਾ ਤੇ ਆਪਾਂ ਦੇ ਦੇਣਾ ਚਾਹੀਦਾ। ਜੇ ਤੁਹਾਨੂੰ ਲੱਗਦਾ, ਤੁਸੀਂ ਜਿਹੜੀ ਅੱਜ ਗੱਲ ਕੀਤੀ ਹੈ, ਦੇਖੋ ਇਸ ਮੰਚ ਤੇ ਤੁਹਾਨੂੰ ਵੀ ਖੁੱਲ ਕੇ ਗੱਲ ਦਿੱਤੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇੱਕ ਤੁਹਾਡੇ ਉੱਤੇ ਸਿਰਫ ਜਿਹੜਾ ਉਹ ਸਵਾਲ ਕੀਤੇ ਨੇ ਤਾਂ ਤੁਹਾਨੂੰ ਮੰਚ ਦੇ ਉੱਤੇ ਜਗ੍ਹਾ ਦਿੱਤੀ, ਤੁਸੀਂ ਖੁੱਲ ਕੇ ਗੱਲਾਂ ਨੂੰ ਕਿਹਾ। ਇਹ ਉਹਦਾ ਜਵਾਬ ਬਰਾਬਰ। ਅਸੀਂ ਇਹ ਨਹੀਂ ਕਿ ਕੋਈ ਕਨਸਪੀਰੇਸੀ ਤੁਹਾਡੇ ਖਿਲਾਫ ਹੈਗੀ ਹੈ ਜਾਂ ਸਿਰਫ ਤੁਹਾਡੇ ਸਵਾਲ ਪੁੱਛੇ ਜਾ ਰਹੇ ਨੇ। ਰਾਜਕੁਮਾਰ ਵੇਰਕਾ ਹੋਣਾ ਕੋ ਮੈਂ ਸਵਾਲ ਕੀਤੇ ਨੇ, ਜਿਹੜੇ ਸਵਾਲਾਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਵਾਲ ਕਰਕੇ ਉਹਨਾਂ ਕੋਲ ਜਵਾਬ ਮੰਗੇ ਨੇ ਤਾਂ ਉਹਨਾਂ ਨੇ ਉਸ ਸਵਾਲ ਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਆਪਾਂ ਰਿਪੀਟੀਸ਼ਨ ਕਰਨੀ ਹੈ ਤਾਂ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਬਾਕੀ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਅਸੀਂ ਤੁਹਾਨੂੰ ਇਹੋ ਹੀ ਕਹਾਂਗੇ, ਅੱਜ ਦੇ ਸਮੇਂ ਨੂੰ ਅਤੇ ਪਿਛੋਕੜ ਦੇ ਸਮੇਂ ਨੂੰ ਭੁਲਾਓ ਨਾ। ਕੱਲ ਨੂੰ ਜੇ ਤੁਹਾਡਾ ਸੱਤਾ ਤੁਹਾਡੇ ਹੱਥ 'ਚ ਆਉਂਦੀ ਹੈ ਤਾਂ ਕੱਲ ਨੂੰ ਇਹ ਨਾ ਕਿਹੋ ਕਿ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਨੇ ਤੇ ਤੁਸੀਂ ਅੱਜ ਦੇ ਸਵਾਲਾਂ ਦੇ ਜਵਾਬ ਦੇਣੇ ਨੇ। ਹਰੇਕ ਸਮੇਂ ਨੂੰ ਯਾਦ ਕਰਕੇ, ਹਰੇਕ ਮੌਕੇ ਨੂੰ ਯਾਦ ਕਰਕੇ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰੋ ਤੇ ਤਦ ਹੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਚ ਪਾਉਣਗੇ। ਅਦਰਵਾਈਜ਼ ਉਹ ਇਸੇ ਤਰੀਕੇ ਨਾਲ ਖੱਜਲ ਖਰਾਬ ਹੁੰਦੇ ਰਹਿਣਗੇ। ਰਾਜਨੀਤੀ ਦੇ ਦਿਨਾਂ ਦੇ ਵਿੱਚ, ਚੋਣਾਂ ਦੇ ਦਿਨਾਂ ਦੇ ਵਿੱਚ ਸਿਰਫ ਮਸਲੇ ਚੁੱਕ ਕੇ ਅਸੀਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਸਾਨੂੰ ਹਰ ਸਮੇਂ ਮੁੱਦੇ ਜਿਹੜੇ ਨੇ ਉਹ ਪੰਜਾਬ ਦੇ ਚੁੱਕਣੇ ਪੈਣੇ ਨੇ। ਮੈਂ ਪ੍ਰੋਗਰਾਮ ਮੇਰਾ ਜਿਹੜਾ ਉਹ ਆਲਮੋਸਟ ਜਿਹੜਾ ਉਹ ਖਤਮ ਹੋ ਚੁੱਕਾ ਹੋਇਆ। ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਸਰਦਾਰ ਕੁਲਵੰਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ। ਡਾਕਟਰ ਰਾਜਕੁਮਾਰ ਵੇਰਕਾ ਜੀ ਸਾਨੂੰ ਛੱਡ ਚੁੱਕੇ ਹੋਏ ਨੇ, ਉਹ ਪਹਿਲਾਂ ਹੀ ਕੱਟ ਗਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਮਨ ਅਰੋੜਾ ਜੀ ਜਿਹੜੇ ਨੇ ਅੱਜ ਸ਼ੋਅ ਦੇ ਵਿੱਚ ਨਹੀਂ ਆਏ, ਉਹਨਾਂ ਨੇ ਕਮਿਟ ਕੀਤਾ ਸੀ ਲੇਕਿਨ ਉਹ ਨਹੀਂ ਆਏ। ਚਲੋ ਉਹਨਾਂ ਦਾ ਵੀ ਧੰਨਵਾਦ, ਉਹਨਾਂ ਨੇ ਆਪਣੀ ਗੱਲਬਾਤ ਨਹੀਂ ਰੱਖੀ ਜਾਂ ਉਹ ਨਹੀਂ ਰੱਖਣਾ ਚਾਹੁੰਦੇ ਜਾਂ ਉਹਨਾਂ ਨੂੰ ਕੰਸਰਨ ਨਹੀਂ ਹੈਗਾ, ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਅੱਜ ਦੇ ਸ਼ੋਅ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਕੀ ਨੇ ਵਿਚਾਰ ਈਮੇਲ ਕਰ ਸਕਦੇ ਹੋ mbell@cktimetv.com ਅਤੇ info@cktimetv.com। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।